मैं हरविंदर कौर BAM खालसा कॉलेज वालों तुहाडा सारिਆਂ ਦਾ स्वागत करदी हां। BAM खालसा कॉलेज बब्बर अकाली मैमोरियल खालसा कॉलेज का नाम देश ਦੇ स्वतंत्रता संग्राम ਦੇ 1969 ਦੇ ਵਿੱਚ ਹੋਈ। 1982 ਅਡਾਪਟ ਕੀਤਾ ਤੇ ਗਿਆ। ਅੱਜ BSc B.Ed BA B.Ed ਇੰਟੀਗ੍ਰੇਸ਼ਨ ਕੋਰਸ ਤੇ ਬਹੁਤ ਸਾਰੇ PG ਕੋਰਸਿਸ ਸਫਲਤਾਪੂਰਵਕ ਚੱਲ ਰਹੇ ਹਨ। ਅੱਜ ਕਾਲਜ ਦੇ ਵਿੱਚ ਹਿੰਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਹੋਇਆ ਜਾ ਰਿਹਾ ਹੈ। ਵੱਡੇ ਪੱਧਰ ਇਹ ਤਰ੍ਹਾਂ ਗੁਰੂ ਸਾਹਿਬਾਂ ਨੂੰ ਸਮਰਪਿਤ ਕਰ ਰਹੀ ਹੈ, ਜਿਹਦੇ ਲਈ ਵੱਡੇ ਹੈ। ਇਸ ਲਈ ਡਾਕਟਰ ਸਾਹਿਬ ਨੂੰ ਇਹ ਵਰਾ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਸਮਾਗਮ ਕਰਵਾਉਣ ਦੇ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਜ਼ਿੰਮੇਵਾਰੀ ਦੇ ਤਹਿਤ ਅਗਵਾਈ ਦੇ ਤਹਿਤ ਡਾਕਟਰ ਸਾਹਿਬ 40 ਦੇ ਕਰੀਬ ਵੈਬੀਨਾਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਕਰਵਾ ਚੁੱਕੇ ਨੇ ਤੇ ਲਗਭਗ 25 ਦੇ ਕਰੀਬ ਲੈਕਚਰ ਵੱਖ-ਵੱਖ ਕਾਲਜਾਂ ਦੇ ਵਿੱਚ ਗੁਰੂ ਸਾਹਿਬਾਂ ਨਾਲ ਸੰਬੰਧਿਤ ਵਿਸ਼ਿਆਂ ਦੇ ਉੱਤੇ ਡਿਲੀਵਰ ਕਰ ਚੁੱਕੇ ਨੇ। ਸੋ ਇਹਨਾਂ ਵੱਡੀਆਂ ਪ੍ਰਾਪਤੀਆਂ ਦੇ ਕਾਰਨ ਡਾਕਟਰ ਸਾਹਿਬ ਨੂੰ ਨੈਸ਼ਨਲ ਲੈਵਲ ਦੇ ਪੰਜਾਬ ਸਰਕਾਰ ਵੱਲੋਂ ਅਵਾਰਡ ਜਿਹੜੇ ਨੇ ਦਿੱਤੇ ਗਏ ਨੇ। ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਐਡੇ ਵਧੀਆ ਸਕਾਲਰ ਸਾਡੇ ਵਿੱਚ ਸ਼ਾਮਿਲ ਹੋਏ ਨੇ ਤੇ ਅੱਜ ਇਹ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸ਼ਹਾਦਤ ਵਿਸ਼ੇ ਦੇ ਉੱਤੇ ਆਪਣੇ ਵਿਦਵਤਾ ਭਰਪੂਰ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕਰਨਗੇ ਤੇ ਮੈਂ ਰਿਕੁਐਸਟ ਕਰਦੀ ਹਾਂ ਡਾਕਟਰ ਸਾਹਿਬ ਨੂੰ Hello, am I audible? ਤੁਹਾਡੀ ਆਵਾਜ਼ ਦੀ ਮੇਰੇ ਖਿਆਲ ਤੁਹਾਡੇ ਵੱਲ ਸਮੱਸਿਆ ਹੈਗੀ ਨੈਟਵਰਕ ਪ੍ਰੋਬਲਮ। ਕੀ ਮੇਰੀ ਆਵਾਜ਼ ਆ ਰਹੀ ਹੈ? Hello, am I audible? Hello. Yes, sir, you are audible. Okay, thank you. ਸਭ ਤੋਂ ਪਹਿਲਾਂ ਮੈਂ ਕਾਲਜ ਮੈਨੇਜਮੈਂਟ ਪ੍ਰਿੰਸੀਪਲ ਡਾਕਟਰ ਹਰਵਿੰਦਰ, ਸਟਾਫ ਮੈਂਬਰ, ਸਟੂਡੈਂਟਸ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਤੁਹਾਡੇ ਨਾਲ ਆਨਲਾਈਨ ਜੁੜਨ ਦਾ। ਇਹਦੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਤੇ ਜਿਸ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਕਿ ਸਾਨੂੰ ਮੌਕਾ ਮਿਲਿਆ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਣ ਦਾ। ਇਸ ਤੋਂ ਪਿਛਲੇ ਸਾਲ ਅਸੀਂ ਉਸ ਤੋਂ ਪਿਛਲੇ ਸਾਲ, ਕਿਉਂਕਿ ਪਿਛਲਾ ਸਾਲ ਸਾਰਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਮਨਾ ਰਹੇ ਸੀ, ਉਸ ਤੋਂ ਪਹਿਲਾਂ ਅਸੀਂ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਮਨਾ ਕੇ ਹਟੇ ਹਾਂ। ਔਰ
ਇਸ ਦੇ ਨਾਲ ਹੀ ਉਸ ਪਿਛਲੇ ਸਾਲ ਦੇ ਵਿੱਚ ਹੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਮਨਾ ਕੇ ਹਟੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਅਜਿਹੀਆਂ ਸ਼ਤਾਬਦੀਆਂ ਮਨਾਉਣ ਦਾ ਮੌਕਾ ਮਿਲ ਰਿਹਾ 69 ਦੇ ਵਿੱਚ ਅਸੀਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਉਸ ਸੀ ਜਨਮ ਪ੍ਰਕਾਸ਼ ਪੁਰਬ ਉਹ ਵੀ ਅਸੀਂ ਮਨਾ ਕੇ ਹਟੇ ਸੋ ਮੇਰੇ ਕਹਿਣ ਦਾ ਭਾਵ ਕਿ ਸਾਨੂੰ ਲਗਾਤਾਰ ਇਹ ਸ਼ਤਾਬਦੀਆਂ ਮਨਾਉਣ ਦਾ ਮੌਕਾ ਮਿਲ ਰਿਹਾ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦਾ ਜਿਹੜਾ ਮੇਨ ਪਰਪਸ ਸਾਡਾ ਹੈਗਾ ਉਹ ਅੱਜ ਦੇ ਯੂਥ ਨੂੰ ਗੁਰੂ ਸਾਹਿਬ ਦੀ ਫਿਲਾਸਫੀ ਉਹਨਾਂ ਦੀਆਂ ਸਿੱਖਿਆਵਾਂ ਤੋਂ ਰੂਬਰੂ ਕਰਾਉਣਾ ਹੈ ਤੇ ਜੋ ਸਾਡਾ ਇਖਲਾਕੀ ਫਰਜ਼ ਵੀ ਹੈ ਇਸੇ ਤਹਿਤ ਹੀ ਮੈਂ ਅੱਜ ਤੁਹਾਡੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਅਤੇ ਸ਼ਹਾਦਤ ਦੇ ਉੱਤੇ ਗੱਲ ਕਰਾਂਗਾ ਹੋ ਸਕਦਾ ਇਹਦੇ ਵਿੱਚ ਕੁਝ ਗੱਲਾਂ ਤੁਹਾਨੂੰ ਨਾ ਪਸੰਦ ਆਉਣ ਜਾਂ ਮੇਰੇ ਤੋਂ ਗਲਤ ਕਹੀਆਂ ਗਈਆਂ ਹੋਣ ਤਾਂ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਮੰਗਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਜਿਹੜਾ ਹੈ ਬਹੁਤ ਸਾਦਾ ਜੀਵਨ ਪਰ ਬਹੁਤ ਹੀ ਉੱਚਾ ਤੇ ਸੁੱਚਾ ਜੀਵਨ ਸੀ ਗੁਰੂ ਸਾਹਿਬ ਸ਼ੁਭ ਵਿਚਾਰ ਦੋਹਾਂ ਦੇ ਪੱਖ ਤੋਂ ਗੁਰੂ ਸਾਹਿਬ ਦਾ ਜੀਵਨ ਮਹਾਨ ਸੀ ਉਹ ਇੱਕ ਪਾਸੇ ਤਿਆਗ ਦੀ ਮੂਰਤ ਸਨ ਅਤੇ ਦੂਸਰੇ ਪਾਸੇ ਵੀਰਤਾ ਦੇ ਪੁੰਜ ਗੁਰੂ ਸਾਹਿਬ ਬਚਪਨ ਤੋਂ ਹੀ ਸੰਸਾਰ ਦੀ ਮੋਹ ਮਾਇਆ ਤੋਂ ਉਚਾਟ ਸਨ ਪਰ ਇਸ ਦਾ ਭਾਵ ਇਹ ਨਹੀਂ ਕਿ ਉਹ ਨਿਰਾਸ਼ਾਵਾਦੀ ਸਨ ਅਸਲ ਵਿੱਚ ਉਹ ਸੰਸਾਰਿਕ ਪਦਾਰਥਾਂ ਦੀ ਮੋਹ ਮਾਇਆ ਤੇ ਤੋਂ ਸੁਤੰਤਰ ਸਨ ਉਹਨਾਂ ਨੇ ਸਭ ਤੋਂ ਪਹਿਲਾਂ ਜਿਸ ਚੀਜ਼ ਦੇ ਤਿਆਗ ਦਾ ਸਾਨੂੰ ਵੱਧ ਤੋਂ ਵੱਧ ਦ੍ਰਿੜ ਕਰਨ ਨੂੰ ਕਿਹਾ ਕਿ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਉਹ ਹੈ ਵਿਸ਼ੇ ਵਿਕਾਰ ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਹਨ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਪਾਸ ਕਿ ਸਾਨੂੰ ਇਹਨਾਂ ਵਿਕਾਰਾਂ ਤੋਂ ਦੂਰ ਰਹਿਣ ਦੀ ਲੋੜ ਹੈ ਤੇ ਨਹੀਂ ਤਾਂ ਅਦਰਵਾਈਜ਼ ਜਿਹੜਾ ਜਮਦੂਤ ਹੈਗਾ ਉਹ ਸਾਡੇ ਗੱਲ ਦੇ ਵਿੱਚ ਆ ਕੇ ਮੌਤ ਦੀ ਫਾਹੀ ਹੈਗੀ ਆ ਉਹ ਪਾ ਦੇਣੀ ਹੈ ਗੁਰੂ ਸਾਹਿਬ ਦਾ ਜੀਵਨ ਤਿਆਗ ਦੀ ਗੱਲ ਕਰਦੇ ਹਨ ਉਹ ਜੀਵਨ ਅਸਾਰੂ ਤਿਆਗ ਦੀ ਗੱਲ ਕਰਦੇ ਹਨ ਜੋ ਸੰਸਾਰ ਤੋਂ ਭੱਜਣ ਲਈ ਪ੍ਰੇਰਿਤ ਨਹੀਂ ਕਰਦਾ ਸਗੋਂ ਸਿਖਾਉਂਦਾ ਹੈ ਕਿ ਜੀਵਨ ਵਿੱਚ ਕਿਵੇਂ ਵਿਚਰਨਾ ਇਹ ਤਿਆਗ ਕਮਜ਼ੋਰ ਮਨ ਦੀ ਵਿਅੰਜਨਾ ਨਹੀਂ ਸਗੋਂ ਬਲਵਾਨ ਮਨ ਵੱਲੋਂ ਇੱਕ ਹੁਲਾਰਾ ਹੈ ਇਹ ਤਿਆਗ ਸਵਾਰਥ ਅਤੇ ਮੋਹ ਦਾ ਤਿਆਗ ਹੈ ਫਰਜ਼ ਦਾ ਤਿਆਗ ਨਹੀਂ ਜੋ ਲਕਸ਼ ਤੇ ਪਹੁੰਚਣ ਦੇ ਲਈ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਤੇ ਜੇ ਇਹ ਗੱਲ ਕਹੀਏ ਕਿ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਊਗੀ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਸਨ ਭੌਤਿਕ ਪਦਾਰਥ ਜਿਹੜੇ ਹੈਗੇ ਨੇ ਉਹ ਮਾਇਆ ਇਹ ਉਹਨਾਂ ਦੇ ਨੇੜੇ ਵੀ ਨਹੀਂ ਸਨ ਸੋ ਜੋ ਉਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਕਿ ਭੈ ਦੇਣਾ ਤੇ ਭੈ ਮੰਨਣਾ ਇਹ ਕਮਜ਼ੋਰ ਮਨ ਦੀ ਨਿਸ਼ਾਨੀ ਹੈ ਤੇ ਭੈ ਮੰਨਣਾ ਤੇ ਭੈ ਦੇਣਾ ਉਹਨਾਂ ਦੀ ਫਿਤਰਤ ਦੇ ਵਿੱਚ ਨਹੀਂ ਸੀ ਜਿਸ ਦੇ ਅੱਗੇ ਜਾ ਕੇ ਆਪਾਂ ਵਿਸਥਾਰ ਨਾਲ ਗੱਲ ਵੀ ਕਰਾਂਗੇ ਉਹ ਕੋਮਲ ਹਿਰਦੇ ਦੇ ਮਾਲਕ ਸਨ ਅਤੇ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਨਹੀਂ ਰੱਖਦੇ ਸਨ ਗੁਰੂ ਸਾਹਿਬ ਦੀ ਕਹਿਣੀ ਅਤੇ ਕਥਨੀ ਇਹ ਜਿਹੜੀ ਸੀ ਉਹ ਇੱਕੋ ਸੀ ਉਹਨਾਂ ਅਨੁਸਾਰ ਜੋ ਮਨੁੱਖ ਆਪਣੇ ਮਨ ਉੱਤੇ ਕਾਬੂ ਪਾ ਲੈਂਦਾ ਹੈ ਧਰਮ ਦੀ ਸੱਚਾਈ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਹੀ ਬ੍ਰਹਮ ਗਿਆਨੀ ਹੈ ਨਿਰਭੈ ਪਦ ਅਤੇ ਮੁਕਤ ਪਦ ਜੋ ਮਨੁੱਖੀ ਜੀਵਨ ਦਾ ਸਰਵ ਉੱਚ ਉਦੇਸ਼ ਹੈ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਸੁੱਖ ਸਨੇਹ ਖੁਸ਼ੀ ਅਤੇ ਗਮੀ ਇਹ ਜਿਹੜੀ ਹੈਗੀ ਇਸ ਤੇ ਕੰਟਰੋਲ ਕਰਨ ਦੀ ਲੋੜ ਹੈ ਨਾ ਤਾਂ ਮਨੁੱਖ ਨੂੰ ਜ਼ਿਆਦਾ ਖੁਸ਼ੀ ਦੇ ਵਿੱਚ ਖੁਸ਼ ਤੇ ਨਾ ਹੀ ਗਮ ਦੇ ਬਹੁਤ ਜ਼ਿਆਦਾ ਗਮਗੀਨ ਹੋਣਾ ਚਾਹੀਦਾ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਉਹ ਇਹਨਾਂ ਸਾਰੇ ਚੀਜ਼ਾਂ ਤੋਂ ਨਿਰਲੇਪ ਨੇ ਤੇ ਅਸਲ ਵਿੱਚ ਉਹ ਉਸ ਅਵਸਥਾ ਦੀ ਗੱਲ ਕਰਦੇ ਨੇ ਜਦੋਂ ਮਨੁੱਖ ਜਿਸ ਨੂੰ ਸਹਿਜ ਦੀ ਅਵਸਥਾ ਕਿਹਾ ਤੇ ਸਹਿਜ ਦੀ ਅਵਸਥਾ ਉਸ ਸਮੇਂ ਪ੍ਰਾਪਤ ਹੁੰਦੀ ਹੈ ਜਦੋਂ ਮਨੁੱਖ ਇਹਨਾਂ ਸਾਰੇ ਚੀਜ਼ਾਂ ਤੇ ਕੰਟਰੋਲ ਕਰ ਲੈਂਦਾ ਇਸੇ ਕਰਕੇ ਗੁਰੂ ਸਾਹਿਬ ਲਿਖਦੇ ਨੇ ਆਸਾ ਮਾਸਾ ਸਗਲ ਤਿਆਗੀ ਜਗ ਤੇ ਰਹੀ ਨਿਰਾਸ਼ਾ ਗੁਰੂ ਸਾਹਿਬ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਤੁਹਾਡੇ ਨਾਲ ਕਿ ਗੁਰੂ ਸਾਹਿਬ ਦਾ ਜਿਹੜਾ ਤਿਆਗ ਦੀ ਜਿਹੜੀ ਗੱਲ ਕਰਦੇ ਨੇ ਉਹ ਸੰਸਾਰਿਕ ਤਿਆਗ ਦੀ ਨਹੀਂ ਕਰਦੇ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਜੰਗਲਾਂ ਵਿੱਚ ਜਾ ਕੇ ਤਪ ਕਰਨ ਦੀ ਗੱਲ ਨਹੀਂ ਕਰਦੇ ਸਗੋਂ ਗ੍ਰਸਤ ਜੀਵਨ ਬਤੀਤ ਕਰਨ ਦੀ ਗੱਲ ਕਰਦੇ ਨੇ ਤੇ ਗ੍ਰਸਤ ਜੀਵਨ ਬਤੀਤ ਕਰਦੇ ਹੋਏ ਸਮਾਜ ਦੇ ਵਿੱਚ ਵਿਚਰਦੇ ਹੋਏ ਸਮਾਜਿਕ ਬੁਰਾਈਆਂ ਤੋਂ ਨਿਰਲੇਪ ਰਹਿਣ ਦੀ ਸਿੱਖਿਆ ਦਿੰਦੇ ਨੇ ਮਨੁੱਖ ਨੂੰ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਜਿਹੜੀ ਨਿਭਾਉਣ ਦੀ ਗੱਲ ਕਰਦੇ ਨੇ
ਸੋ ਉਹ ਅਜਿਹੀ ਨਿਰਲੇਪਤਾ ਜਾਂ ਮੁਕਤੀ ਸਮੇਂ ਜਦੋਂ ਮਨੁੱਖ ਪਰਮਾਤਮਾ ਨਾਲ ਇਸ ਤਰ੍ਹਾਂ ਮਿਲ ਜਾਂਦਾ ਹੈ ਜਾਂ ਲੀਨ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ। ਕਿਉਂਕਿ ਜਦੋਂ ਮਨੁੱਖ ਇਹਨਾਂ ਲੋਭ ਮੋਹ ਹੰਕਾਰ ਤੋਂ ਦੂਰ ਹੋ ਜਾਊ, ਆਪਣੀ ਜ਼ਿੰਮੇਵਾਰੀਆਂ ਤੋਂ ਭੱਜੂਗਾ ਨਹੀਂ, ਤਾਂ ਉਸਦਾ ਮਨ, ਉਸਦਾ ਆਤਮਾ ਜਿਹੜੀ ਹੈਗੀ ਆ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਸੋ ਅਜਿਹੇ ਸਮੇਂ ਦੇ ਵਿੱਚ ਗੁਰੂ ਸਾਹਿਬ ਲਿਖਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਅਜਿਹੀ ਅਵਸਥਾ ਜਦੋਂ ਮਨੁੱਖ ਜਿਹੜਾ ਹੈਗਾ ਉਹ ਅਜੀਬ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ, ਜਨਮ ਮਰਨ ਦਾ ਚੱਕਰ ਜਿਹੜਾ ਹੈਗਾ ਮੁੜ ਜਾਂਦਾ ਹੈ। ਪਰੰਤੂ ਇਸ ਸਮੇਂ ਨੂੰ, ਇਸ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਮਨ ਉੱਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਮਨ ਜਿਹੜਾ ਹੈਗਾ ਉਹ ਚੰਚਲ ਆ, ਉਹ ਸਥਿਰ ਅਤੇ ਗੰਭੀਰ ਨਹੀਂ ਰਹਿੰਦਾ, ਉਹ ਲੋਭ ਮੋਹ ਮਾਇਆ ਤ੍ਰਿਸ਼ਨਾਵਾਂ ਦੇ ਪਿੱਛੇ ਭੱਜਦਾ ਰਹਿੰਦਾ। ਮਨੁੱਖ ਜਿਹੜਾ ਮਨ ਹੈਗਾ ਉਹਦੇ ਮਨ ਦੀ ਜਿਹੜੀ ਸ਼ਾਂਤੀ ਹੈਗੀ ਆ ਉਦੋਂ ਭੰਗ ਹੁੰਦੀ ਹੈ ਜਦੋਂ ਉਹ ਤ੍ਰਿਸ਼ਨਾਵਾਂ ਦੇ ਵਿੱਚ ਦੇ ਪਿੱਛੇ ਭੱਜਦਾ ਹੈ, ਉਹਦੇ ਮਨ ਵਿੱਚ ਤ੍ਰਿਸ਼ਨਾਵਾਂ ਜਾਗਦੀਆਂ ਨੇ। ਇਸੇ ਕਰਕੇ ਗੁਰੂ ਸਾਹਿਬ ਲਿਖਦੇ ਹਨ, ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਂ ਤੇ ਥਿਰ ਨਾ ਰਹਾ ਹੈ। ਭੌਤਿਕ ਪਦਾਰਥ ਜਿਹੜੇ ਹੈਗੇ ਨੇ ਉਹ ਰੇਗਿਸਤਾਨ ਦੇ ਰੇਤ ਦੇ ਵਾਂਗ ਨੇ। ਜਿਵੇਂ ਰੇਗਿਸਤਾਨ ਦੇ ਵਿੱਚ ਰੇਤ ਚਮਕਦੀ ਹੈ ਤੇ ਦੂਰੋਂ ਜਿਹਾ ਲੱਗਦਾ ਜਿਵੇਂ ਪਾਣੀ ਹੋਵੇ। ਸੋ ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਬਿਰਖ ਤ੍ਰਿਸ਼ਨਾ ਜਿਉਂ ਝੂਠੇ ਇਹ ਜਗ ਦੇਖ ਜਿਹੜੀਆਂ ਤ੍ਰਿਸ਼ਨਾਵਾਂ ਜਿਹੜੀਆਂ ਜਿਵੇਂ ਰੇਤ ਨੂੰ ਅਸੀਂ ਮੁੱਠੀ ਫੜਨ ਦੀ ਕੋਸ਼ਿਸ਼ ਕਰਦੇ ਜੋ ਰੇਤ ਜਿਹੜੀ ਹੈਗੀ ਆ ਨਿਕਲ ਜਾਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਆਰੂ ਤੇਜ ਬਣਾਈ ਸੱਚ ਅਖ ਹੈ ਸਾਨੂੰ ਇਹਦਾ ਸਾਨੂੰ ਬਹੁਤ ਤਰ੍ਹਾਂ ਹੀ ਰਾਗ ਤੋਂ ਭਾਵ ਉਸ ਸਮੇਂ ਦੇ ਵਿੱਚ ਭੌਤਿਕ ਪਦਾਰਥ ਜਿਹੜੇ ਹੈਗੇ ਉਹ ਰਾਗ ਆ ਕੇ ਆਪਣੀ ਜ਼ਿੰਮੇਵਾਰੀਆਂ ਜਦੋਂ ਅਸੀਂ ਇਸ ਨੂੰ ਅੱਗੇ ਜਾ ਕੇ ਦੇਖਦੇ ਹਾਂ ਤਾਂ ਗੁਰੂ ਸਾਹਿਬ ਜਿਹੜੇ ਹੈਗੇ ਉਹ ਕਹਿੰਦੇ ਨੇ ਕਿ ਇਹਨਾਂ ਸਾਰੀ ਪਦਾਰਥਾਂ ਦੇ ਵਾਸਤੇ ਜਿਹੜਾ ਹੈਗਾ ਤੇ ਹੰਕਾਰ ਆਦਿ ਬੁਰਾਈਆਂ ਦਾ ਸ਼ਿਕਾਰ ਹੋ ਜਾਂਦਾ, ਉਹ ਬੁਰਾਈਆਂ ਦੇ ਘੇਰੇ ਵਿੱਚ ਫਸ ਜਾਂਦਾ। ਗੁਰੂ ਸਾਹਿਬ ਨੇ ਮਨੁੱਖ ਨੂੰ ਇਹਨਾਂ ਤੋਂ ਸੁਚੇਤ ਕਰਦੇ ਹੋਏ ਸਮਝਾਉਂਦਾ, ਸਾਤੋਂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗਿਓ। ਕਾਮ ਕ੍ਰੋਧ ਤੇ ਮੋਹ ਦਾ ਵਸ ਪਾ ਕੇ ਮਨੁੱਖ ਜਿਹੜਾ ਹੈਗਾ ਪਰਮਾਤਮਾ ਤੋਂ ਦੂਰ ਹੋ ਜਾਂਦਾ। ਔਰ ਇਸ ਸਮੇਂ ਨਾਲ ਹੀ ਗੁਰੂ ਸਾਹਿਬ ਜਿਹੜੇ ਹੈਗੇ ਨੇ ਉਹ ਧਰਮ ਜਿਹੜਾ ਹੈਗਾ ਉਸ ਤੇ ਦੇਸ਼ ਨੂੰ ਉਸ ਸਮੇਂ ਦੇ ਜ਼ੁਲਮ ਅਤਿਆਚਾਰ ਤੋਂ ਬਚਾਉਣ ਦੀ ਵੀ ਗੱਲ ਕਰਦੇ ਨੇ। ਇਹ ਉਹ ਸਮਾਂ ਹੈ, ਕਿਉਂਕਿ ਇਸ ਚ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਊਂਗਾ, ਸਮਾਂ ਜਿਹੜਾ ਹੈਗਾ ਸਾਨੂੰ ਨਹੀਂ ਹੁੰਦਾ, ਘੱਟ ਹੈ। ਇਹ ਉਹ ਸਮਾਂ ਜਦੋਂ ਔਰੰਗਜ਼ੇਬ ਜਿਹੜਾ ਹੈਗਾ ਉਹ ਧਾਰਮਿਕ ਕੱਟੜਤਾ ਦੀ ਨੀਤੀ ਉੱਤੇ ਚੱਲ ਰਿਹਾ, ਦੇਸ਼ ਦੇ ਵਿੱਚ ਗੰਭੀਰ ਸੰਕਟ ਹੈ। ਇਹ ਗੁਰੂ ਸਾਹਿਬ ਦੀਨ ਦੁਖੀਆਂ ਦੀ ਗੱਲ ਸੁਣਦੇ ਨੇ, ਉਹਨਾਂ ਦੇ ਲਈ ਆਪਣਾ ਜੀਵਨ ਵੀ ਕੁਰਬਾਨ ਕਰਦੇ ਨੇ, ਤੇ ਗੁਰੂ ਸਾਹਿਬ ਲੋਕਾਂ ਨੂੰ ਸਮਝਾਉਣ ਲਈ ਆਪਾ ਤਿਆਗ ਕਰਦੇ ਨੇ, ਆਪਣੀ ਸਵੈ ਉਦਾਹਰਨ ਦਿੰਦੇ ਨੇ। ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਦੀ ਕਹਿਣੀ ਅਤੇ ਕਥਨੀ ਦੇ ਵਿੱਚ ਕੋਈ ਅੰਤਰ ਨਹੀਂ, ਜਿਸ ਤੋਂ ਇਸ ਗੱਲ ਤੋਂ ਜਦੋਂ ਪਤਾ ਲੱਗਦਾ ਹੈ ਕਿ ਭੈ ਕਹੋ ਕਿਉਂ ਦੇਤ ਨਹੀਂ ਭੈ ਮਨ ਤਾਨ, ਕਹੋ ਨਾਨਕ ਸੁਣ ਰਹੇ ਮਨਾ ਕਿਆ ਹੈ। ਉਹ ਆਪ ਨਾ ਉਹ ਕਹਿੰਦੇ ਨੇ ਕਿ ਨਾ ਤਾਂ ਭੈ ਮੰਨਣਾ ਤੇ ਨਾ ਭੈ ਦੇਣਾ ਹੈ, ਤੇ ਇਸ ਚੀਜ਼ ਨੂੰ ਉਹ ਆਪਣੇ ਜੀਵਨ ਤੇ ਵੀ ਅਪਣਾਉਂਦੇ ਨੇ ਜਦੋਂ ਉਹ ਸ਼ਹਾਦਤ ਦਿੰਦੇ ਨੇ। ਇਸ ਨੂੰ ਅੱਗੇ ਜਾ ਕੇ ਫਿਰ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਇਸ ਕਰਕੇ ਮੈਂ ਵਾਰ-ਵਾਰ ਇਸ ਗੱਲ ਤੇ ਕਹਿਣਾ ਕਿ ਗੁਰੂ ਸਾਹਿਬ ਦਾ ਜਿਹੜਾ ਜੀਵਨ ਹੈਗਾ ਉਹ ਨਿਰਾਸ਼ਾਵਾਦੀ ਨਹੀਂ ਹੈਗਾ, ਉਹ ਸਾਨੂੰ ਸਵੈ ਮਾਨ ਨਾਲ ਜਿਉਣਾ ਸਿਖਾਉਂਦਾ ਹੈ, ਕਮਜ਼ੋਰ ਮਨ ਨੂੰ ਹਲੂਣਾ ਦਿੰਦਾ ਹੈ, ਮੋਹ ਮਾਇਆ ਵਿੱਚ ਗਲਤਾਨ ਹੋਏ ਮਨੁੱਖ ਨੂੰ ਉਸ਼ਤਮ ਅਧਿਆਤਮਿਕ ਜੀਵਨ ਤੇ ਦਾ ਅਥਾਹ ਬਲ ਜਿਹੜਾ ਹੈਗਾ ਉਹ ਪ੍ਰਦਾਨ ਕਰਦਾ ਹੈ। ਸੋ ਗੁਰੂ ਸਾਹਿਬ ਦਾ ਜੀਵਨ ਦੀ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੇ ਗੁਰੂ ਪਹਿਲਾਂ ਦਾ ਜਿਹੜਾ ਜੀਵਨ ਹੈਗਾ ਉਸ ਦੀ ਥੋੜੀ ਜਿਹੀ ਗੱਲ ਕਰਕੇ ਫਿਰ ਅੱਗੇ ਚੱਲਦੇ ਆ। ਗੁਰੂ ਸਾਹਿਬ ਦਾ ਜਿਹੜਾ ਜਨਮ ਹੈਗਾ ਉਹ ਅਪ੍ਰੈਲ 1621 ਨੂੰ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਮਹਿਲ 6ਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪ ਪਰਿਵਾਰ ਦੇ ਵਿੱਚ ਸਭ ਤੋਂ ਛੋਟੇ ਸੀ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ ਤੇ ਬਾਬਾ ਅਟਲ ਆਪ ਦੇ 4 ਵੱਡੇ ਭਰਾ ਸੀ ਤੇ ਇੱਕ ਵੱਡੀ ਭੈਣ ਬੀਬੀ ਵੀਰੋ।
ਗੁਰੂ ਸਾਹਿਬ ਬਚਪਨ ਤੋਂ ਹੀ ਵਿਰਕਤ ਸੁਭਾਅ ਦੇ, ਸ਼ਾਂਤ ਸੁਭਾਅ ਦੇ ਸੀ, ਕਿਸੇ ਸੋਚ ਦੇ ਵਿੱਚ ਮਗਨ ਰਹਿੰਦੇ ਸੀ। ਤੇ ਪਰ ਬਚਪਨ ਦੇ ਵਿੱਚ ਹੀ ਆਪਨੇ ਸਮਸਤ ਵਿਦਿਆ, ਸੰਗੀਤ, ਧਰਮ ਦਾ ਜਿਹੜਾ ਗਿਆਨ ਸੀ ਉਹ ਪ੍ਰਾਪਤ ਕਰ ਲਿਆ ਸੀ। ਕਰਤਾਰਪੁਰ ਨਿਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਇਹਨਾਂ ਦਾ ਵਿਆਹ ਜਿਹੜਾ ਸੀ ਉਹ ਹੁੰਦਾ ਹੈ ਜਦੋਂ ਇਹਨਾਂ ਦੀ ਉਮਰ ਉਸ ਸਮੇਂ 15 ਸਾਲ ਦੀ ਹੈ। ਤੇ ਇਸੇ ਸਮੇਂ 1635 ਦੇ ਵਿੱਚ ਗੁਰੂ ਸਾਹਿਬ ਕਰਤਾਰਪੁਰ ਦੀ ਲੜਾਈ ਜਿਹੜੀ ਹੈਗੀ ਉਸ ਦੇ ਵਿੱਚ ਵੀ ਆਪਣੀ ਬਹਾਦਰੀ ਦੀ ਜੌਹਰ ਦਿਖਾਉਂਦੇ। ਬਚਪਨ ਦੇ ਵਿੱਚ ਇਹਨਾਂ ਦਾ ਨਾਮ ਤਿਆਗਮਲ ਸੀ, ਲੇਕਿਨ ਇਸ ਲੜਾਈ ਦੇ ਵਿੱਚ ਤਲਵਾਰ ਚਲਾ ਕੇ ਉਹਨਾਂ ਨੇ ਆਪਣੇ ਪਿਤਾ ਤੇ ਇੰਨਾ ਪ੍ਰਭਾਵ ਪਾਇਆ ਕਿ ਉਹਨਾਂ ਨੇ ਇਹਨਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਬਚਪਨ ਦੇ ਵਿੱਚ ਹੀ ਹਿੰਦੂ ਸਿੱਖ ਦੇ ਸਾਰੇ ਦਾਰਸ਼ਨਿਕ ਪੱਖ ਜਿਹੜੇ ਸੀ ਉਹਨਾਂ ਦਾ ਬੜੀ ਗਹਿਰਾਈ ਨਾਲ ਅਧਿਐਨ ਕੀਤਾ। ਗੁਰਮੁਖੀ ਤੋਂ ਇਲਾਵਾ ਬ੍ਰਜ ਭਾਸ਼ਾ ਤੇ ਸੰਸਕ੍ਰਿਤ ਦੇ ਵੀ ਉਹ ਗਿਆਤਾ ਸੀ। ਰਾਗ ਵਿਦਿਆ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸੀ, ਕਿਉਂਕਿ ਸਾਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਜਿੰਨੇ ਵੀ ਰਾਗ ਜਿਹੜੇ ਸ਼ਬਦ ਜਿਹੜੇ ਹੈਗੇ ਨੇ, ਸ਼ਲੋਕ ਜਿਹੜੇ ਹੈਗੇ ਨੇ ਉਹ ਲਿਖੇ ਨੇ, ਉਹ ਰਾਗਾਂ ਦੇ ਵਿੱਚ ਲਿਖੇ ਨੇ। ਗੁਰੂ ਸਾਹਿਬ ਨੇ ਰਾਗ ਜੈਜੈਵੰਤੀ ਜਿਹੜਾ ਹੈਗਾ ਇੱਕ ਨਵਾਂ ਰਾਗ ਜਿਹੜਾ ਸੀ ਉਸ ਦੇ ਵਿੱਚ ਆਪਣਾ ਬਾਣੀ ਜਿਹੜੀ ਹੈਗੀ ਆ ਉਹ ਲਿਖੀ। ਗੁਰੂ ਸਾਹਿਬ ਦੀ ਸ਼ਖਸੀਅਤ ਦੇ ਉੱਤੇ ਮਾਤਾ ਨਾਨਕੀ ਜੀ ਦਾ ਦਇਆ, ਕੋਮਲਤਾ ਦੇ ਪ੍ਰਭਾਵ, ਉਹਨਾਂ ਦੇ ਪਿਤਾ ਹਰਗੋਬਿੰਦ ਦੇ ਜ਼ੁਲਮ ਦੇ ਨਾਲ ਟਾਕਰਾ ਲੈਣ ਦਾ ਪ੍ਰਭਾਵ ਸਾਨੂੰ ਪ੍ਰਤੱਖ ਦਿਖਦਾ ਹੈ। ਬਾਬਾ ਬੁੱਢਾ ਜੀ ਦਾ ਉਹਨਾਂ ਦੇ ਕੋਮਲ ਮਾਲ ਦੇ ਉੱਤੇ ਰਹੱਸਵਾਦ ਦਾ ਪ੍ਰਭਾਵ ਪ੍ਰਤੱਖ ਦਿਖਾਈ ਦਿੰਦਾ ਹੈ। ਅਤੇ ਇਸ ਤਰ੍ਹਾਂ ਭਾਈ ਗੁਰਦਾਸ ਜਿਹੜੇ ਸੀ ਉਹਨਾਂ ਨੇ ਉਹਨਾਂ ਦੇ ਮਨ ਨੂੰ ਕਵਿਤਾ ਦੀ ਜਾਗ ਵੀ ਲਗਾਈ। ਤੋ ਗੁਰੂ ਸਾਹਿਬ ਦੇ ਜੀਵਨ ਉੱਤੇ ਕਈ ਪ੍ਰਮੁੱਖ ਹਸਤੀਆਂ ਜਿਹੜੀਆਂ ਸੀ ਉਹਨਾਂ ਦੀ ਝਲਕ ਜਿਹੜੀ ਹੈਗੀ ਆ ਉਹ ਸਾਨੂੰ ਦਿਖਾਈ ਦਿੰਦੀ ਹੈ। ਗੁਰੂ ਸਾਹਿਬ ਅਕਸਰ ਸਮਾਧੀ ਦੇ ਵਿੱਚ ਲੀਨ ਰਹਿੰਦੇ ਸੀ ਤੇ ਅਜਿਹੀ ਅਵਸਥਾ ਨੂੰ ਦੇਖਦੇ ਹੋਏ ਗੁਰੂ ਹਰਗੋਬਿੰਦ ਜੀ ਜਿਹੜੀ ਗੁਰਗੱਦੀ ਸੀ ਉਹ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਹਰ ਰਾਏ ਨੂੰ ਦਿੱਤੀ। ਤੇ ਗੁਰੂ ਹਰ ਰਾਏ ਜੀ ਦਾ ਜਿਹੜਾ ਗੁਰੂ ਕਾਲ ਦਾ ਜਿਹੜਾ ਸਮਾਂ ਹੈਗਾ ਉਹ 1645 ਤੋਂ ਲੈ ਕੇ 1661 ਤੱਕ ਦਾ ਹੈ। ਇਸ ਸਮੇਂ ਕਿਹਾ ਜਾਂਦਾ ਹੈ ਕਿ ਮਾਤਾ ਨਾਨਕੀ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਇਹ ਤੁਸੀਂ ਕੀ ਭਾਣਾ ਵਰਤਾ ਰਹੇ ਹੋ, ਤੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦੇ ਬਚਪਨ ਦੇ ਵਿੱਚ ਹੀ ਇਹ ਵੀ ਚਿੰਤਾ ਜਤਾਈ ਕਿ ਇਹ ਨਾ ਤਾਂ ਆਮ ਬੱਚਿਆਂ ਵਾਂਗ ਖੇਡਦੇ ਨਾ ਕੁਝ, ਤੇ ਇੱਕ ਚੁੱਪ ਰਹਿੰਦੇ ਨੇ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਮਾਂ ਆਉਣ ਤੇ ਇਹ ਚੁੱਪ ਜਿਹੜੀ ਹੈਗੀ ਆ ਇੱਕ ਵੱਡੇ ਬਦਲਾਅ ਜਿਹੜਾ ਉਹ ਲੈ ਕੇ ਆਵੇਗੀ। ਉਹਨਾਂ ਦੀ ਚੁੱਪ ਜਿਹੜੀ ਹੈਗੀ ਆ ਬਹੁਤ ਆਉਣ ਵਾਲੇ ਕਿਸੇ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨ ਲਈ ਹੈ। ਤੇ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਉਹ ਸਾਨੂੰ ਇਸ ਤੋਂ ਭਲੀ ਭਾਂਤ ਅਸੀਂ ਜਾਣੂ ਵੀ ਹੁੰਦੇ ਹਾਂ। ਸੋ ਗੁਰੂ ਹਰ ਰਾਏ ਜੀ ਜਦੋਂ 1661 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਤਾਂ ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜਿਹੜੇ ਹੈਗੇ ਉਹ ਗੁਰਗੱਦੀ ਉੱਤੇ ਬੈਠਦੇ ਨੇ। ਗੁਰੂ ਹਰਕ੍ਰਿਸ਼ਨ ਜੀ 8ਵੇਂ ਗੁਰੂ ਨੇ ਤੇ 1661 ਤੋਂ 64 ਦਾ ਸਮਾਂ ਜਿਹੜਾ ਹੈਗਾ ਗੁਰੂ ਹਰਕ੍ਰਿਸ਼ਨ ਜੀ ਦਾ ਬਹੁਤ ਥੋੜਾ ਸਮਾਂ ਗੁਰੂ ਕਾਲ ਦਾ ਉਹਨਾਂ ਦਾ। ਤੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹ ਇੱਕ ਲਫ਼ਜ਼ ਜਿਹੜਾ ਹੈਗਾ ਉਹ ਨਿਕਾਲਦੇ ਨੇ ਕਿ ਜਦੋਂ ਸੰਗਤ ਪੁੱਛਦੀ ਹੈ ਕਿ ਸਾਡਾ ਅਗਲਾ ਗੁਰੂ ਕੌਣ ਹੋਵੇਗਾ, ਕਹਿੰਦੇ ਬਾਬਾ ਬਕਾਲਾ, ਕਿ ਬਾਬਾ ਜਿਹੜਾ ਹੈਗਾ ਉਹ ਬਕਾਲੇ ਦੇ ਵਿੱਚ ਹੈ। ਇਸ ਸ਼ਬਦ ਜਿਹੜਾ ਸੀ ਉਹ ਸਿੱਖ ਇਤਿਹਾਸ ਦੇ ਵਿੱਚ ਕਾਫੀ ਸਮੱਸਿਆਵਾਂ ਖੜੀਆਂ ਕਰਦਾ ਹੈ। ਉਹਦਾ ਰੀਜ਼ਨ ਜਿਹੜਾ ਹੈਗਾ ਉਹ ਇਹ ਹੈ ਕਿ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਬਾਬਾ ਬਕਾਲਾ, ਗੁਰੂ ਸਾਹਿਬ ਦਾ ਸੰਕੇਤ ਬੜਾ ਸਪਸ਼ਟ ਹੈ, ਲੇਕਿਨ ਸੰਗਤ ਜਿਹੜੀ ਹੈਗੀ ਉਹ ਸਮਝ ਨਹੀਂ ਪਾ ਰਹੀ। ਤੇ ਇਸੇ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਬਕਾਲੇ ਦੇ ਵਿੱਚ ਜਿਹੜੇ ਮਸੰਦ ਸੀ ਉਹਨਾਂ ਨੇ ਆਪਣੀਆਂ ਮੰਜੀਆਂ ਡਾਲੀਆਂ। ਧੀਰਮਲ ਜਿਹੜਾ ਸੀ ਉਹ ਵੀ ਕਰਤਾਰਪੁਰ ਤੋਂ ਬਾਬਾ ਬਕਾਲਾ ਜਿਹੜਾ ਸੀ ਉੱਥੇ ਪਹੁੰਚ ਗਿਆ। ਗੁਰੂ ਸਾਹਿਬ ਦਾ ਸੰਕੇਤ ਕਿ ਬਾਬਾ ਬਕਾਲਾ ਕਿਉਂ? ਕਿਉਂਕਿ ਬਾਬਾ ਗੁਰਦਿੱਤਾ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਲੱਗਦੇ ਨੇ। ਬਾਬਾ ਗੁਰਦਿੱਤਾ ਜੀ ਤੇਗ ਬਹਾਦਰ ਦੇ ਵੱਡੇ ਭਰਾ ਨੇ, ਰਿਸ਼ਤੇ ਦੇ ਵਿੱਚ ਉਹ ਬਾਬਾ ਲੱਗੇ, ਦਾਦਾ ਲੱਗੇ। ਇਸ ਕਰਕੇ ਗੁਰੂ ਹਰਕ੍ਰਿਸ਼ਨ ਜੀ ਨੇ ਕਿਹਾ ਬਾਬਾ ਬਕਾਲਾ, ਰਿਸ਼ਤੇ ਨੂੰ ਨਿਭਾਉਂਦੇ ਹੋਏ। ਤੇ ਜਦੋਂ ਅਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖੀਏ ਥੋੜਾ ਜਿਹਾ ਤਾਂ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ ਬਾਬਾ ਸ਼ਬਦ। ਅਸੀਂ ਆਪਣੀ ਤੋਂ ਵੱਡੀ ਉਮਰ ਦੇ ਵਿਅਕਤੀ ਨੂੰ, ਗਿਆਨੀ ਮਹਾਂਪੁਰਸ਼ ਨੂੰ ਆਮ ਤੌਰ ਦੇ ਉੱਤੇ ਬਾਬਾ ਸ਼ਬਦ ਨਾਲ ਸੰਬੋਧਨ ਕਰਦੇ ਹਨ। ਤੇ ਗੁਰੂ ਸਾਹਿਬ ਕਿਉਂਕਿ ਉਹਨਾਂ ਦੇ ਦਾਦਾ ਦੇ ਸਮਾਨ ਸੀ, ਇਸ ਕਰਕੇ ਉਹਨਾਂ ਨੇ ਵੀ, ਗੁਰੂ ਹਰਕ੍ਰਿਸ਼ਨ ਜੀ ਨੇ ਵੀ ਤੇਗ ਬਹਾਦਰ ਜੀ ਨੂੰ ਬਾਬਾ ਸ਼ਬਦ ਜਿਹੜਾ ਦੇ ਨਾਲ ਸੰਬੋਧਨ ਕੀਤਾ।
लेकिन समय के हालात अजे सी कि वो बाबा शब्द जिहड़ा सी वो दो तरफी उसका दी वरतों होण लगी गुरु घर के विरोधियों द्वारा ते खास तौर ते धीरमल द्वारा। ਇਹਦੇ ਵਿੱਚ ਭਾਈ ਕੇਸਰ ਸਿੰਘ ਛਿੱਬੜ ਜਿਹੜਾ ਹੈਗਾ ਉਹ ਬੜੀਆਂ ਢੁਕਵੀਆਂ ਦਲੀਲਾਂ ਦਿੰਦੇ ਨੇ ਕਿ ਧੀਰਮਲ ਇਹ ਬਹੁਤ ਵੱਡੀ ਗਲਤੀ ਕਰ ਗਿਆ ਸੀ ਕਿ ਜੋ ਉਹ ਗੁਰਗੱਦੀ ਉੱਪਰ ਆਪਣਾ ਦਾਅਵਾ ਪੇਸ਼ ਕਰਦਾ ਹੈ। ਉਹ ਲਿਖਦਾ ਹੈ ਗੁਰਿਆਈ ਹੈ ਸਾਡੀ ਹਰ ਕ੍ਰਿਸ਼ਨ ਜੋ ਕਿਹਾ ਬਾਬੇ ਬਕਾਲਾ ਅਸੀਂ ਬਾਬੇ ਹਾਂ ਆਦਿ ਬਾਬੇ ਗੁਰਤੇਤੇ ਦੀ ਅਸੀਂ ਔਲਾਦ ਤੇਗ ਬਹਾਦਰ ਹੈ ਪੰਜਵੀਂ ਜਮਾਂ ਅਸੀਂ ਬਾਬੇ ਆ। पर भाई केसर सिंह छब्बड़ बंसाली नामा दे अगे फिर लिखता है कि धीरमल यह गल भुल गया कि गुरु हरकृष्ण जी स्वर्गवासी बाबे की गल नहीं कर रहे, वो जिउंदे बाबे की गल कर रहे हैं। ते बाबा गुरदित्ता जी इस समय तक स्वर्ग सुधार चुके सी। इसे करके वो लिखता है बंसाली नामे दे विच केसर सिंह बाबे बकाले जो उन कहा जो जीवदियां के मोया बह रहा बाबा गुरदित्ता ता स्वर्ग सुधाए बैठा सलामत बाबा तेग बहादुर आए, जिस तो एक गल बड़ी क्लीयर होती है। संगत ने भी जो गुरु हरगोबिंद साहब गुरु हरकृष्ण जी को पूछा कि तुहाडे तो बाद साडा गुरु कौन होएगा, तां गुरु साहब जिहड़े हैगे स्वरूपदास भुल्ला इहदे बारे महिमा प्रकाश दे विच लिखदा हम कित विद नित दर्शन करे किम करे चरण गुरु सेव अब कहाँ जोत प्रगट करो दीजे दासन पे। ते संगत की मनोदशा नूं समझते हुए गुरु साहब फरमा रहे हैं सुन बेनती सतगुर भये दयाल कह श्रीमुख बर बचन विशाल अब जाए दर्शन तुम करो बकाले तहां रहे बाबा जी दीन दयाले। सो ते केसर सिंह छिब्बड़ भी इस समय जी संगत की मनोदशा बयान कर रहे पर गुरु साहब गुरु तेग बहादुर जी ਜਿਹੜੇ ਤੇ ਗੁਰੂ ਹਰਕ੍ਰਿਸ਼ਨ ਜੀ ਨੇ ਇਹਨਾਂ ਨੂੰ ਗੁਰਗੱਦੀ ਦੇਣ ਵਾਸਤੇ 5 ਪੈਸੇ ਤੇ ਨਾਰੀਅਲ ਦੇ ਕੇ ਆਪਣੇ ਸਿੱਖ ਜਿਹੜੇ ਸੀ ਉਹਨਾਂ ਨੂੰ ਭੇਜ ਦਿੱਤਾ। ਉਹ ਗੁਰੂ ਸਾਹਿਬ ਕੋਲ ਬਾਬਾ ਬਕਾਲਾ ਪਹੁੰਚਦੇ ਨੇ ਤੇ ਗੁਰੂ ਸਾਹਿਬ ਜਿਹੜਾ ਹੈ ਉਹ ਨਾਰੀਅਲ ਤੇ 5 ਪੈਸੇ ਸਵੀਕਾਰ ਕਰਦੇ ਨੇ। ਪਰ ਇਹ ਸਮਾਂ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਦੋ ਤਰਫੀ ਸ਼ਬਦ ਆ ਬਾਬਾ ਧੀਰਮਲ ਤੇ ਹੋਰ ਜਿਹੜੇ ਸੋਢੀ ਬਾਬੇ ਨੇ उन्होंने इस समय गुंझलदार समस्यावां पैदा करदियां। सिख इतिहास दे विच इह ओह समां सी जिथे एक पासे लालसा सी दूजे पासे नेकी ते एक पासे झूठ खुदगर्जी लोभ हंकार ते दूजे पासे सबर संतोख दया ते निमरता सी क्योंकि गुरु साहब हजे तक संगत के सामने नहीं सी आए। बाबा भाई गुरदित्ता जी भाई दरगाह मल ਅਤੇ ਹੋਰ ਗੁਰਸਿੱਖ ਜਿਹੜੇ ਸੀ ਉਹ ਗੁਰੂ ਸਾਹਿਬ ਕੋਲ ਆ ਚੁੱਕੇ ਨੇ। ਗੁਰੂ ਸਾਹਿਬ ਨੇ ਗੁਰਗੱਦੀ ਜਿਹੜੀ ਹੈਗੀ ਆ ਉਹ ਲੈ ਲਈ ਹੈ ਪਰ ਕਿਉਂਕਿ ਉਹ ਬੜੇ ਸ਼ਾਂਤ ਸੁਭਾਅ ਦੇ ਮਾਲਕ ਨੇ ਤੇ ਵਿਰੋਧੀਆਂ ਦੇ ਸ਼ੋਰ ਸ਼ਰਾਬੇ ਦੇ ਕਾਰਨ ਕਰਕੇ ਸਿੱਖਾਂ ਦੇ ਜਿਹੜੀ ਬੇਚੈਨੀ ਵਧੀ ਹੋਈ ਸੀ ਹਜੇ ਉਹ ਚਾਹੁੰਦੇ ਸੀ ਕਿ ਸਮਾਂ ਨਹੀਂ ਆਇਆ, ਉਹ ਮਹਿਸੂਸ ਕਰ ਰਹੇ ਸੀ। ਇਸੇ ਸਮੇਂ संगत जिहड़ी सी वो बहुत वड्डी गिनती दे बकाले आउण लगी पर जदों वो बकाले पहुंच रहे ने तां उत्थे 22 बंदियां देख के निराश भी हो रहे ने। इस समय एक घटना घटती है मक्खन शाह दी, मैं उन्होंने स्किप करदा क्योंकि तुसीं सारे जने उस दे बारे भली भांत जानोगे किवें उहदा समुद्री बेड़ा डुੱਬਦਾ है ते किवें गुरु साहब उस नूं बचाउंदे ने ते वो सारी कहानी मैं जिहड़ी हैगी है साखी जिहड़ी हैगी है मैं स्किप करके अगे वधदा। ते जदों मक्खन शाह अपनी सुख पूरी करन वास्ते गुरु साहब को आता है बकाले ਤਾਂ ਉੱਥੇ 22 ਬੰਦਿਆਂ ਦੇਖ ਕੇ ਉਹ ਵੀ ਸ਼ਸ਼ੋਪੰਦ ਦੇ ਵਿੱਚ ਪੈ ਜਾਂਦਾ ਕਿ ਕਿਵੇਂ ਅਸਲੀ ਗੁਰੂ ਦੀ ਭਾਲ ਹੋਵੇ। ਅਖੀਰ ਉਹ 5-5 ਮੋਹਰਾਂ ਦਿੰਦਾ ਹੈ, ਮੱਥਾ ਟੇਕਦਾ, ਅੱਗੇ ਵਧਦਾ ਜਾਂਦਾ ਤੇ ਅਖੀਰ ਦੇ ਵਿੱਚ ਉਸ ਨੂੰ ਪਤਾ ਲੱਗਦਾ ਕਿ ਇੱਕ ਗੁਰੂ ਹੋਰ ਵੀ ਹੈ ਜੋ ਭੋਰੇ ਦੇ ਵਿੱਚ ਹੈ। ਤਾਂ ਉਹ ਉੱਥੇ ਜਾ ਕੇ ਉਹ ਗੁਰੂ ਸਾਹਿਬ ਅੱਗੇ ਜਦੋਂ 5 ਮੋਹਰਾਂ ਰੱਖਦਾ ਤਾਂ ਗੁਰੂ ਸਾਹਿਬ ਗੱਲ ਕਰਦੇ ਨੇ ਕਿ ਮੋਹਰਾਂ 5 ਨਹੀਂ 500 ਸੀ। ਤਾਂ ਇਮੀਡੀਏਟਲੀ ਉਹਨੂੰ ਸਮਝ ਆ ਜਾਂਦੀ ਹੈ ਕਿ ਅਸਲੀ ਗੁਰੂ ਇਹ ਹੀ ਹੈ ਅਤੇ ਗੁਰੂ ਸਾਹਿਬ अगे वो 500 मोहरा रख के मत्था टेकदा है। सुखा सिंह गुरबख्श पातशाही दास दे विच इस गल दी गल करदा है 5 अशरफी अगर निहारी असी बरकत ते प्रभु सु उचारी कैसे है ये मोहर सु 5 अजमत मांगत बुझ सहसाच मोहर 505 जो मन्नत हमारी दे जो कुछ घनी जू लोर है हमरी कर फिर ले। ਜਦੋਂ ਗੁਰੂ ਸਾਹਿਬ ਦੇ ਇਹ ਸ਼ਬਦ ਸੁਣਦਾ ਹੈ ਮੱਖਣ ਸ਼ਾਹ ਤੋਂ ਬਹੁਤ ਖੁਸ਼ ਹੁੰਦਾ ਹੈ ਤੇ ਇਮੀਡੀਏਟਲੀ ਬਾਹਰ ਆ ਕੇ ਛੱਤ ਚੜ ਕੇ ਉੱਚੀ ਉੱਚੀ ਕਹਿੰਦਾ ਹੈ ਕਿ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ।
ਮਹਿਮਾ ਪ੍ਰਕਾਸ਼ ਜਿਹੜਾ ਹੈਗਾ ਉਹ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ। ਚੜ ਉੱਚੇ ਮੰਦਰ ਫੇਰ ਸੁਣਾਇਆ ਆਵੋ ਗੁਰਸਿੱਖ ਮੈਂ ਸਤਿਗੁਰ ਲਾਤਾ ਜਾ ਕੇ ਮਹਿਮਾ ਅਗਮ ਅਗਾ। ਤੇ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜਿਹੜਾ ਹੈਗਾ ਉਹ ਸੂਰਜ ਪ੍ਰਕਾਸ਼ ਦੇ ਵਿੱਚ ਕਹਿੰਦਾ ਹੈ ਤੇ ਕਿ ਮੱਖਣ ਸ਼ਾਹ ਕਿਵੇਂ ਉੱਚੀ ਉੱਚੀ ਕਹਿ ਰਿਹਾ ਹੈ ਭੋਲੀਏ ਸੰਗਤ ਸੁਨ ਸੁਕਾਨ ਸਤਿਗੁਰ ਲਦਾ ਮਹਿਤ ਬਹਾਨ ਸੰਸੇ ਭਰਮ ਹਿਰਦੈ ਕੇ ਕੋ ਤਜ ਕੇ ਜਨਮ ਸੁਧਾਰਿਆ ਸ਼੍ਰੀ ਗੁਰੂ ਪੰਜ ਕੇ। ਗੁਰੂ ਸਾਹਿਬ ਕੋਲ ਆਓ, ਆਪਣਾ ਜਿਹੜਾ ਸੰਸਥੇ ਨੇ ਉਹ ਸਾਰੇ ਦੂਰ ਹੋ ਗਏ ਨੇ। ਉਹ ਇਸ ਤਰ੍ਹਾਂ ਜਿਹੜੇ ਹੈਗੀਆਂ ਈਵਨ ਸੰਤ ਗੁਲਾਬ ਸਿੰਘ ਇਹਦੇ ਹੱਥ ਲਿਖਤ ਜਿਹੜਾ ਹੈਗੀ ਸਕ੍ਰਿਪਟ ਸਾਨੂੰ ਮਿਲਦੀ ਆ, ਜਿਹਦਾ ਸਕ੍ਰਿਪਟ ਦਾ ਨਾਮ ਹੈ ਬੱਪੂ ਤਿਆਗ ਤੇਗ ਬਹਾਦਰ ਜੀ ਦਾ। ਇਹ ਖਰੜਾ ਹੈਗਾ ਅੰਮ੍ਰਿਤਸਰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਪਿਆ। ਉੱਥੇ ਜਦੋਂ ਇਹ ਰੈਫਰੈਂਸ ਵੀ ਸਾਨੂੰ ਉਹਦੇ ਵਿੱਚ ਮਿਲਦਾ ਹੈ ਕਿ ਗੁਰੂ ਕਿਵੇਂ ਉੱਚੀ ਉੱਚੀ ਪੁਕਾਰਦਾ ਹੈ ਕਿ ਗੁਰੂ ਸਾਹਿਬ ਮਿਲ ਗਏ ਨੇ ਤੇ ਤੁਸੀਂ ਉਹ ਸਾਰੇ ਉਹਦੀ ਸ਼ਰਨ ਦੇ ਵਿੱਚ ਆਓ। ਇਹ ਜੇ ਕਿਸੇ ਨੇ ਦੇਖਣਾ ਵੀ ਹੋਵੇ ਤਾਂ ਖਰੜਾ ਨੰਬਰ 525 ਆ ਤੇ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਪਿਆ। ਸੋ ਕਹਿਣ ਦਾ ਮਤਲਬ ਕਿ ਹੁਣ ਵੱਡੀ ਗਿਣਤੀ ਦੇ ਸੰਗਤ ਜਿਹੜੀ ਸੀ ਗੁਰੂ ਸਾਹਿਬ ਕੋਲ ਆਉਣ ਲੱਗੀ। ਸ਼ਹੀਦ ਬਲਾਸ ਦੇ ਵਿੱਚ ਭਾਈ ਮਨੀ ਸਿੰਘ ਜਿਹੜਾ ਹੈਗਾ ਉਸ ਦੇ ਵਿੱਚ ਵੀ ਸਾਨੂੰ ਇਸ ਦੀ ਸਾਰੀ ਜਾਣਕਾਰੀ ਮਿਲਦੀ ਹੈ। ਮਤਲਬ ਜਿੰਨੇ ਵੀ ਸਾਡੇ ਕੋਲ ਗੁਰਮੁਖੀ ਸਰੋਤ ਨੇ ਉਹਨਾਂ ਦੇ ਵਿੱਚ ਸਾਰਾ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਗੁਰੂ ਸਾਹਿਬ ਜਿਹੜੇ ਹੈਗੇ ਨੇ ਉਹ ਸੰਗਤ ਦੇ ਸਾਹਮਣੇ ਆਉਂਦੇ ਨੇ। ਜਦੋਂ ਮੱਖਣ ਸ਼ਾਹ ਜਿਹੜਾ ਹੈਗਾ ਉਹ ਦੇ ਕਹਿਣ ਤੇ ਸੰਗਤ ਜਿਹੜੀ ਹੈਗੀ ਹੈ ਗੁਰੂ ਸਾਹਿਬ ਦਰਸ਼ਨ ਕਰਨ ਲਈ ਆਉਂਦੀ ਹੈ ਤਾਂ ਅਗਸਤ 11 1664 ਨੂੰ ਗੁਰਗੱਦੀ ਤੇ ਗੁਰੂ ਸਾਹਿਬ ਵਿਰਾਜਦੇ ਨੇ, ਲੋਕਾਂ ਸਾਹਮਣੇ ਆਉਂਦੇ ਨੇ ਤੇ ਇਸ ਸਮੇਂ ਜਿਹੜਾ ਹੈਗਾ ਕੜਾਹ ਪ੍ਰਸ਼ਾਦ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਂਦਾ, ਕੀਰਤਨ ਹੁੰਦਾ ਹੈ ਤੇ ਗੁਰੂ ਸਾਹਿਬ ਜਿਹੜੇ ਹੈਗੇ ਨੇ ਉਹ ਲੋਕਾਂ ਸਾਹਮਣੇ ਆਉਂਦੇ ਨੇ। ਪਰ ਇਸੇ ਸਮੇਂ ਜਿਹੜੀ ਦੂਜੀ ਸਮੱਸਿਆ ਆਉਂਦੀ ਹੈ, ਜਦੋਂ ਸਾਰਾ ਕੁਝ ਹੋ ਰਿਹਾ ਹੁਣ ਜਿਹੜੇ ਮੰਜੀਦਾਰ ਹੈਗੇ ਨੇ ਜਿਨ੍ਹਾਂ ਨੇ ਇਸ ਗੁਰੂ ਸ਼ਬਦ ਜਾਂ ਬਾਬਾ ਸ਼ਬਦ ਦੇ ਆਪਣੇ ਹਿਸਾਬ ਦੇ ਨਾਲ ਅਰਥ ਕੱਢੇ ਸੀ ਉਹ ਉੱਥੋਂ ਜਾਣੇ ਸ਼ੁਰੂ ਹੋ ਗਏ। ਧੀਰਮਾਲ ਹਜੇ ਉੱਥੇ ਆ ਤੇ ਇਸ ਸਮੇਂ ਦੇ ਵਿੱਚ ਹੀ ਧੀਰਮਾਲ ਜਿਹੜਾ ਹੈਗਾ ਮਸੰਦ ਮਸੀਹ ਦੇ ਨਾਲ ਰਲ ਕੇ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਾਉਂਦਾ ਹੈ। ਜਦੋਂ ਮੱਖਣ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਸਿੱਖ ਸੰਗਤ ਦੇ ਨਾਲ ਇਮੀਡੀਏਟਲੀ ਧੀਰਮਾਲ ਦੇ ਘਰ ਹਮਲਾ ਕਰਦਾ ਹੈ। ਉੱਥੋਂ ਉਸ ਨੂੰ ਇੱਕ ਹੱਥ ਲਿਖਤ ਬੀੜ ਜਿਹੜੀ ਹੈਗੀ ਆ ਉਹ ਮਿਲਦੀ ਹੈ ਤੇ ਹੋਰ ਸਮਾਨ ਮਿਲਦਾ, ਉਹ ਲੈ ਕੇ ਗੁਰੂ ਸਾਹਿਬ ਕੋਲ ਆਉਂਦਾ। ਗੁਰੂ ਸਾਹਿਬ ਉਸ ਗੋਲੀ ਉਹਨਾਂ ਦੇ ਮੋਢੇ ਤੇ ਟੱਚ ਹੁੰਦੀ ਹੈ ਲੇਕਿਨ ਬਚ ਜਾਂਦੇ ਨੇ ਤੇ ਗੁਰੂ ਸਾਹਿਬ ਜਿਹੜੇ ਹੈਗੇ ਉਹ ਕਹਿੰਦੇ ਨੇ ਮੱਖਣ ਸ਼ਾਹ ਨੂੰ ਕਿ ਸਾਰਾ ਉਸ ਨੂੰ ਵਾਪਸ ਕਰ ਦੇਵੇ। ਇੱਥੇ ਫਿਰ ਬੜੀ ਵਧੀਆ ਗੱਲ ਗੁਰੂ ਸਾਹਿਬ ਜਿਹੜੀ ਹੈਗੀ ਸਾਨੂੰ ਦੱਸਦੇ ਨੇ। ਉਹ ਗੁਰੂ ਸਾਹਿਬ ਧੀਰਮਾਲ ਨੂੰ ਮੋੜਨ ਦਾ ਆਦੇਸ਼ ਵੀ ਦਿੰਦੇ ਨੇ, ਜੋ ਹਮਰੇ ਟਿਕ ਧਨ ਕਰ ਪਾਇਓ ਸੱਚ ਦੇਵੇ ਤਿਸ ਟਿੰਗ ਪਹੁੰਚਾਇਓ, ਕਿ ਜਿਹੜਾ ਸਾਮਾਨ ਸਾਡਾ ਨਹੀਂ ਹੈਗਾ ਉਹ ਵਾਪਸ ਪਹੁੰਚਾਓ। ਤੇ ਨਾਲ ਦੀ ਨਾਲ ਉਹ ਮਨੁੱਖ ਨੂੰ ਇੱਕ ਸੁਨੇਹਾ ਦੇ ਰਹੇ ਨੇ, ਇੱਕ ਸਿੱਖਿਆ ਦੇ ਰਹੇ ਨੇ ਕਿ ਮਨੁੱਖ ਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਕ੍ਰੋਧ ਕਾਰਨ ਕਰਕੇ ਮੱਖਣ ਸ਼ਾਹ ਨੇ ਇਹ ਹਮਲਾ ਕੀਤਾ। ਕ੍ਰੋਧ ਕਰਨ ਵਾਸੀ ਮਸੰਦ ਮਸੀਹ ਦੇ ਰਾਹੀਂ ਮਿਲ ਕੇ ਧੀਰਮਾਲ ਜਿਹੜਾ ਸੀ ਉਸਨੇ ਗੁਰੂ ਸਾਹਿਬ ਤੇ ਗੋਲੀ ਚਲਾਈ। ਤੋ ਇਸ ਕਰਕੇ ਗੁਰੂ ਸਾਹਿਬ ਜਿਹੜੇ ਹੈਗੇ ਮਨੁੱਖ ਨੂੰ ਸਮਝਾਉਂਦੇ ਨੇ ਕਿ ਸਾਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ। ਕਠਨ ਕ੍ਰੋਧ ਘਟ ਹੀ ਕੇ ਭੀਤਰੀ ਜੈ ਸੁਧ ਸੁਖ ਵਿਸਰਾਈ ਰਤਨ ਗਿਆਨ ਸਭ ਕੋ ਹਰ ਲੀਨਾ ਤਾਂ ਸਿਓ ਕੁਛ ਨਾ ਵਸਾਈ। ਸਿਰਫ ਇਹੀ ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਕਿ ਮਨੁੱਖ ਨੂੰ ਜਾਂ ਇੱਕ ਗੁਰਸਿੱਖ ਜਿਹੜਾ ਹੈਗਾ ਉਸ ਨੂੰ ਕ੍ਰੋਧ ਸੋਭਦਾ ਹੀ ਨਹੀਂ, ਉਸ ਨੂੰ ਖਿਮਾ ਕਰਨੀ ਚਾਹੀਦੀ ਹੈ। ਤੇ ਇਸੇ ਕਰਕੇ ਜਦੋਂ ਅਸੀਂ ਇਹ ਦੇਖਦੇ ਹਾਂ ਤਾਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਲਿਖਿਆ ਗੁਰੂ ਸਾਹਿਬ ਜੋ ਕਹਿੰਦੇ ਨੇ ਕਰਨੀ ਛਿਮਾ ਤਹਾਂ ਤਪ ਜਾਨ ਛਿਮਾ ਕਰਨੀ ਹੀ ਦੈਬੋ ਦਾਨ ਛਿਮਾ ਸ਼ਕਲ ਤੀਰਥ ਇਸ਼ਨਾਨ ਛਿਮਾ ਕਰਤ ਨਰ ਕੀ ਕਲਿਆਣ ਛਿਮਾ ਸਮਾਨ ਆਨ ਗੁਣ ਨਾਹੀ ਯਾਤੇ ਛਿਮਾ ਤਰ ਹੈ ਮਨ ਮਾਹੀ। ਰਾਸ 11ਵੀਂ ਅਸੂ ਦੇ ਵਿੱਚ ਅਸੂ 18ਵੀਂ ਦੇ ਵਿੱਚ ਜਿਹੜਾ ਹੈਗਾ ਇਹ ਸਾਨੂੰ ਲਿਖਿਆ ਮਿਲਦਾ ਸੰਤੋਖ ਸਿੰਘ ਦੁਆਰਾ। ਸੋ ਸਿੱਖ ਜਿਹੜੇ ਹੈਗੇ ਉਹ ਸਾਰਾ ਸਮਾਨ ਵਾਪਸ ਧੀਰਮਾਲ ਨੂੰ ਕਰਿਆ ਹੁੰਦਾ, ਲੇਕਿਨ ਉਹ ਬੀੜ ਜਿਹੜੀ ਹੈਗੀ ਆ ਉਹ ਵਾਪਸ ਨਹੀਂ ਕਰਦੇ। ਇਹ ਆਦਿ ਗ੍ਰੰਥ ਦੀ ਬੀੜ ਜਿਹੜੀ ਹੈਗੀ ਹੈ ਜਿਸ ਨੂੰ ਪੋਥੀ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਹੈ, ਉਹ ਸਿੱਖ ਆਪਣੇ ਕੋਲ ਰੱਖ ਲੈਂਦੇ ਨੇ। ਧੀਰਮਾਲ ਜਿਹੜਾ ਸੀ ਉਹ ਵੀ ਅਸਲ ਦੇ ਵਿੱਚ ਕਰਤਾਰਪੁਰ ਤੋਂ ਇੱਥੇ ਇਸੇ ਕਰਕੇ ਆਇਆ ਸੀ ਕਿ ਉਸ ਦੇ ਕੋਲੇ ਪੋਥੀ ਸਾਹਿਬ ਸੀ ਤੇ ਪੋਥੀ ਸਾਹਿਬ ਕਰਕੇ ਹੀ ਉਹ ਆਪਣਾ ਹੱਕ ਜਿਹੜਾ ਸੀਗਾ ਗੁਰੂ ਘਰ ਦੇ ਉੱਤੇ ਸਮਝਦਾ ਸੀ। ਹੁਣ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਬਾਬਾ ਬਕਾਲਾ ਜਿਹੜਾ ਹੈਗਾ ਇੱਥੇ ਕਾਫੀ ਵਿਰੋਧ ਹੋ ਰਿਹਾ ਧੀਰਮਾਲ ਦੁਆਰਾ ਤੇ ਉਹਨਾਂ ਨੇ ਇਸ ਵਿਰੋਧ ਤੋਂ ਬਚਣ ਦੇ ਲਈ
ਅਤੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਇੱਕ ਪ੍ਰੋਗਰਾਮ ਲਿਖਿਆ ਕਿ ਉਹ ਹਰਿਮੰਦਰ ਸਾਹਿਬ ਜਾਣਗੇ। ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਨਾਲ ਹਰਿਮੰਦਰ ਸਾਹਿਬ ਜਾ ਰਹੀ ਹੈ ਤੇ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਹਰਿਮੰਦਰ ਸਾਹਿਬ ਦੇ ਵਿੱਚ ਤਾਂ ਉੱਥੇ ਫਿਰ ਹਰ ਜੀ ਜੋ ਮੀਰਾ ਸੰਪਰਦਾ ਦੇ ਨੇ ਉਹਨਾਂ ਦੇ ਜਿਹੜੇ ਮਸੰਦ ਹੈਗੇ ਨੇ ਉਹਨਾਂ ਨੇ ਦਰਬਾਰ ਸਾਹਿਬ ਦੇ ਜਿਹੜੇ ਦਰਵਾਜ਼ੇ ਨੇ ਉਹ ਬੰਦ ਕਰ ਲਏ ਤੇ ਗੁਰੂ ਸਾਹਿਬ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਗੁਰੂ ਸਾਹਿਬ ਉੱਥੇ ਹੀ ਨਜ਼ਦੀਕ ਅਕਾਲ ਤਖਤ ਦੇ ਖੜਾ ਸਾਹਿਬ ਦੇ ਬਹਿ ਕੇ ਕੁਝ ਸਮਾਂ ਬੈਠੇ, ਉੱਥੋਂ ਹੀ ਉਹ ਵਾਪਸ ਆ ਗਏ ਤੇ ਉੱਥੋਂ ਵੱਲਾ ਪਿੰਡ ਪਹੁੰਚੇ। ਜਦੋਂ ਇਹ ਸਾਰਾ ਗੱਲ ਦਾ ਪਤਾ ਲੱਗ ਰਿਹਾ ਸੀ ਤਾਂ ਸਿੱਖਾਂ ਦੇ ਵਿੱਚ ਇੱਕ ਬੇਚੈਨੀ ਵਧੀ। ਉੱਥੋਂ ਦੀ ਲੋਕਲ ਸੰਗਤ ਸੀ ਵੱਲਾ ਪਿੰਡ ਜਦੋਂ ਆ ਰਹੇ ਨੇ, ਉਹ ਜਦੋਂ ਵੱਲਾ ਪਿੰਡ ਪਹੁੰਚਦੇ ਨੇ ਤਾਂ ਉੱਥੋਂ ਦੀਆਂ ਮਾਈਆਂ ਜਿਹੜੀਆਂ ਸੀ ਉਹਨਾਂ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ। ਇੱਥੇ ਫਿਰ ਇੱਕ ਸ਼ਬਦ ਆ ਜਿਹੜਾ ਧਿਆਨ ਨਾਲ ਸੁਣਿਓ ਕਿ ਆਮ ਤੌਰ ਦੇ ਉੱਤੇ ਲਿਖਿਆ ਆ ਰਿਹਾ ਕਿ ਗੁਰੂ ਸਾਹਿਬ ਜਦੋਂ ਅੰਮ੍ਰਿਤਸਰ ਤੋਂ ਵੱਲਾ ਪਿੰਡ ਆ ਰਹੇ ਨੇ ਤਾਂ ਉੱਥੇ ਇੱਕ ਸ਼ਬਦ ਉਚਾਰਦੇ ਨੇ, ਅੰਮ੍ਰਿਤਸਰੀਏ ਅੰਦਰ ਸਰੀਏ। ਇਹ ਆਮ ਸਾਡੇ ਜਿਹੜੀ ਹੈਗੀ ਆ ਵਰਤੋਂ ਦੇ ਵਿੱਚ ਸ਼ਬਦ ਜਿਹੜਾ ਹੈਗਾ ਉਹ ਆ ਰਿਹਾ। ਜਦੋਂ ਮੈਂ ਇਹ ਸਾਰਾ ਕੁਝ ਵਤਾਰਾ ਦੇਖ ਰਿਹਾ ਸੀ, ਇਹਨੂੰ ਪੜ੍ਹ ਰਿਹਾ ਸੀ ਕਿਉਂਕਿ ਸ਼ਤਾਬਦੀ ਦੇ ਕਾਰਨ ਕਰਕੇ, ਤਾਂ ਮੈਂ ਮਹਿਸੂਸ ਕੀਤਾ ਕਿ ਇਹ ਸ਼ਬਦ ਜਿਹੜਾ ਹੈਗਾ ਗੁਰੂ ਸਾਹਿਬ ਨਹੀਂ ਉਚਾਰ ਸਕਦੇ। ਗਲਤੀ ਮਸੰਦਾਂ ਦੀ ਹੈ, ਅੰਮ੍ਰਿਤਸਰ ਦੇ ਲੋਕਾਂ ਦੀ ਤਾਂ ਨਹੀਂ, ਅੰਮ੍ਰਿਤਸਰ ਦੀ ਸੰਗਤ ਦੀ ਤਾਂ ਨਹੀਂ, ਤੇ ਫਿਰ ਉਹ ਕਿਵੇਂ ਸ਼ਬਦ ਕਹਿ ਸਕਦੇ ਨੇ ਕਿ ਅੰਮ੍ਰਿਤਸਰੀਏ ਅੰਦਰ ਸੜੀਏ। ਦੂਸਰੀ ਗੱਲ, ਸਾਨੂੰ ਗੁਰੂ ਸਾਹਿਬ ਦੇ ਜੀਵਨ ਨੂੰ ਦੇਖਦੇ ਹੋਏ ਜਦੋਂ ਉਹਨਾਂ ਤੇ ਗੋਲੀ ਚੱਲੀ, ਜਦੋਂ ਜਿਹੜੇ ਮਸੰਦ ਹੈਗੇ ਨੇ ਉਹ ਗੁਰੂ ਘਰ ਦੇ ਉੱਤੇ ਆਪਣਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਗੁਰੂ ਸਾਹਿਬ ਤਾਂ ਉਦੋਂ ਵੀ ਸ਼ਾਂਤ ਨੇ। ਇਸ ਤੋਂ ਪਹਿਲਾਂ ਗੁਰੂਸ਼ਿਪ ਲੈਣ ਦੇ ਲਈ ਵੱਖ-ਵੱਖ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਉਹਨਾਂ ਨੇ ਕੀ ਕੁਛ ਨਹੀਂ ਕੀਤਾ, ਅਸੀਂ ਸਾਰੇ ਜਾਣਦੇ ਹਾਂ। ਤੇ ਗੁਰੂ ਸਾਹਿਬ ਇਹ ਸ਼ਬਦ ਕਿਵੇਂ ਕਹਿ ਸਕਦੇ ਨੇ ਕਿ ਅੰਮ੍ਰਿਤਸਰੀਏ ਅੰਦਰ ਸੜੀਏ? ਗੁਰੂ ਸਾਹਿਬ ਦਾ ਜਨਮ ਸਥਾਨ ਵੀ ਅੰਮ੍ਰਿਤਸਰ ਹੈ। ਸੋ ਜਦੋਂ ਮੈਂ ਇਸ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ ਤਾਂ ਭਾਈ ਸੰਤੋਖ ਸਿੰਘ ਦੀ ਸਾਨੂੰ ਇੱਕ ਲਿਖ ਜਿਹੜੀ ਹੈਗੀ ਉਹ ਸਾਡੇ ਸਾਹਮਣੇ ਆਈ। ਰਾਸ 11ਵੀਂ ਅੰਸੂ ਦੇ ਵਿੱਚ ਉਹ ਲਿਖਦੇ ਨੇ, ਨਹੀਂ ਮਸੰਦ ਤੁਮ ਅੰਮ੍ਰਿਤਸਰੀਏ ਤਿਸ਼ਨਾਗਨ ਤੇ ਅੰਤਰ ਸਰੀਏ। ਕਾਫੀ ਲੰਬੀ ਹੈ, ਜਿਹੜਾ ਮੈਂ ਫਿਰ ਰਿਪੀਟ ਕਰਦਾ, ਨਹੀਂ ਮਸੰਦ ਤੁਮ ਅੰਮ੍ਰਿਤਸਰੀਏ। ਉਹ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਦੇ ਮਸੰਦ ਨਹੀਂ। ਕਿਉਂ? ਤਿਸ਼ਨਾਗਨ ਤੇ ਅੰਤਰ ਸਰੀਏ, ਕਿ ਤੁਹਾਡੇ ਚ ਲੋਭ ਇੰਨਾ ਆ ਗਿਆ ਕਿ ਤੁਹਾਡਾ ਅੰਦਰ ਤੱਕ ਸੜ ਗਿਆ। ਲੇਕਿਨ ਸਮੇਂ ਦੇ ਨਾਲ ਸ਼ਬਦਾਵਲੀ ਕੀ ਬਣ ਗਈ? ਅੰਤਰ ਸਰੀਏ ਦੀ ਥਾਂ ਤੇ ਅੰਦਰ ਸੜੀਏ ਸ਼ਬਦ ਜਿਹੜਾ ਹੈਗਾ ਉਹ ਸਾਡੇ ਆਮ ਬੋਲਚਾਲ ਦੇ ਵਿੱਚ ਆ ਗਿਆ ਤੇ ਗੱਲ ਕੀ ਬਣ ਗਈ? ਅੰਮ੍ਰਿਤਸਰੀਏ ਅੰਦਰ ਸੜੀਏ, ਜਦੋਂ ਕਿ ਕਿਹਾ ਸੀ ਅੰਮ੍ਰਿਤਸਰੀਏ ਤਿਸ਼ਨਾਗਨ ਤੇ ਅੰਤਰ ਸਰੀਏ। ਉਹ ਮਸੰਦਾਂ ਨੂੰ ਸੰਬੋਧਨ ਕਰ ਰਹੇ ਨੇ। ਸੋ ਇਸ ਦਾ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਜ਼ਰੂਰ ਸੋਚ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਤੇ ਕਿਵੇਂ ਇਹ ਤੁਕ ਵਿਗੜ ਗਈ, ਕਿਵੇਂ ਇਹ ਤੁਕ ਸਾਡੇ ਬੋਲਚਾਲ ਦੇ ਵਿੱਚ ਆ ਗਈ, ਇਹ ਮੈਨੂੰ ਨਹੀਂ ਸਮਝ ਆਈ। ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਗੁਰੂ ਸਾਹਿਬ ਵੱਲੇ ਪਿੰਡ ਜਿਹੜੇ ਹੈਗੇ ਆਏ ਤਾਂ ਉੱਥੋਂ ਦੀ ਮਾਈਆਂ ਤੋਂ ਖੁਸ਼ ਹੋ ਕੇ ਉਹਨਾਂ ਨੇ ਵਰ ਦਿੱਤਾ, ਮਾਈਆਂ ਰੱਬ ਰਚਾਈਆਂ। ਇੱਕ ਪਾਸੇ ਵਰ ਦੇ ਰਹੇ ਤੇ ਇੱਕ ਪਾਸੇ ਸ਼ਰਾਬ, ਇਹ ਕਿਵੇਂ ਹੋ ਸਕਦਾ? ਸਿੱਖ ਫਿਲਾਸਫੀ ਦੇ ਵਿੱਚ ਸ਼ਰਾਬ ਜਿਹੜਾ ਹੈਗਾ ਉਹ ਦੇਣਾ ਵਰਜਿਤ ਹੈ। ਇਸ ਕਰਕੇ ਦੋਸਤੋ, ਜਦੋਂ ਅਸੀਂ ਜਦੋਂ ਇਸ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਸ ਸਮੇਂ ਹਰਦੀ ਜੋ ਮੀਨਾ ਸੰਪਰਦਾ ਦੇ ਮੋਢੀ ਸੀ ਤੇ ਦਰਬਾਰ ਸਾਹਿਬ ਦੇ ਮੋਢੀ ਨੇ, ਉੱਥੇ ਉਹਨਾਂ ਦੇ ਧਿਆਨ ਦੇ ਅੰਦਰ ਹੀ ਦਰਬਾਰ ਸਾਹਿਬ ਜਿਹੜਾ ਹੈਗਾ ਉਹਦੀ ਦੇਖ ਰੇਖ ਹੋ ਰਹੀ ਸੀ। ਇਹ ਕਿਹਾ ਜਾਂਦਾ ਹੈ ਕਿ ਹਰਜੀ ਉਸ ਸਮੇਂ ਨਹੀਂ, ਪਰ ਇਹ ਵੀ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਿਨਾਂ ਹਰਜੀ ਦੇ ਇਸ਼ਾਰੇ ਤੇ ਮਸੰਦਾਂ ਦੀ ਇੰਨੀ ਹਿੰਮਤ ਨਹੀਂ ਕਿ ਉਹ ਦਰਬਾਰ ਸਾਹਿਬ ਦੇ ਗੁਰੂ ਸਾਹਿਬ ਨੂੰ ਜ਼ਾਤ ਨਾ ਦੇਣ ਜਾਣ ਦੀ। ਇੱਕ ਸਬਆਰਡੀਨੇਟ ਜਿਹੜੇ ਹੈਗਾ ਉਹ ਆਪਣੇ ਆਫਿਸਰ ਦੇ ਆਦੇਸ਼ਾਂ ਤੋਂ ਬਿਨਾਂ ਕਿਸੇ ਦੂਸਰੇ ਆਫਿਸਰ ਨੂੰ ਜਾਣ ਤੋਂ ਰੋਕ ਸਕਦੇ। ਜੇ ਅਸੀਂ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਸੋਚੀਏ, ਹਰਜੀ ਪ੍ਰਮੁੱਖ ਆ ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਹਰਜੀ ਦਾ ਸੰਕੇਤ ਜ਼ਰੂਰ ਹੋਊਗਾ ਮਸੰਦਾਂ ਨੂੰ, ਤਾਂ ਹੀ ਉਹ ਏਡੀ ਵੱਡੀ ਜੁਰਤ ਕਰ ਸਕੇ ਨੇ। ਸੋ ਜਦੋਂ ਉਹ ਵੱਲਾ ਪਿੰਡ ਆਏ ਤਾਂ ਵੱਲਾ ਤੋਂ ਗੁਰੂ ਸਾਹਿਬ ਗੋਇੰਦਵਾਲ, ਖਡੂਰ, ਤਰਨਤਾਰਨ ਆਦਿ ਦੇ ਥਾਵਾਂ ਦੀ ਯਾਤਰਾ ਕਰਦੇ, ਫਿਰ ਬਾਬਾ ਬਕਾਲਾ ਆ ਜਾਂਦੇ ਨੇ।
ਜਦੋਂ ਬਕਾਲੇ ਆਉਂਦੇ ਨੇ ਤਾਂ ਬਕਾਲੇ ਤੋਂ ਗੁਰੂ ਸਾਹਿਬ ਫਿਰ ਕੀਰਤਪੁਰ ਚੱਲਦੇ ਨੇ। ਕੀਰਤਪੁਰ ਦੇ ਵਿੱਚ ਫਿਰ ਉਹੀ ਸਮੱਸਿਆ, ਇੱਥੇ ਸੋਢੀ ਨੇ ਤੇ ਸੋਢੀ ਗੁਰੂ ਘਰ ਦੇ ਵਿਰੋਧੀ ਸੀ ਤੇ ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਇੱਥੋਂ ਅੱਗੇ ਚਲਿਆ ਜਾਵੇ। ਤੇ ਇਸੇ ਸਮੇਂ ਉਹ ਬਿਲਾਸਪੁਰ ਜਦੋਂ ਜਾਂਦੇ ਨੇ ਤਾਂ ਇੱਥੇ ਮੱਖਵਾਲ ਦੇ ਸਥਾਨ ਤੇ ਰੁਕਦੇ ਨੇ, ਜਿੱਥੇ ਉਹ ਉੱਥੋਂ ਦੀ ਰਾਣੀ ਤੋਂ 500 ਰੁਪਏ ਦੇ ਵਿੱਚ ਇਹ ਜਗ੍ਹਾ ਖਰੀਦਦੇ ਨੇ। ਉਹ ਇੱਕ ਅਲੱਗ ਸਟੋਰੀ ਹੈ ਕਿ ਕਿਵੇਂ ਗਏ ਤੇ ਕਿਵੇਂ ਉਹ ਖਰੀਦਿਆ, ਆਪਾਂ ਮੈਂ ਸਕਿਪ ਕਰਦਾ ਕਿਉਂਕਿ ਤੁਸੀਂ ਸਾਰਿਆਂ ਨੇ ਉਹ ਪੜ੍ਹੀ ਹੋਣੀ ਹੈ। ਮਾਖੋਵਾਲ ਦੇ ਵਿੱਚ ਜਦੋਂ ਇਹ ਜਗ੍ਹਾ ਖਰੀਦ ਕੇ ਗੁਰੂ ਸਾਹਿਬ ਇਸ ਇੱਥੇ ਇਹ ਨੀਂਹ ਪੱਥਰ ਰੱਖਦੇ ਨੇ ਤਾਂ ਇਸ ਦਾ ਨਾਂ ਰੱਖਿਆ ਗਿਆ ਚੱਕ ਨਾਨਕੀ। ਚੱਕ ਨਾਨਕੀ ਇਹ ਜਿਹੜਾ ਹੌਲੀ ਹੌਲੀ ਇਹ ਸ਼ਹਿਰ ਵਸਦਾ ਗਿਆ ਤੇ ਇਹਦਾ ਨਾਂ ਹੋ ਗਿਆ ਅਨੰਦਪੁਰ। ਦੋਸਤੋ ਇੱਕ ਗੱਲ ਜਿਹੜੀ ਹੈਗੀ ਆ ਉਹ ਧਿਆਨ ਨਾਲ ਦੇਖਿਓ ਕਿ ਹਰ ਗੁਰੂ ਜਿਹੜਾ ਹੈ ਉਹ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ ਨੇ, ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ ਜਾਂ ਹੋਰ ਦੂਜੇ ਸਿੱਖ ਗੁਰੂ ਤੇ ਇਸ ਵਾਰ ਗੁਰੂ ਤੇਗ ਬਹਾਦਰ ਸਾਹਿਬ ਸ਼ਹਿਰ ਵਸਾਉਂਦੇ ਗਏ ਨੇ। ਇਹ ਆਉਣ ਵਾਲੇ ਸਮੇਂ ਜਿਹੜੇ ਸ਼ਹਿਰ ਵਸਾਏ ਸੀ ਇੱਥੇ ਧਰਮਸਾਲ ਵੀ ਬਣਦੀਆਂ ਗਈਆਂ, ਗੁਰੂ ਘਰ ਵੀ ਬਣਦੇ ਗਏ ਤੇ ਇਹਦੇ ਨਾਲ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਵੀ ਹੁੰਦਾ ਗਿਆ। ਤੇ ਨਾਲ ਦੀ ਨਾਲ ਇਹ ਸ਼ਹਿਰ ਜਿਹੜੇ ਸੀ ਸ਼ਹਿਰੀਕਰਨ ਦਾ ਰੂਪ ਧਾਰਨ ਕਰਕੇ, ਵਪਾਰ ਦਾ ਰੂਪ ਧਾਰਨ ਕਰਕੇ, ਇਹ ਚਾਹੇ ਉਹ ਕਰਤਾਰਪੁਰ ਦੇਖ ਲਓ, ਚਾਹੇ ਅਨੰਦਪੁਰ ਸਾਹਿਬ ਦੇਖ ਲਓ, ਚਾਹੇ ਦਰਬਾਰ ਸਾਹਿਬ ਅੰਮ੍ਰਿਤਸਰ ਦੇਖ ਲਓ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾ ਰਹੇ ਨੇ ਉੱਥੇ ਉਹ ਰਹਿ ਰਹੇ ਨੇ ਤੇ ਹੌਲੀ ਹੌਲੀ ਉੱਥੇ ਬਾਜ਼ਾਰ ਬਣਦੇ ਗਏ। ਉਹ ਪਹਿਲਾਂ ਛੋਟੇ ਬਾਜ਼ਾਰ ਤੇ ਵੱਡੇ ਬਾਜ਼ਾਰ ਤੇ ਉਹ ਵਪਾਰਕ ਕੇਂਦਰ ਬਣ ਗਏ। ਇਹ ਬਹੁਤ ਵੱਡੀ ਦੇਣ ਸੀ ਗੁਰੂ ਸਾਹਿਬ ਦੀ ਕਿ ਇਹਦੇ ਨਾਲ ਜਿਹੜੇ ਉਸ ਸਮੇਂ ਦੇ ਸਿੱਖ ਸੀ ਉਹਨਾਂ ਨੂੰ ਵਪਾਰ ਮਿਲਿਆ, ਰੋਜ਼ੀ ਰੋਟੀ ਦੇ ਸਾਧਨ ਮਿਲੇ ਤੇ ਇਸੇ ਕਰਕੇ ਤਾਂ ਉਹ ਦਸਵੰਧ ਦੇ ਸਕਦੇ ਸੀ, ਆਰਥਿਕ ਤੌਰ ਤੇ ਖੁਸ਼ਹਾਲ ਹੁੰਦੇ ਗਏ। ਇਸ ਸਮੇਂ ਹੀ ਹੁਣ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਯਾਤਰਾ ਕੀਤੀ, ਦੂਰ ਦੂਰ ਥਾਵਾਂ ਤੇ ਉੱਥੇ ਜਿਹੜੇ ਲੋਕ ਨੇ ਇਸ ਸਮੇਂ ਫਿਰ ਅਗਿਆਨ ਦੇ ਹਨੇਰੇ ਦੇ ਵਿੱਚ ਆ ਗਏ ਨੇ ਤੇ ਗੁਰੂ ਸਾਹਿਬ ਨੇ ਹੁਣ ਯਾਤਰਾਵਾਂ ਕਰਨ ਦਾ ਨਿਸ਼ਚਾ ਕੀਤਾ ਤਾਂ ਜੋ ਲੋਕਾਂ ਨੂੰ ਸਿੱਖ ਫਿਲਾਸਫੀ ਜਿਹੜੀ ਹੈਗੀ ਆ ਉਸ ਤੋਂ ਜਾਣੂ ਕਰਵਾਇਆ ਜਾਵੇ, ਨਾਨਕ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਉਸ ਸਮੇਂ ਭਰਮ ਜਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਉਹਨਾਂ ਭਰਮ ਜਾਲ ਤੋਂ ਕੱਢਿਆ ਜਾਵੇ। ਇਸ ਉਦੇਸ਼ ਨਾਲ ਗੁਰੂ ਸਾਹਿਬ ਚੱਕ ਨਾਨਕੀ ਦੀ ਨੀਂਹ ਰੱਖਣ ਉਪਰੰਤ ਪੂਰਬ ਭਾਰਤ ਰਟਨ ਦਾ ਉਹਨਾਂ ਨੇ ਪ੍ਰੋਗਰਾਮ ਲਿਖਿਆ ਤੇ ਉਹ ਯਾਤਰਾ ਲਈ ਚੱਲੇ। ਗੁਰੂ ਨਾਨਕ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਧਾਰਮਿਕ ਯਾਤਰਾਵਾਂ ਜੇ ਕੀਤੀਆਂ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ ਨੇ, ਗੁਰੂ ਨਾਨਕ ਦੇਵ ਜੀ ਗਏ ਨੇ, ਉੱਥੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਵੀ ਜਾ ਰਹੇ ਨੇ। ਤੇ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਾਣ ਤੋਂ ਪਹਿਲਾਂ ਹੀ ਕਈ ਥਾਵਾਂ ਦੇ ਉੱਤੇ ਸਿੱਖ ਸੰਗਤ ਆਲਰੇਡੀ ਸਥਾਪਿਤ ਹੋ ਚੁੱਕੀ ਹੈ, ਪੱਕੀ ਸੰਗਤ ਜਿਹੜੀ ਹੈਗੀ ਉੱਥੇ ਬਣ ਚੁੱਕੀ ਹੈ, ਜਿਹਦੀ ਗੱਲ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਕਰਦਾ। ਸੋ ਜਦੋਂ ਹੁਣ ਗੁਰੂ ਸਾਹਿਬ ਪੂਰਬ ਭਾਰਤ ਦਾ ਰਟਨ ਕਰਦੇ ਨੇ ਤਾਂ ਉਹਨਾਂ ਨਾਲ ਮਾਤਾ ਨਾਨਕੀ, ਮਾਤਾ ਗੁਜਰੀ, ਭਾਈ ਮਤੀ ਦਾਸ, ਭਾਈ ਦਿਆਲਾ ਜਿਹੜੇ ਹੈਗੇ ਹੋਰ ਵੀ ਨੇ। ਤੇ ਹੁਣ ਜਦੋਂ ਉਹ ਚੱਲੇ ਤਾਂ ਕੀਰਤਪੁਰ ਤੋਂ ਜੋ ਥੋੜੀ ਦੂਰੀ ਹਜੇ ਆਏ ਨੇ ਤਾਂ ਪਿੰਡ ਘਨੌਲੀ ਜਦੋਂ ਪਹੁੰਚੇ ਨੇ ਤਾਂ ਇੱਥੇ ਮੀਂਹ ਦੇ ਕਾਰਨ ਕਰਕੇ, ਬਰਸਾਤ ਦੇ ਕਰਕੇ ਹੜ੍ਹ ਵਾਲਾ ਮਾਹੌਲ ਬਣਿਆ ਹੋਇਆ ਸੀ, ਫਸਲਾਂ ਖਰਾਬ ਹੋ ਗਈਆਂ ਚੁੱਕੀਆਂ ਸੀ, ਘਰ ਤਬਾਹ ਹੋ ਗਏ ਸੀ। ਗੁਰੂ ਸਾਹਿਬ ਨੇ ਇੱਥੇ ਲੰਗਰ ਦਾ ਇੰਤਜ਼ਾਮ ਕੀਤਾ, ਉਹ ਜਿਹੜੇ ਕਿਸਾਨ ਸੀ ਉਹਨਾਂ ਦੀ ਸਹਾਇਤਾ ਕੀਤੀ। ਇੱਥੋਂ ਫਿਰ ਗੁਰੂ ਸਾਹਿਬ ਅੱਗੇ ਚੱਲੇ ਤੇ ਰੋਪੜ ਤੋਂ ਲੰਘਦੇ ਹੋਏ ਸੈਫਾਬਾਦ ਜਿਹੜਾ ਆਧੁਨਿਕ ਬਹਾਦਰਗੜ੍ਹ ਹੈਗਾ ਜੋ ਪੰਜਾਬੀ ਯੂਨੀਵਰਸਿਟੀ ਤੋਂ ਹਾਰਡਲੀ 3-4 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ, ਇੱਥੇ ਪਹੁੰਚੇ। ਇੱਥੇ ਬਹਾਦਰਗੜ੍ਹ ਜਿਹੜਾ ਸੀ ਜੋ ਪਟਿਆਲਾ ਦੇ ਵਿੱਚ ਹੀ ਆਉਂਦਾ ਹੈ, ਪਟਿਆਲਾ ਤੋਂ ਇਹ ਅਸੀਂ 11 ਕਿਲੋਮੀਟਰ ਕਹਿ ਸਕਦੇ ਹਾਂ ਤੇ ਯੂਨੀਵਰਸਿਟੀ ਤੋਂ ਹਾਰਡਲੀ 3 ਕਿਲੋਮੀਟਰ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਤੋਂ ਹੈ। ਇੱਥੇ ਗੁਰੂ ਸਾਹਿਬ ਦੀ ਯਾਦ ਬਹੁਤ ਹੀ ਸੋਹਣਾ ਗੁਰਦੁਆਰਾ ਜਿਹੜਾ ਹੈਗਾ ਬਣਿਆ ਹੋਇਆ। ਇੱਥੇ ਆਏ, ਜਦੋਂ ਇੱਥੇ ਆਏ ਤਾਂ ਨਵਾਬ ਸੈਫੂਦੀਨ ਜਿਹੜਾ ਸੀ ਉਹ ਇੱਥੋਂ ਦਾ ਸੂਬੇਦਾਰ ਸੀ ਤੇ ਗੁਰੂ ਸਾਹਿਬ ਦੇ ਵਿੱਚ ਉਹ ਬਹੁਤ ਜ਼ਿਆਦਾ ਸ਼ਰਧਾ ਰੱਖਦਾ ਸੀ। ਗੁਰੂ ਸਾਹਿਬ ਉਹਦੇ ਕੋਲ ਰਹੇ, ਕਿਹਾ ਜਾਂਦਾ ਕਿ ਲਗਭਗ 15 ਦਿਨ ਗੁਰੂ ਸਾਹਿਬ ਇੱਥੇ ਰਹੇ ਤੇ ਪਟਿਆਲਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ 3 ਗੁਰਦੁਆਰਾ ਨੇ। ਬਹਾਦਰਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਹੈ, ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੇ ਗੁਰਦੁਆਰਾ ਮੋਤੀ ਬਾਗ, ਜਿੱਥੇ ਇੱਥੇ ਗੁਰੂ ਸਾਹਿਬ ਰਹੇ। ਤੇ ਇਸ ਸਮੇਂ ਦੇ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤ ਨੂੰ ਮਿਲੇ, ਉਹਨਾਂ ਨੂੰ ਉਪਦੇਸ਼ ਦਿੱਤਾ। ਇੱਥੋਂ ਅੱਗੇ ਗੁਰੂ ਸਾਹਿਬ ਫਿਰ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਧਮਧਾਨ ਪਹੁੰਚਦੇ ਨੇ। ਧਮਧਾਨ ਦੇ ਵਿੱਚ ਫਿਰ ਜਿਹੜਾ ਪਾਣੀ ਦੀ ਕਮੀ ਸੀ ਤੇ ਇੱਥੇ ਗੁਰੂ ਸਾਹਿਬ ਨੇ ਡੂੰਘੇ ਖੂਹ ਲਵਾਏ ਅਤੇ ਪਾਣੀ ਦੀ ਕਮੀ ਨੂੰ ਪੂਰਾ ਕੀਤਾ। ਜਦੋਂ ਗੁਰੂ ਸਾਹਿਬ ਧਮਧਾਨ ਪਹੁੰਚ ਗਏ
ਤਾਂ ਇਸ ਸਮੇਂ ਔਰੰਗਜ਼ੇਬ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਗੁਰੂ ਸਾਹਿਬ ਦੀਆਂ ਕਿ ਉਹ ਧਰਮ ਪ੍ਰਚਾਰ ਕਰ ਰਹੇ ਨੇ ਤੇ ਇੱਕ ਹੋ ਸਕਦਾ ਕਿ ਉਹ ਸਟੇਟ ਦੇ ਅੰਦਰ ਇੱਕ ਨਵੀਂ ਸਟੇਟ ਜਿਹੜੀ ਹੈਗੀ ਉਹ ਪੈਦਾ ਕਰ ਦੇ। ਤੇ ਔਰੰਗਜ਼ੇਬ ਜਿਹੜਾ ਹੈਗਾ ਇਸ ਗੱਲ ਤੋਂ ਚਿੰਤਾ ਦੀ ਸਥਿਤੀ ਦੇ ਵਿੱਚ ਆ ਗਿਆ ਅਤੇ ਉਹ ਇਸ ਗੱਲ ਦੇ ਵਿੱਚ ਗੁੱਸੇ ਦੇ ਵਿੱਚ ਸੀ ਕਿ ਇੱਕ ਹੋਰ ਨਵਾਂ ਧਰਮ ਜਿਹੜਾ ਹੈਗਾ ਉਹਦਾ ਪ੍ਰਚਾਰ ਹੋ ਰਿਹਾ, ਕਿਉਂਕਿ ਉਹ ਔਰੰਗਜ਼ੇਬ ਜਿਹੜਾ ਹੈਗਾ ਧਾਰਮਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਕੱਟੜ। ਤੇ ਇਸ ਤਾਂ ਇੱਥੇ ਧਮਧਾਨ ਦੇ ਵਿੱਚ ਗੁਰੂ ਸਾਹਿਬ ਦੀ ਪਹਿਲੀ ਗ੍ਰਿਫਤਾਰੀ ਹੁੰਦੀ ਹੈ। ਦਿੱਲੀ ਬਾਦਸ਼ਾਹ ਜਿਹੜਾ ਹੈਗਾ ਮੁਗਲ ਸਮਰਾਟ ਔਰੰਗਜ਼ੇਬ ਉਹ ਆਪਣੇ ਕੱਟੜ ਪੂਰੇ ਕਰਕੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਦਿੰਦਾ ਹੈ। ਆਲਮ ਖਾਨ ਰੋਹਿਲਾ ਜਿਹੜਾ ਹੈਗਾ ਸ਼ਾਹੀ ਹੁਕਮ ਲੈ ਕੇ ਧਮਧਾਨ ਪਾਉਂਦਾ ਹੈ ਤੇ ਗੁਰੂ ਸਾਹਿਬ ਨੂੰ ਇੱਥੋਂ ਗ੍ਰਿਫਤਾਰ ਕਰ ਦਿੰਦਾ। ਸਾਨੂੰ ਇਸ ਭੱਟਵਈਆਂ ਦੇ ਵਿੱਚੋਂ ਵੀ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਤੇ ਉਹਨਾਂ ਨਾਲ ਜਿਹੜੇ ਸਿੱਖ ਹੈਗੇ ਨੇ ਉਹ ਧਮਧਾਨ ਤੋਂ ਗ੍ਰਿਫਤਾਰ ਹੁੰਦੇ ਨੇ। ਭੱਟਵੀਆਂ ਦੇ ਜ਼ਿਕਰ ਮਿਲਦਾ गुरु तेग बहादुर महल नवे के नगर धमधान परगना बांगर से आलम खान रूहेला शाही हुक्म गैल दिल्ली को लेकर आया। साल 1722 कातक सूदी 11 के साथ सतीदास मतीदास बेटे हीरामल के, ग्वालदास बेटा छोटे माल का, छिबड़ का गुरदास बेटा के दास बेटे माईदास के जलहानो बलौद होर सिख फकीर आए। ਭੱਟਵੀਆਂ ਦੀ ਖੂਬਸੂਰਤੀ ਇਹ ਹੈ ਕਿ ਉਹ ਜਿਹੜੇ ਵਿਅਕਤੀ ਗੁਰੂ ਸਾਹਿਬ ਨਾਲ ਹੈਗੇ ਨੇ ਉਹਨਾਂ ਦਾ ਦੇ ਨਾਮ ਅਤੇ ਉਹਨਾਂ ਦਾ ਪਿਛੋਕੜ ਤੱਕ ਪੂਰਾ ਦੱਸ ਰਹੇ ਨੇ। ਇਸ ਕਰਕੇ ਭੱਟਵੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਬਹੁਤ ਹੀ ਕੀਮਤੀ ਸਰੋਤ ਆ। ਪਰ ਭੱਟਵੀਆਂ ਨੂੰ ਅੱਖਾਂ ਬੰਦ ਕਰਕੇ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ। ਉਹਦਾ ਰੀਜ਼ਨ ਇਹ ਹੈ ਕਿ ਭੱਟਵੀਆਂ ਦੇ ਵਿੱਚ ਤਰੀਕਾਂ ਜਿਹੜੀਆਂ ਹੈਗੀਆਂ ਨੇ, ਮਿਤੀਆਂ ਜਿਹੜੀਆਂ ਹੈਗੀਆਂ ਨੇ, ਉਹਨਾਂ 'ਚ ਕਾਫੀ ਜ਼ਿਆਦਾ ਫਰਕ ਹੈ ਜਦੋਂ ਅਸੀਂ ਦੂਸਰੇ ਸਰੋਤਾਂ ਨਾਲ ਉਸਨੂੰ ਕੰਪੇਅਰ ਕਰਦੇ ਹਾਂ। ਤੇ ਇਸ ਕਰਕੇ ਭੱਟਵੀਆਂ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਾਨੂੰ ਦੂਸਰੇ ਸਰੋਤਾਂ ਨੂੰ ਵੀ ਧਿਆਨ 'ਚ ਰੱਖਣ ਦੀ ਲੋੜ ਹੈ। ਅੱਖਾਂ ਬੰਦ ਕਰਕੇ ਅਸੀਂ ਕਿਸੇ ਸਰੋਤ ਨੂੰ ਜਿਹੜਾ ਹੈਗਾ ਉਹ ਯੂਜ਼ ਨਹੀਂ ਕਰ ਸਕਦੇ। ਸਰੂਪਦਾਸ ਜਿਹੜਾ ਭੱਲਾ ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਇਸ ਗ੍ਰਿਫਤਾਰੀ ਦਾ ਜ਼ਿਕਰ ਕਰਦਾ ਹੈ। ਅਸਾਮੀ ਸਰੋਤ ਜਿਹੜਾ ਹੈਗਾ ਪਾਤਸ਼ਾਹੀ ਬੁਰੰਜੀ ਉਸ ਦੇ ਵਿੱਚ ਵੀ ਲਿਖਿਆ ਮਿਲਦਾ ਹੈ ਕਿ ਬ੍ਰਾਹਮਣ ਅਤੇ ਕਾਜੀ ਜਿਹੜੇ ਹੈਗੇ ਉਹ ਗੁਰੂ ਸਾਹਿਬ ਅੱਗੇ ਸ਼ਿਕਾਇਤ ਕਰਦੇ ਨੇ ਕਿ ਇਹ ਵਿਅਕਤੀ ਗੁਰੂ ਤੇਗ ਬਹਾਦਰ ਤੋਂ ਮਤਲਬ ਉਹਨਾਂ ਦਾ ਕਿਸੇ ਇੱਕ ਦੀਨ ਦਾ ਪੈਰੋਕਾਰ ਨਹੀਂ, ਇਹ ਦੇਸ਼ ਵਿੱਚ ਲੁੱਟ ਮਾਰ ਕਰਦਾ, ਇੱਧਰ ਉੱਧਰ ਫਿਰਦਾ ਹੈ। ਇਸ ਲਈ ਬਾਦਸ਼ਾਹ ਨੇ ਉਸ ਨੂੰ ਆਪਣੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਪਰ ਉਹ ਨਾ ਆਇਆ। ਬਾਦਸ਼ਾਹ ਗੁੱਸੇ ਨਾਲ ਭਰ ਗਿਆ ਅਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਆਲਮ ਖਾਨ ਰੋਹਿਲਾ ਦੀ ਗੱਲ ਕਰਦਾ ਹੈ ਜਿਹੜਾ ਪਠਾਨ ਭੇਜ ਦਿੱਤਾ। ਸੋ ਇਹ ਸਾਡੇ ਕੋਲ ਬਹੁਤ ਸਾਰੇ ਸਰੋਤ ਨੇ ਜਿਹੜੇ ਇਹ ਗੱਲ ਦੱਸ ਰਹੇ ਨੇ। ਗੁਰੂ ਸਾਹਿਬ ਨੂੰ ਸ਼ੱਕ ਦੀ ਨਜ਼ਰ ਦੇ ਜਦੋਂ ਗ੍ਰਿਫਤਾਰ ਕੀਤਾ ਜਾਂਦਾ, ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਲਿਆਇਆ ਗਿਆ। ਰਾਜਾ ਰਾਮ ਸਿੰਘ ਜਿਹੜਾ ਹੈਗਾ ਉਹ ਗੁਰੂ ਸਾਹਿਬ ਦਾ ਪਿਤਾ ਰਾਜਾ ਜੈ ਸਿੰਘ ਉਹ ਗੁਰੂ ਸਾਹਿਬ ਦਾ ਬਹੁਤ ਸ਼ਰਧਾਲੂ ਸੀ ਤੇ ਰਾਜਾ ਰਾਮ ਸਿੰਘ ਇੱਕ ਦਾ ਔਰੰਗਜ਼ੇਬ ਨੂੰ ਮਿਲਿਆ। ਉਹਨੇ ਕਿਹਾ ਕਿ ਇਹ ਤਾਂ ਪਰਮਾਤਮਾ ਦੀ ਜੋਤ ਆ, ਮਹਾਂਪੁਰਖ ਨੇ, ਇਹਨਾਂ ਨੂੰ ਗ੍ਰਿਫਤਾਰ ਕਰਨਾ ਕਿਉਂ? ਅਸੀਂ ਪਰਮਾਤਮਾ ਨੂੰ ਆਪਣੇ ਵਿਰੁੱਧ ਕਰ ਰਹੇ ਹਾਂ, ਕਿਉਂ ਅਸੀਂ ਅਤਿਆਚਾਰ ਕਰ ਰਹੇ ਹਾਂ? ਔਰੰਗਜ਼ੇਬ ਉਸ ਦੀ ਗੱਲਾਂ ਤੋਂ ਗੁਰੂ ਸਾਹਿਬ ਨੂੰ ਰਾਜਾ ਰਾਮ ਸਿੰਘ ਆਪਣੀ ਜ਼ਿੰਮੇਵਾਰੀ ਤੇ ਬਾਅਦ ਚੋਂ ਰਿਹਾ ਕਰ ਦਿੰਦਾ ਹੈ ਤੇ ਗੁਰੂ ਸਾਹਿਬ ਅੱਗੇ ਦੇ ਬਾਅਦ ਚੱਲ ਪੈਂਦੇ ਨੇ। ਪਰ ਬਿਨਾਂ ਉਸ ਤੋਂ ਪੁੱਛੇ ਰਿਹਾ ਕਰਦਾ ਤਾਂ ਉਸਦੇ ਅਗੇਂਸਟ ਹੋ ਜਾਂਦਾ। ਸਮੱਸਿਆ ਜਿਹੜੀ ਇੱਥੇ ਇਹ ਹੈਗੀ ਆ ਉਹ ਇਹ ਆ ਕਿ ਰਾਜਾ ਰਾਮ ਸਿੰਘ ਦੇ ਇਮੀਡੀਏਟਲੀ ਅਗੇਂਸਟ ਨਹੀਂ ਜਾ ਸਕਦਾ। ਕਿਉਂਕਿ ਉਹ ਰਾਜਪੂਤਾਨਾ ਨੂੰ ਬਿਲੋਂਗ ਕਰ ਰਿਹਾ ਤੇ ਰਾਜਪੂਤ ਜਿਹੜੇ ਹੈਗੇ ਨੇ ਉਹ ਔਰੰਗਜ਼ੇਬ ਦੀ ਸਹਾਇਤਾ ਕਰ ਰਹੇ ਨੇ ਉਹਦਾ ਰਾਜ ਬਚਾਉਣ ਦੇ ਲਈ। ਰਾਜਪੂਤ ਸ਼ਕਤੀਸ਼ਾਲੀ ਨੇ ਤੇ ਰਾਜਾ ਰਾਮ ਸਿੰਘ ਨੂੰ ਇੱਕੋ ਦਮ ਸਜ਼ਾ ਦੇ ਕੇ ਉਹ ਉਹਨਾਂ ਰਾਜਪੂਤਾਂ ਨੂੰ ਆਪਣੇ ਅਗੇਂਸਟ ਨਹੀਂ ਕਰ ਸਕਦਾ ਕਿਉਂਕਿ ਆਲਰੇਡੀ ਮਰਾਠੇ ਜਿਹੜੇ ਹੈਗੇ ਨੇ ਮਹਾਰਾਸ਼ਟਰ ਦੇ ਵਿੱਚ ਉਹ ਇਸ ਦੇ ਵਿਰੁੱਧ ਨੇ। ਸ਼ਿਵਾਜੀ ਇਸ ਸਮੇਂ ਉਸਦੀ ਕੈਦ ਚੋਂ ਭੱਜ ਚੁੱਕਿਆ। ਸ਼ਿਵਾਜੀ ਆਪਣੀ ਸ਼ਕਤੀ ਉਭਾਰ ਰਿਹਾ। ਇਸ ਕਰਕੇ ਇਸ ਸਾਰੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨੂੰ ਦੇਖਦੇ ਹੋ ਰਾਜਾ ਰਾਮ ਸਿੰਘ ਦੇ ਅਗੇਂਸਟ ਨਹੀਂ ਜਾ ਰਿਹਾ ਪਰ ਉਸਨੇ ਵਿਉਂਤ ਬਣਾ ਲਈ ਹੈ। ਮੈਂ ਅੱਗੇ ਜਾ ਕੇ ਉਹਦੀ ਗੱਲ ਕਰੂੰਗਾ। ਇਹ ਉਹ ਸਮਾਂ ਔਰੰਗਜ਼ੇਬ ਦਾ ਜਦੋਂ ਨਾਰਥ ਵੈਸਟ ਫਰੰਟੀਅਰ 1667 ਤੋਂ ਲੈ ਕੇ 75 ਤੱਕ ਉੱਥੇ ਸਮੱਸਿਆਵਾਂ ਕ੍ਰੀਏਟ ਹੋ ਰਹੀਆਂ ਨੇ। ਇਤਿਹਾਸ ਦੇ ਵਿਦਿਆਰਥੀ ਚੰਗੀ ਤਰ੍ਹਾਂ ਜਾਣੂ ਨੇ। ਯੂਸਫ ਸਹੀ ਅਫਰੀਦੀ ਆਦਿ ਖਰੂਦੀ ਕਬੀਲੇ ਜਿਹੜੇ ਹੈਗੇ ਉਹਨਾਂ ਨੇ ਵਿਦਰੋਹ ਕਰ ਦਿੱਤਾ ਹੈ। ਜਿਹੜੇ ਪੀਜ਼ੈਂਟਸ ਹੈਗੇ ਨੇ ਜ਼ਗੀਰਦਾਰ ਹੈਗੇ ਨੇ ਉਹਨਾਂ ਦੀ ਕੰਡੀਸ਼ਨ ਜਿਹੜੀ ਹੈਗੀ ਬਹੁਤ ਹੀ ਮਿਜ਼ਰੇਬਲ ਹੋ ਚੁੱਕੀ ਹੈ। ਔਰੰਗਜ਼ੇਬ ਇਨਟੋਲਰੈਂਸ ਪਾਲਿਸੀ ਦੇ ਤਹਿਤ ਗੈਰ ਮੁਸਲਿਮ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ। ਤਾਂ ਸਿਰਫ ਇਹੀ ਨਹੀਂ
ਅੱਗੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ 1679 ਦੇ ਵਿੱਚ ਉਹ ਜਜ਼ੀਆ ਟੈਕਸ ਜਿਹੜਾ ਕਿ ਅਕਬਰ ਨੇ ਬੰਦ ਕਰਤਾ ਸੀ ਉਹ ਦੁਬਾਰਾ ਫਿਰ ਲਗਾਤਾ। ਸੂਰਜ ਗ੍ਰਹਿਣ ਮੌਕੇ ਦੇ ਉੱਤੇ ਜਿਹੜੇ ਹਿੰਦੂ ਲੋਕ ਹੈਗੇ ਨੇ ਉਹ ਦਰਿਆ ਦੇ ਕੰਢੇ ਜਿੱਥੇ ਵੀ ਉਹਨਾਂ ਨੂੰ ਕੋਈ ਦਰਿਆ ਲੱਗਦਾ ਉਹ ਉੱਥੇ ਕੰਢੇ ਜਾ ਕੇ ਉਹ ਇਸ਼ਨਾਨ ਕਰਦੇ ਨੇ। ਤਾਂ ਇਸ ਸਮੇਂ ਸੂਰਜ ਗ੍ਰਹਿਣ ਮੌਕੇ ਦੇ ਉੱਤੇ ਉਹਨਾਂ ਨੂੰ ਇਸ਼ਨਾਨ ਕਰਨ ਤੋਂ ਮਨਾ ਕਰ ਦਿੱਤਾ ਤੇ ਬਰਨੀਅਰ ਜਿਹੜੀ ਹੈਗਾ ਉਹ ਲਿਖਦਾ ਹੈ ਆਪਣੇ ਟ੍ਰੈਵਲਸ ਦੇ ਵਿੱਚ ਕਿ ਜਦੋਂ ਇਸ ਮੌਕੇ ਤੇ ਟੈਕਸ ਲਗਾਇਆ ਗਿਆ ਤੇ ਉਸ ਟੈਕਸ ਤੋਂ ਲਗਭਗ 3 ਲੱਖ ਰੁਪਇਆ ਸਰਕਾਰ ਨੂੰ ਮਿਲਿਆ। ਤੋ ਇਸ ਤਰ੍ਹਾਂ ਇਹ ਉਹ ਸਮਾਂ ਜਦੋਂ ਮਥੁਰਾ ਦੇ ਜਾਟ ਨਾਲ ਦੇ ਸਤਨਾਮੀ ਪੰਜਾਬ ਦੇ ਵਿੱਚ ਸਿੱਖ ਅਤੇ ਰਾਜਸਥਾਨ ਦੇ ਰਾਜਪੂਤ ਮਹਾਰਾਸ਼ਟਰ ਦੇ ਮਰਾਠੇ ਸਾਰੇ ਜਿਹੜੇ ਹੈਗੇ ਉਹਨੂੰ ਬਗਾਵਤ ਕਰ ਰਹੇ ਨੇ। ਇਸੇ ਕਰਕੇ ਉਹ ਰਾਜਾ ਰਾਮ ਸਿੰਘ ਨਾਲ ਦੁਸ਼ਮਣੀ ਨਹੀਂ ਸੀ ਲੈ ਰਿਹਾ। ਨਹੀਂ ਹਾਂ ਗੁਰੂ ਸਾਹਿਬ ਜਦੋਂ ਹੈਗੇ ਉਥੋਂ ਰਾਜਾ ਮਿਰਜ਼ਾ ਸਿੰਘ ਦੀ ਜਿਹੜਾ ਹੈਗਾ ਉਸਦਾ ਪੁੱਤਰ ਰਾਜਾ ਰਾਮ ਸਿੰਘ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਜਾਓ। ਇਹਦੇ ਬਾਰੇ ਵੀ ਸਾਨੂੰ ਕਾਫੀ ਜਿਹੜੇ ਹੈਗੇ ਨੇ ਸੋਰਸਿਸ ਮਿਲਦੇ ਨੇ, ਮੈਂ ਇਹ ਸਕਿਪ ਕਰੂੰਗਾ। ਤੇ ਗੁਰੂ ਕੇ ਸਾਖੀਆਂ ਦੇ ਵਿੱਚ ਵੀ ਸਾਨੂੰ ਭੱਟਵੀਆਂ ਦੇ ਵਿੱਚ ਵੀ ਇਹਦੀ ਪੂਰੀ ਜਾਣਕਾਰੀ ਮਿਲਦੀ ਹੈ। ਇੱਥੋਂ ਗੁਰੂ ਸਾਹਿਬ ਫੇਰ ਅੱਗੇ ਜਾਂਦੇ ਨੇ ਤੇ ਉਹ ਦਿੱਲੀ ਤੋਂ ਪੂਰਬ ਵੱਲ ਮਥੁਰਾ, ਆਗਰਾ, ਕਾਨਪੁਰ, ਫਤਿਹਪੁਰ ਹੁੰਦੇ ਹੋਏ ਪ੍ਰਾਗ ਪਹੁੰਚਦੇ ਨੇ। ਪ੍ਰਾਗ ਦੇ ਵਿੱਚ ਗੁਰੂ ਜੋ ਸਾਹਿਬ ਪਹੁੰਚਦੇ ਨੇ ਇੱਥੇ ਆਲਰੇਡੀ ਗੁਰੂ ਨਾਨਕ ਦੇ ਸਮੇਂ ਦੀ ਪੱਕੀ ਸੰਗਤ ਜਿਹੜੀ ਹੈਗੀ ਉਹ ਬਣੀ ਹੋਈ ਹੈ। ਗੁਰੂ ਸਾਹਿਬ ਦਾ ਸਵਾਗਤ ਕੀਤਾ ਜਾਂਦਾ। ਇੱਥੋਂ ਗੁਰੂ ਸਾਹਿਬ ਫਿਰ ਪਟਨਾ ਜਾਂਦੇ ਨੇ। ਪਟਨੇ ਦੇ ਵਿੱਚ ਕੁਝ ਸਮਾਂ ਰਹਿੰਦੇ ਨੇ, ਇੱਥੇ ਆਪਣੇ ਪਰਿਵਾਰ ਨੂੰ ਛੱਡਦੇ ਨੇ ਤੇ ਪਰਿਵਾਰ ਨੂੰ ਛੱਡਣ ਤੋਂ ਬਾਅਦ ਉਹਨਾਂ ਦਾ ਪ੍ਰੋਪਰ ਜਿਹੜਾ ਹੈਗਾ ਇੰਤਜ਼ਾਮ ਕਰਨ ਤੋਂ ਬਾਅਦ ਗੁਰੂ ਸਾਹਿਬ ਮੁੰਗੇਰ ਦੇ ਰਾਹੀਂ ਢਾਕਾ ਜਾਂਦੇ ਨੇ। ਮੁੰਗੇਰ ਤੋਂ ਜਿਹੜਾ ਹੈ ਜੋ ਪਟਨੇ ਤੋਂ ਲਗਭਗ ਇਹ 70-80 ਕਿਲੋਮੀਟਰ ਦੂਰੀ ਤੇ ਹੈ। ਸਾਊਥਰਨ ਬੈਂਕ ਆਫ ਰਿਵਰ ਦੇ ਉੱਤੇ ਜਿਹੜਾ ਮੁੰਗੇਰ ਸਥਿਤ ਹੈ। ਜਦੋਂ ਇੱਥੇ ਆਏ ਤੇ ਇੱਥੇ ਮੁੰਗੇਰ ਗੁਰੂ ਸਾਹਿਬ ਕੁਝ ਸਮਾਂ ਰੁਕਦੇ ਨੇ ਕਿਉਂਕਿ ਸਾਨੂੰ ਕੁਝ ਹੁਕਮਨਾਮੇ ਜਿਹੜੇ ਹੈਗੇ ਨੇ ਇੱਥੋਂ ਲਿਖੇ ਹੋਏ ਮਿਲਦੇ ਨੇ। ਇੱਥੋਂ ਫਿਰ ਉਹ ਬਨਾਰਸ ਅਤੇ ਪਟਨਾ ਦੀ ਸੰਗਤ ਨੂੰ ਹੁਕਮਨਾਮਾ ਭੇਜਦੇ, ਜਿਸ ਤੋਂ ਗੱਲ ਕਲੀਅਰ ਹੁੰਦੀ ਹੈ ਕਿ ਗੁਰੂ ਸਾਹਿਬ ਮੁੰਗੇਰ ਰੁਕੇ। ਜਦੋਂ ਮੈਂ ਇਸ ਜਗ੍ਹਾ ਦਾ ਪਤਾ ਕੀਤਾ ਤਾਂ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ ਮੁੰਗੇਰ ਦੇ ਵਿੱਚ। ਮੁੰਗੇਰ ਤੋਂ ਗੁਰੂ ਸਾਹਿਬ ਭਾਗਲਪੁਰ, ਕੌਲਗਾਂਵ ਜੋ ਜਿਸ ਨੂੰ ਅੱਜ ਕੱਲ੍ਹ ਆਧੁਨਿਕ ਕਹਿਲਗਾਂਵ ਕਿਹਾ ਜਾਂਦਾ ਤੋਂ ਕੰਤਨਗਰ ਚਲੇ ਗਏ। 180 ਕਿਲੋਮੀਟਰ ਦੂਰ ਆ ਇਹ ਜਿਹੜਾ ਹੈਗਾ ਈਸਟਰਨ ਪਟਨਾ ਤੋਂ। ਲੰਬੇ ਸਮੇਂ ਤੋਂ ਬਾਅਦ ਕੰਤਨਗਰ ਜਿਹੜਾ ਹੈਗਾ ਇਹ ਹੜ੍ਹਾਂ ਦੀ ਮਾਰ ਦੇ ਵਿੱਚ ਆ ਗਿਆ ਤੇ ਇਸ ਕਰਕੇ ਇਸ ਦਾ ਆਧੁਨਿਕ ਨਾਂ ਜਿਹੜਾ ਹੈਗਾ ਉਹ ਲక్ష్ਮੀਪੁਰ ਹੈ। ਕਨਫਿਊਜ਼ ਨਾ ਹੋਇਓ। ਕੰਤਨਗਰ ਭਾਵ ਲక్ష్ਮੀਪੁਰ ਤੋਂ ਗੁਰੂ ਸਾਹਿਬ ਅੱਗੇ ਮਾਲਦਾ ਜਾਂਦੇ ਨੇ। ਮਾਲਦਾ ਦੇ ਵਿੱਚ ਜਿਹੜੇ ਸੂਫੀ ਉਹਨਾਂ ਨੂੰ ਮਿਲਦੇ ਨੇ ਕਿਉਂਕਿ ਸੂਫੀਆਂ ਦਾ ਇੱਕ ਕੇਂਦਰ ਸੀ ਤੇ ਇੱਥੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਤੇ ਸੂਫੀ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ। ਮਾਲਦਾ ਜਿਹੜਾ ਕਿ 140 ਕਿਲੋਮੀਟਰ ਦੇ ਲਗਭਗ ਆ ਤੇ ਇੱਥੋਂ ਹੁਣ ਗੁਰੂ ਸਾਹਿਬ ਵਿਚਾਰ ਵਟਾਂਦਰਾ ਕਰਨ ਤੋਂ ਉਪਰੰਤ ਢਾਕੇ ਵੱਲ ਚਲੇ ਜਾਂਦੇ ਨੇ। ਜਦੋਂ ਢਾਕਾ ਜਿਹੜਾ ਹੈਗਾ ਉਹ ਸਿੱਖੀ ਦਾ ਕੋਠਾ ਮੰਨਿਆ ਗਿਆ। ਇੱਥੇ ਗੁਰੂ ਸਾਹਿਬ ਜਦੋਂ ਆਉਂਦੇ ਨੇ ਤੇ ਢਾਕੇ ਦੀ ਸੰਗਤ ਜਿਹੜੀ ਹੈਗੀ ਆ ਗੁਰੂ ਸਾਹਿਬ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੀ ਹੈ। ਤੁਹਾਨੂੰ ਹੋਰ ਦੱਸਦਾ ਕਿ ਢਾਕੇ ਦੀ ਸੰਗਤ ਜਿਹੜੀ ਹੈਗੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਲੜਾਈ ਲੜ ਰਹੇ ਨੇ ਉੱਥੋਂ ਢਾਕੇ ਤੋਂ ਹਾਥੀ ਆ ਰਿਹਾ ਤੇ ਹੋਰ ਸਾਜੋ ਸਮਾਨ ਤੇ ਹਥਿਆਰ ਢਾਕੇ ਦੀ ਸੰਗਤ ਗੁਰੂ ਸਾਹਿਬ ਨੂੰ ਭੇਜਦੀ ਹੈ। ਇੱਥੋਂ ਦੀ ਸੰਗਤ ਨੇ ਗੁਰਦੁਆਰਾ ਦਾ ਜਾਲ ਵਿਛਾਇਆ ਹੋਇਆ ਸੀ। ਪੱਛਮ ਵਿੱਚ ਰਾਜ ਮਹਿਲ ਤੋਂ ਲੈ ਕੇ ਪੂਰਬ ਵਿੱਚ ਸਿਲਹਟ ਅਤੇ ਉੱਤਰ ਵਿੱਚ ਧੋਬੀ ਤੋਂ ਲੈ ਕੇ ਦੱਖਣ ਵਿੱਚ ਬੰਸਾ ਗਲੀ, ਫਤਿਹ ਕਚਹਿਰੀਪੁਰੀ ਆਦਿ ਤੱਕ ਜਿਹੜੇ ਸੀਗੇ ਉਹ ਕੋਈ ਐਸੀ ਥਾਂ ਨਹੀਂ ਸੀ ਜਿੱਥੇ ਗੁਰੂ ਸਾਹਿਬ ਦੀ ਪ੍ਰਸਿੱਧੀ ਨਾ ਹੋਈ ਹੋਵੇ। ਸੋ ਇਹ ਜਿਹੜੇ ਗੁਰਦੁਆਰਾ ਬਣੇ ਹੋਏ ਸੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਧਰਮਸਾਲ ਕਹਿੰਦੇ ਸੀ, ਧਰਮਸਾਲ ਤੋਂ ਹੌਲੀ ਹੌਲੀ ਸ਼ਬਦ ਗੁਰੂਦੁਆਰ, ਗੁਰੂਦੁਆਰ ਤੋਂ ਗੁਰਦੁਆਰਾ ਬਣ ਗਿਆ। ਗੁਰੂਦੁਆਰ ਦਾ ਭਾਵ ਗੁਰੂ ਦਾ ਦੁਆਰ ਤੇ ਇੱਥੋਂ ਗੁਰਦੁਆਰਾ ਸ਼ਬਦ ਜਿਹੜਾ ਹੈ ਆਧੁਨਿਕ ਸ਼ਬਦ ਆ ਗਿਆ। ਇਹ ਗੁਰਦੁਆਰੇ ਜਿਹੜੇ ਸੀਗੇ ਬਣੇ ਹੋਏ ਤੇ ਇਹ ਸਿੱਖਾਂ ਦੇ ਲਈ ਜਿੱਥੇ ਇੱਕ ਧਾਰਮਿਕ ਸਥਾਨ ਸੀ ਤਾਂ ਉੱਥੇ ਉਸ ਸਮੇਂ ਦੇ ਲੋਕ ਜਿਹੜੇ ਲੋਕ ਸੀ ਲੋਕਲ ਲੋਕ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਦੇ ਸੀ। ਜਿਹੜੇ ਵਪਾਰੀ ਵਰਗ ਸੀ ਉਹ ਇਹਨਾਂ ਗੁਰਦੁਆਰਿਆਂ ਦੇ ਵਿੱਚ ਆਉਂਦੇ ਸੀ, ਇੱਥੇ ਰੁਕਦੇ ਸੀ, ਇੱਥੇ ਗੁਰਦੁਆਰੇ ਦੇ ਆਸੇ-ਪਾਸੇ ਆਪਣੀਆਂ ਦੁਕਾਨਾਂ ਲਾ ਕੇ ਇੱਥੇ ਸਮਾਨ ਵੀ ਵੇਚਦੇ ਸੀ। ਧਿਆਨ ਨਾਲ ਸੁਣਿਓ ਇਹ ਗੱਲ, ਗੁਰਦੁਆਰੇ ਕਿਵੇਂ ਜਿਹੜੇ ਇਹ ਧਾਰਮਿਕ ਸਥਾਨ ਸੀ ਇਹ ਵਪਾਰੀਆਂ ਦਾ ਕੇਂਦਰ ਬਣ ਗਏ ਕਿਉਂਕਿ ਗੁਰਦੁਆਰਾ ਦੇ ਵਿੱਚ ਉਹਨਾਂ ਲੋਕਾਂ ਨੂੰ ਖਾਣ ਦੇ ਲਈ ਪ੍ਰਸ਼ਾਦਾ ਭੋਜਨ ਵੀ ਮਿਲਦਾ ਸੀ ਅਤੇ ਰਹਿਣ ਦੇ ਲਈ ਸਥਾਨ ਵੀ ਮਿਲਦਾ ਸੀ ਅਤੇ ਇਹ ਉਹ ਸਥਾਨ ਜਿਹੜਾ ਸੁਰੱਖਿਅਤ ਸੀ। ਉਸ ਸਮੇਂ ਚੋਰ ਡਾਕੂ ਜਿਹੜੇ ਸੀ ਇਹਨਾਂ ਵਪਾਰੀਆਂ ਨੂੰ ਲੁੱਟਦੇ ਸੀ ਲੇਕਿਨ ਗੁਰਦੁਆਰੇ ਜਿਹੜੇ ਸੀ ਉਹ ਸੁਰੱਖਿਅਤ ਸੀ। ਹਿੰਮਤ ਨਹੀਂ ਸੀ ਪੈਂਦੀ ਕਿ ਗੁਰਦੁਆਰੇ ਦੇ ਉੱਤੇ ਕੋਈ ਹਮਲਾ ਕਰ ਦੇਵੇ। ਇਹ ਕਿ ਸੁਰੱਖਿਅਤ ਦੇਖਦੇ ਹੋ ਇੱਥੇ ਆਉਂਦੇ। ਫਿਰ ਜਿਹੜੇ ਆਸੇ-ਪਾਸੇ ਦੇ ਲੋਕਲ ਲੋਕ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਇੱਥੇ ਵਪਾਰੀ ਆਏ ਨੇ ਆਪਣੀ ਜ਼ਰੂਰਤਾਂ ਦਾ ਸਮਾਨ ਲੈ ਲੈਂਦੇ ਸੀ। ਹੌਲੀ ਹੌਲੀ ਉਹਨਾਂ ਥਾਵਾਂ ਦੇ ਉੱਤੇ ਛੋਟੇ-ਛੋਟੇ ਦੁਕਾਨਾਂ ਵੀ ਖੁੱਲ੍ਹਣ ਲੱਗੀਆਂ, ਵਪਾਰਕ ਕੇਂਦਰ ਸਟੈਬਲਿਸ਼ ਹੋਏ ਜੋ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਆਇਆ।
ਸੋ ਗੁਰੂ ਸਾਹਿਬ ਅਕਤੂਬਰ 1666 ਦੇ ਵਿੱਚ ਢਾਕੇ ਪਹੁੰਚੇ। ਢਾਕੇ ਦੇ ਖੇਤਰ ਜਿਹੜਾ ਕਿ ਪਹਿਲਾਂ ਹੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਹੀ ਪ੍ਰਸਿੱਧ ਸੀ, ਤੇ ਇੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਇੱਕ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਢਾਕੇ। ਤਾਂ ਉੱਥੇ ਜਾ ਕੇ ਮੈਂ ਦੇਖਿਆ ਇੱਕ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ, ਸੋਹਣਾ ਗੁਰਦੁਆਰਾ ਨਾਨਕ ਸ਼ਾਹੀ ਢਾਕਾ ਇਹ ਨਾਮ ਆ। ਢਾਕਾ ਯੂਨੀਵਰਸਿਟੀ ਬਹੁਤ ਵੱਡੇ ਖੇਤਰ ਦੇ ਵਿੱਚ ਫੈਲੀ ਹੋਈ ਹੈ, ਤੇ ਢਾਕਾ ਯੂਨੀਵਰਸਿਟੀ ਦੇ ਨਾਲ ਹੀ ਇਹ ਗੁਰਦੁਆਰਾ ਜਿਹੜਾ ਹੈਗਾ ਐਸਟੈਬਲਿਸ਼ ਹੈ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੋੜੇ ਵੀ ਪਏ ਨੇ, ਜਿਸ ਨੂੰ ਦੇਖਣ ਦਾ ਮੌਕਾ ਮਿਲਿਆ। ਇੱਥੇ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ, ਤੇ ਗੁਰੂ ਸਾਹਿਬ ਢਾਕੇ ਤੋਂ ਹੀ ਹੁਕਮਨਾਮੇ ਜਾਰੀ ਕਰਦੇ ਨੇ ਪਟਨਾ ਦੀ ਸੰਗਤ ਨੂੰ। ਇੱਕ ਹੁਕਮਨਾਮੇ ਦੇ ਵਿੱਚ ਉਹ ਪਟਨਾ ਦੀ ਸੰਗਤ ਨੂੰ ਵਧਾਈ ਦਿੰਦੇ ਨੇ, ਤੇ ਇੱਕ ਹੁਕਮਨਾਮੇ ਦੇ ਵਿੱਚ ਉਹ ਪਟਨਾ ਦੀ ਸੰਗਤ ਨੂੰ ਆਸ਼ੀਰਵਾਦ ਦਿੰਦੇ ਨੇ ਕਿ ਤੁਸੀਂ ਉਹਨਾਂ ਦੀ ਐਬਸੈਂਸ ਦੇ ਵਿੱਚ ਪਰਿਵਾਰ ਦੀ ਦੇਖਭਾਲ ਕੀਤੀ ਹੈ। ਇਸ ਗੱਲ ਤੋਂ ਕਲੀਅਰ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਜਨਮ ਜਦੋਂ ਹੋਇਆ ਤਾਂ ਗੁਰੂ ਤੇਗ ਬਹਾਦਰ ਉਸ ਸਮੇਂ ਢਾਕਾ ਦੇ ਵਿੱਚ ਸੀ। ਬਹੁਤ ਸਾਰੇ ਸਰੋਤਾਂ ਦੇ ਵਿੱਚ ਲਿਖਿਆ ਮਿਲਦਾ ਕਿ ਗੁਰੂ ਸਾਹਿਬ ਉਦੋਂ ਪਟਨਾ ਦੇ ਵਿੱਚ ਸੀ। ਇਹ ਗੱਲ ਗਲਤ ਹੈ, ਇਹਨਾਂ ਸਰੋਤਾਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ। ਸੋ ਇਹ ਦੋ ਹੁਕਮਨਾਮੇ ਨੇ ਜਿਨ੍ਹਾਂ ਦੇ ਵਿੱਚ ਹੁਕਮਨਾਮਾ 21 ਤੇ 22 ਜਿਹੜੇ ਫੌਜਾ ਸਿੰਘ ਨੇ ਡੇਟ ਕੀਤੇ ਨੇ, ਉਸ ਨੂੰ ਧਿਆਨ ਨਾਲ ਪੜ੍ਹਿਓ ਤੇ ਦੇਖਿਓ। ਹੁਣ ਗੁਰੂ ਸਾਹਿਬ ਢਾਕੇ ਤੋਂ ਵਾਪਸ ਆ ਰਹੇ ਨੇ। ਜਦੋਂ ਉਹ ਢਾਕੇ ਗਏ, ਸਿਰਫ ਢਾਕੇ ਦੇ ਆਸੇ ਪਾਸੇ ਉਹ ਸਿਲਹੜ, ਚਿਟਗਾਂਵ, ਸੋਨਦੀਪ, ਲਸ਼ਕਰ ਇਹਨਾਂ ਥਾਵਾਂ ਦੀ ਵੀ ਯਾਤਰਾ ਕੀਤੀ। ਪਰ ਅੱਜ ਕੱਲ੍ਹ ਉਹ ਸੋਨਦੀਪ, ਲਸ਼ਕਰ ਤੇ ਇਹਨਾਂ ਥਾਵਾਂ ਤੇ ਸਾਨੂੰ ਕੋਈ ਧਾਰਮਿਕ ਸਥਾਨ ਗੁਰੂ ਸਾਹਿਬ ਦੀ ਯਾਦ ਨਹੀਂ ਮਿਲਦੇ, ਸਿਰਫ ਢਾਕਾ ਦੇ ਵਿੱਚ ਮਿਲਦੇ ਨੇ। ਢਾਕਾ ਦੇ ਵਿੱਚ ਲੰਮਾ ਸਮਾਂ ਰਹਿਣ ਤੋਂ ਜਦੋਂ ਹੁਣ ਵਾਪਸ ਪਟਨਾ ਵੱਲ ਆਏ ਤਾਂ ਇਸ ਸਮੇਂ ਰਾਜਾ ਰਾਮ ਸਿੰਘ ਨੂੰ ਅਕਬਰ ਜਿਹੜਾ ਹੈਗਾ ਉਹ ਅਸਾਮ ਦੀ ਮੁਹਿੰਮ ਤੇ ਭੇਜਦਾ, ਕਿਉਂਕਿ ਅਸਾਮ ਦੇ ਵਿੱਚ ਬਗਾਵਤ ਹੋ ਗਈ। ਰਾਜਾ ਰਾਮ ਸਿੰਘ ਨੂੰ ਭੇਜਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹਦੇ ਦਿਲ ਦੇ ਵਿੱਚ ਗੁੱਸਾ ਸੀ ਕਿ ਉਸਨੇ ਗੁਰੂ ਸਾਹਿਬ ਨੂੰ ਬਿਨਾਂ ਉਹ ਔਰੰਗਜ਼ੇਬ ਦੀ ਇਜਾਜ਼ਤ ਤੋਂ ਉਸਨੇ ਗੁਰੂ ਸਾਹਿਬ ਨੂੰ ਰਿਹਾ ਕਰਤਾ ਸੀ, ਤੇ ਉਹ ਚਾਹੁੰਦਾ ਸੀ ਕਿ ਪਟਨਾ ਅਸਾਮ ਭੇਜਿਆ ਜਾਵੇ। ਇੱਥੇ ਉਹ ਆਪੀ ਅਸਾਮ ਦੇ ਰਾਜੇ ਦੁਆਰਾ ਜਾਂ ਉੱਥੋਂ ਦੇ ਲੋਕਾਂ ਦੁਆਰਾ ਜਾਦੂ ਟੂਣੇ ਕਰਨ ਕਰਕੇ ਉਹ ਮਰ ਖੱਪ ਜੂਗਾ, ਜੇ ਨਾ ਮਰਿਆ ਤਾਂ ਜਿੱਤ ਕੇ ਵਾਪਸ ਆ ਜਾਊਗਾ। ਉਹਦੇ ਦੋਨੋਂ ਕੰਮ ਜਿਹੜੇ ਹੈਗੇ ਉਹ ਹੱਲ ਹੋ ਜਾਣੇ ਨੇ। ਜਦੋਂ ਰਾਜਾ ਰਾਮ ਸਿੰਘ ਆਪਣੀ ਫੌਜ ਦੇ ਨਾਲ ਅਸਾਮ ਵੱਲ ਜਾ ਰਿਹਾ, ਉਹਦੇ ਫੌਜ ਦੇ ਅੰਦਰ ਚਾਹੇ ਉਹ ਵਿੱਚ ਮੁਗਲ ਵੀ ਸੀ, ਰਾਜਪੂਤ, ਉਹਨਾਂ 'ਚ ਡਰ ਸੀ, ਕਿਉਂਕਿ ਅਸਾਮ ਜਿਸ ਨੂੰ ਪਹਿਲਾਂ ਕਾਮਰੂਪ ਕਿਹਾ ਜਾਂਦਾ ਸੀ, ਗੁਰੂ ਨਾਨਕ ਦੇ ਸਮੇਂ ਦੇ ਵਿੱਚ ਵੀ ਇੱਥੇ ਜਾਦੂਗਰਨੀਆਂ ਦਾ ਬੋਲਬਾਲਾ ਸੀ, ਸਾਨੂੰ ਆਮ ਸਾਖੀਆਂ 'ਚ ਮਿਲਦਾ। ਤੇ ਉਹ ਜਾਦੂਗਰੀ ਕਰਕੇ ਜਿਹੜੇ ਲੋਕ ਸੀਗੇ ਰਾਜਾ ਰਾਮ ਸਿੰਘ ਦੀ ਫੌਜ ਦੇ ਅਧਿਕਾਰੀ ਤੇ ਸਿਪਾਹੀ ਉਹ ਡਰੇ ਹੋਏ ਸੀ, ਪਰ ਹੁਕਮ ਸੀ ਜਾ ਰਹੇ ਸੀ। ਤੇ ਇਸੇ ਕਰਕੇ ਰਾਜਾ ਰਾਮ ਸਿੰਘ ਨੇ ਇਹ ਜਿਹੜਾ ਰੂਟ ਅਪਣਾਇਆ ਸੀ ਉਹ ਪਟਨਾ ਦੇ ਰਾਹੀਂ ਮਾਲਦਾ ਤੱਕ। ਮਾਲਦਾ ਤੋਂ ਉਸਨੇ 5 ਫਕੀਰ ਲੈ ਕੇ ਜਾਣੇ ਸੀ, 5 ਪੀਰ ਲੈ ਕੇ ਜਾਣੇ ਸੀ ਜਿਹੜੇ ਜਾਦੂ ਟੋਣੇ 'ਚ ਨਿਪੁੰਨ ਸੀ। ਤੇ ਜਦੋਂ ਪਟਨਾ ਪਹੁੰਚਦਾ ਤਾਂ ਇੱਥੇ ਗੁਰੂ ਸਾਹਿਬ ਬਾਰੇ ਪਤਾ ਕਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਢਾਕੇ ਤੋਂ ਚੱਲ ਪਏ ਨੇ, ਮੁੰਗੇਰ ਦਾ ਕਿਸੇ ਆਸੇ ਪਾਸੇ ਨੇ। ਇਮੀਡੀਏਟਲੀ ਉਹ ਪਟਨਾ ਤੋਂ ਗੁਰੂ ਸਾਹਿਬ ਮੁੰਗੇਰ ਵੱਲ ਨੂੰ ਜਾਂਦਾ ਹੈ, ਤੇ ਰਸਤੇ 'ਚ ਗੁਰੂ ਸਾਹਿਬ ਮੁੰਗੇਰ ਜਾਂ ਉਹਦੇ ਨੇੜੇ ਕਿਤੇ ਗੁਰੂ ਸਾਹਿਬ ਨੂੰ ਮਿਲਦਾ ਹੈ। ਗੁਰੂ ਸਾਹਿਬ ਨੂੰ ਬੇਨਤੀ ਕਰਦਾ ਕਿ ਉਸ ਨਾਲ ਅਸਾਮ ਜਾਣ। ਕਾਰਨ ਦੱਸਦਾ ਕਿਉਂ ਗੁਰੂ ਸਾਹਿਬ ਦੇ ਤੇ ਉਸਦੇ ਪਿਤਾ ਰਾਜਾ ਜੈ ਸਿੰਘ ਦੇ ਬਹੁਤ ਵਧੀਆ ਸੰਬੰਧ ਸੀ, ਤੇ ਗੁਰੂ ਸਾਹਿਬ ਉੱਥੋਂ ਹੀ ਪਟਨਾ ਆਉਣ ਦੀ ਥਾਂ ਤੇ ਉਸ ਥਾਂ ਤੋਂ ਅਸਾਮ ਵੱਲ ਚਲੇ ਜਾਂਦੇ ਨੇ। ਇੱਥੇ ਲੋਕਾਂ ਦੇ ਵਿੱਚ ਫਿਰ ਮਤਭੇਦ ਆ ਕਿ ਗੁਰੂ ਸਾਹਿਬ ਪਟਨਾ ਮਿਲੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮੇ ਨੇ ਜਿਹੜੇ ਉਹਨਾਂ ਨੇ ਇਸ ਥਾਂ ਤੋਂ ਲਿਖੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਰਾਜਾ ਜੀ ਨਾਲ ਅਸਾਮ ਜਾ ਰਿਹਾ। ਰਾਜਾ ਜੀ ਕੌਣ ਨੇ? ਰਾਜਾ ਰਾਮ ਸਿੰਘ। ਤੇ ਪਟਨਾ ਦੀ ਸੰਗਤ ਨੂੰ ਉਹ ਹੁਕਮਨਾਮੇ ਭੇਜਦੇ ਨੇ, ਤੇ ਇੱਥੋਂ ਹੀ ਜਦੋਂ ਗੁਰੂ ਸਾਹਿਬ ਨੂੰ ਹੁਕਮਨਾਮੇ ਭੇਜਦੇ ਨੇ ਤਾਂ ਨਾਲ ਦੀ ਨਾਲ ਉਹ ਕੁਝ ਸਮਾਨ ਮੰਗਵਾਉਂਦੇ ਨੇ, ਕਿਉਂਕਿ ਗੁਰੂ ਸਾਹਿਬ ਜਿੱਥੇ ਵੀ ਜਾ ਰਹੇ ਨੇ ਲੋੜ ਮੁਤਾਬਕ ਲੋਕਾਂ ਦੀ ਹੈਲਪ ਕਰ ਰਹੇ ਨੇ। ਤਾਂ ਦੂਜੀ ਗੱਲ, ਗੁਰੂ ਸਾਹਿਬ ਜਦੋਂ ਹੁਣ ਅਸਾਮ ਜਾ ਰਹੇ ਨੇ ਤਾਂ ਰਾਜਾ ਰਾਮ ਸਿੰਘ ਬੇਸ਼ੱਕ ਉਹ ਰਾਜਾ ਰਾਮ ਸਿੰਘ ਦੀ ਸਹਾਇਤਾ ਲਈ ਜਾ ਰਹੇ ਨੇ, ਪਰ ਉਹਨਾਂ ਦੇ ਨਾਲ ਨਹੀਂ ਜਾ ਰਹੇ। ਰਾਜਾ ਰਾਮ ਸਿੰਘ ਆਪਣਾ ਲੱਗ ਜਾ ਰਿਹਾ, ਗੁਰੂ ਸਾਹਿਬ ਲੱਗ ਜਾ ਰਹੇ। ਰਸਤੇ ਦੇ ਵਿੱਚ ਥਾਂ ਉਹ ਆਪਣਾ ਸਿੱਖ ਧਰਮ ਦਾ ਪ੍ਰਚਾਰ ਵੀ ਕਰ ਰਹੇ, ਲੋਕਾਂ ਨੂੰ ਸਿੱਖਿਆ ਵੀ ਦਿੰਦੇ ਜਾ ਰਹੇ ਨੇ। ਅਖੀਰ ਗੁਰੂ ਸਾਹਿਬ ਧੂਬੜੀ ਰੁਕਦੇ ਨੇ ਜਦੋਂ ਅਸਾਮ ਦੇ ਵਿੱਚ, ਅਤੇ ਰਾਜਾ ਰਾਮ ਸਿੰਘ ਜਿਹੜਾ ਹੈਗਾ ਉਹ ਧੂਬੜੀ ਤੋਂ 15 ਕਿਲੋਮੀਟਰ ਦੂਰ ਬ੍ਰਹਮਪੁੱਤਰ ਦਰਿਆ ਦੇ ਦੂਸਰੇ ਕੰਢੇ ਤੇ ਰੰਗਾਮਾਟੀ ਥਾਂ ਦੇ ਉੱਤੇ ਡੇਰੇ ਲਾਉਂਦੇ। ਇੱਥੇ ਫਿਰ ਸਿੱਖਾਂ ਦੇ ਵਿੱਚ ਮਤਭੇਦ ਆ ਕਿ ਗੁਰੂ ਸਾਹਿਬ ਰੰਗਾਮਾਟੀ ਰੁਕੇ, ਨਹੀਂ, ਗੁਰੂ ਸਾਹਿਬ ਧੂਬੜੀ ਰੁਕੇ। ਇੱਥੇ ਗੁਰਦੁਆਰਾ ਧੂਬੜੀ ਸਾਹਿਬ ਬਣਿਆ ਹੋਇਆ ਉਹਨਾਂ ਦੀ ਯਾਦ ਦੇ ਵਿੱਚ, ਤੇ ਫੌਜ ਜਿਹੜੀ ਹੈਗੀ ਆ ਰਾਜਾ ਰਾਮ ਸਿੰਘ ਦੀ ਉਹ 15 ਕਿਲੋਮੀਟਰ ਦੂਰ ਰੰਗਾਮਾਟੀ ਦੇ ਵਿੱਚ ਹੈ। ਜਦੋਂ ਮੈਨੂੰ ਅਸਾਮ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਜਾ ਕੇ ਮੈਨੂੰ ਇਸ
ਗੱਲ ਦਾ ਹੋਰ ਜ਼ਿਆਦਾ ਕਲੈਰਿਟੀ ਹੋਈ ਜਦੋਂ ਮੈਂ ਉੱਥੇ ਸੰਗਤ ਨਾਲ ਗੱਲ ਕੀਤੀ ਤੇ ਸਾਨੂੰ ਉਸ ਸਮੇਂ ਦੇ ਅਸਾਮੀ ਸਰੋਤ ਮਿਲਦੇ ਨੇ ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਮਿਲਦਾ। ਇਸ ਤੋਂ ਪਹਿਲਾਂ ਮੈਂ ਵੀ ਇਸੇ ਭੁਲੇਖੇ ਦੇ ਵਿੱਚ ਸੀਗੇ ਰੰਗਾਮਾਟੀ ਗੁਰੂ ਸਾਹਿਬ ਕੇ। ਸੋ ਇਹ ਖਵਾਜਾ ਸਿੰਘ ਦੁਆਰਾ ਐਡ ਕੀਤੇ ਜਿਹੜੇ ਹੁਕਮਨਾਮੇ ਨੇ 15, 16 ਤੇ 17 ਉਸ ਨੂੰ ਦੇਖ ਕੇ ਸਾਨੂੰ ਇਹ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਦੈਨ ਹੁਣ ਜਦੋਂ ਇੱਥੇ ਆ ਕੇ ਗੁਰੂ ਸਾਹਿਬ ਨੇ ਅਸਾਮ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੇ ਵਿੱਚ ਕੰਪਰੋਮਾਈਜ਼ ਕਰਾਤਾ, ਆਪਸੀ ਸੁਲ੍ਹਾ ਕਰਾਤੀ ਤੇ ਇਸੇ ਥਾਂ ਤੇ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਹਾਲਾਤ ਖਰਾਬ ਨੇ। ਰਾਜਾ ਜਿਹੜਾ ਔਰੰਗਜ਼ੇਬ ਹੈਗਾ ਉਹ ਆਪਣੇ ਕੱਟੜਪੁਣੇ ਤੇ ਆ ਚੁੱਕਿਆ। ਇਮੀਡੀਏਟਲੀ ਗੁਰੂ ਸਾਹਿਬ ਵਾਪਸ ਪਰਤਦੇ ਨੇ। ਇੱਥੋਂ ਹੁਣ ਫਿਰ ਧਿਆਨ ਰੱਖਣ ਵਾਲੀ ਗੱਲ ਆ ਕਿ ਗੁਰੂ ਸਾਹਿਬ ਜਦੋਂ ਵਾਪਸ ਆ ਰਹੇ ਨੇ ਉਹ ਪਟਨਾ ਨਹੀਂ ਆ ਰਹੇ। ਇੱਥੋਂ ਆਪਣੇ ਸਿੱਖਾਂ ਨੂੰ ਹੁਕਮ ਦਿੰਦੇ ਨੇ ਕਿ ਉਹ ਪਟਨਾ ਤੋਂ ਪਰਿਵਾਰ ਨੂੰ ਲੈ ਕੇ ਲਖਨੌਰ ਆ ਜਾਣ। ਲਖਨੌਰ ਅੰਬਾਲਾ ਦੇ ਕੋਲ ਆ, ਗੁਰੂ ਸਾਹਿਬ ਦੇ ਸਹੁਰੇ ਨੇ, ਉਹਨਾਂ ਦਾ ਵੱਡਾ ਸਾਲਾ ਜਿਹੜਾ ਹੈਗਾ ਉਹ ਲਖਨੌਰ ਰਹਿ ਰਿਹਾ। ਉਹ ਲਖਨੌਰ ਦਾ ਹੁਕਮ ਦਿੰਦੇ ਨੇ ਤੇ ਗੁਰੂ ਸਾਹਿਬ ਆਪ ਰਸਤਾ ਬਦਲ ਕੇ ਆਗਰਾ, ਮਥੁਰਾ, ਆਗਰਾ, ਦਿੱਲੀ ਹੁੰਦੇ ਹੋਏ ਪੰਜਾਬ ਆ ਰਹੇ ਨੇ। ਦਿੱਲੀ ਉਹਨਾਂ ਨੇ ਇਸ ਕਰਕੇ ਆਏ ਕਿ ਉਹ ਪੁਸ਼ਪਾ ਦੇਵੀ ਜੋ ਰਾਜਾ ਰਾਮ ਸਿੰਘ ਦੀ ਮਾਂ ਸੀ ਉਸ ਨੂੰ ਮਿਲੇ, ਉਸਦੀ ਸੁੱਖ ਸੰਦ ਦੱਸੀ, ਉਹਦਾ ਹਾਲ ਚਾਲ ਪੁੱਛਿਆ। ਉੱਥੋਂ ਉਹ ਫਿਰ ਭੇਵਾ ਤੇ ਹੋਰ ਥਾਵਾਂ ਤੋਂ ਆਉਂਦੇ ਲਖਨੌਰ ਆ। ਲਖਨੌਰ ਜਦੋਂ ਆਏ ਨੇ ਤਾਂ ਇੱਥੋਂ ਕੁਝ ਸਮਾਂ ਰੁਕੇ। ਪਰਿਵਾਰ ਇਹਨਾਂ ਦੇ ਆਉਣ ਤੋਂ ਪਹਿਲਾਂ ਉੱਥੇ ਪਹੁੰਚ ਚੁੱਕਿਆ ਸੀ। ਫਿਰ ਉਹ ਪੰਜਾਬ ਦਾ ਦੌਰਾ ਕਰਦੇ ਹੋਏ ਅਨੰਦਪੁਰ ਸਾਹਿਬ ਆਏ ਨੇ। ਅਨੰਦਪੁਰ ਸਾਹਿਬ ਜਦੋਂ ਆਉਂਦੇ ਨੇ ਤਾਂ ਦੇਖਦੇ ਨੇ ਕਿ ਇੱਥੇ ਰਿਹਾਇਸ਼ ਦਾ ਪ੍ਰੋਪਰ ਪ੍ਰਬੰਧ ਕਰਨ ਉਪਰੰਤ ਗੁਰੂ ਸਾਹਿਬ ਪਰਿਵਾਰ ਨੂੰ ਵੀ ਅਨੰਦਪੁਰ ਸਾਹਿਬ ਬੁਲਾ ਲੈਂਦੇ ਨੇ। ਇੱਥੇ ਫਿਰ ਕਸ਼ਮੀਰੀ ਪੰਡਤਾਂ ਦੀ ਜਿਹੜੀ ਹੈਗੀ ਆ ਉਹ ਸਮੱਸਿਆ ਸਾਡੇ ਸਾਹਮਣੇ ਆਉਂਦੀ ਹੈ। ਤਾਂ ਜਦੋਂ ਅਸੀਂ ਸਾਰੇ ਕੁਝ ਦੇਖਦੇ ਹਾਂ ਤਾਂ ਸਾਨੂੰ ਸਾਕੀ ਮੁਸਤੈਦ ਖਾਨ ਦੀ ਲਿਖਤ ਹੈਗੀ ਆ ਮੁਆਸਰੇ ਆਲਮਗੀਰੀ। ਉਹਦੇ ਵਿੱਚ ਉਹ ਲਿਖਦਾ ਕਿ ਔਰੰਗਜ਼ੇਬ ਜਿਹੜਾ ਸੀ ਉਹ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਉਸਦੀ ਦਿਲੀ ਇੱਛਾ ਸੀ ਤੇ ਉਸ ਨੇ ਸਾਰੇ ਪ੍ਰਾਂਤਾਂ ਦੇ ਸੂਬੇਦਾਰਾਂ ਨੂੰ ਹੁਕਮ ਲਾਗੂ ਕਰ ਦਿੱਤਾ ਕਿ ਕਾਫਰਾਂ ਦੇ ਸਾਰੇ ਮੰਦਰ ਨਸ਼ਟ ਕਰ ਦਿਓ। ਮੁਗਲ ਕਾਲ ਦਾ ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਖਾਫੀ ਖਾਨ, ਉਸ ਦੀ ਜਿਹੜੀ ਰਾਈਟਿੰਗ ਹੈ ਮਤਖਬ ਉਲ ਲਵਾਬ, ਉਸ ਦੇ ਵਿੱਚ ਵੀ ਉਹ ਧਾਰਮਿਕ ਅਸਹਿਣਸ਼ੀਲਤਾ ਦਾ ਜ਼ਿਕਰ ਕਰਦਾ। ਕਾਫੀ ਲੰਬਾ ਹੈ, ਮੈਂ ਉਸ ਨੂੰ ਨਹੀਂ ਕਹੂੰਗਾ, ਇਹਨਾਂ ਦੱਸਦਾ ਅੱਗੇ ਨਿਕਲਦਾ। ਇਸੇ ਸਮੇਂ ਟੈਬਨੀਅਰ ਇੱਕ ਇੰਗਲਿਸ਼ ਜਿਹੜਾ ਟਰੈਵਲਰ ਹੈਗਾ ਤੇ ਉਹ ਲਿਖਦਾ ਕਿ ਪੰਜਾਬ ਜਿਹੜੇ ਹਿੰਦੁਸਤਾਨ ਦੇ ਜਿਹੜੇ ਹਾਕਮ ਨੇ ਉਹ ਜਿਹੜੇ ਉਸ ਸਮੇਂ ਦੇ ਮੂਰਤੀ ਪੂਜਕ ਲੋਕ ਨੇ, ਮੂਰਤੀ ਪੂਜਕ ਤੋਂ ਭਾਵ ਹਿੰਦੂ ਲੋਕ, ਉਹਨਾਂ ਨੂੰ ਬੇਹੱਦ ਤੰਗ ਕਰ ਰਹੇ ਨੇ ਤੇ ਉਹਨਾਂ ਵਿੱਚੋਂ ਕੋਈ ਮੁਸਲਮਾਨ ਬਣ ਜਾਵੇ ਤਾਂ ਉਸ ਨੂੰ ਉਹ ਕੁਝ ਨਹੀਂ ਕਹਿੰਦੇ ਪਰ ਬਾਕੀਆਂ ਦੇ ਉੱਤੇ ਤਸ਼ੱਦਦ ਕਰ ਰਹੇ ਨੇ। ਸਰ ਜਾਦੂਨਾਥ ਸਰਕਾਰ ਜਿਹੜਾ ਹੈਗਾ ਉਹ ਕਹਿੰਦਾ ਕਿ ਜਿਹੜੇ ਹਿੰਦੂ ਵਪਾਰੀ ਹੈਗੇ ਉਹਨਾਂ ਉੱਤੇ ਮੁਸਲਮਾਨਾਂ ਨਾਲੋਂ ਜ਼ਿਆਦਾ ਟੈਕਸ ਲਗਾਇਆ ਜਾਂਦਾ ਹੈ। ਮੁਸਲਮਾਨਾਂ ਉੱਤੇ 2.5% ਤੇ ਹਿੰਦੂਆਂ ਉੱਤੇ 5% ਜਿਹੜਾ ਹੈਗਾ ਉਹ ਚੁੰਗੀ ਕਰ ਲਿਆ ਜਾ ਰਿਹਾ ਤੇ ਉਹਨਾਂ ਉੱਤੇ ਹੋਰ ਬਹੁਤ ਸਾਰੇ ਤਸ਼ੱਦਦ ਕੀਤੇ ਜਾ ਰਹੇ, ਜਜ਼ੀਆ ਲਿਆ ਜਾ ਰਿਹਾ ਤੇ ਮੰਦਰਾਂ ਨੂੰ ਢਾ ਕੇ ਮਸੀਤਾਂ ਬਣਾਈ ਜਾ ਰਹੀਆਂ ਸੋ ਐਂਡ ਸੋ। ਤੇ ਇਸ ਕਰਕੇ ਜਿਹੜੇ ਹਿੰਦੂ ਲੋਕ ਨੇ ਉਹ ਬਹੁਤ ਦੁਖੀ ਨੇ ਕਿਉਂਕਿ ਸਰ ਜਾਦੂਨਾਥ ਸਰਕਾਰ ਜਿਹੜਾ ਹੈਗਾ ਉਸ ਦੀ ਜਿਹੜੀ ਕਿਤਾਬ ਹੈਗੀ ਆ ਔਰੰਗਜ਼ੇਬ ਐਂਡ ਹਿਸ ਟਾਈਮ ਕਾਫੀ ਪਪੂਲਰ ਆ। ਦੈਨ ਰਾਧਾ ਕ੍ਰਿਸ਼ਨ ਜਿਹੜਾ ਹੈਗੇ ਨੇ ਉਹ ਲਿਖਦੇ ਨੇ ਕਿ ਜਦੋਂ ਅੱਤ ਦੀ ਨਿਰਾਸ਼ਾ ਹੋਵੇ, ਕਿਸੇ ਸਭਿਅਤਾ ਦਾ ਲੱਕ ਟੁੱਟਣ ਸਮੇਂ ਮਨ ਨੂੰ ਸਮਕਾਲੀ ਜੀਵਨ ਯੁੱਗ ਦੀ ਅਪੂਰਨਤਾ ਅਤੇ ਉਸ ਦੀਆਂ ਬੁਨਿਆਦੀ ਤੇ ਧਰਾਤਲ ਬਦਲਣ ਲਈ ਸੋਚਣ ਬਾਰੇ ਖਿਆਲ ਕਰਦੀ ਹੈ ਤੇ ਕਈ ਰੂਹ ਵਾਲੀ ਮਹਾਨ ਤਹਿਰੀਕਾਂ ਖੁੱਬਾ ਵਾਂਗ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਭਾਵ ਗੁਰੂ ਤੇਗ ਬਹਾਦਰ ਸਾਹਿਬ ਇਸ ਸਮੇਂ ਜਿਹੜੇ ਉਸ ਸਮੇਂ ਦੇ ਗੈਰ ਮੁਸਲਿਮ ਲੋਕ ਸੀ ਉਹਨਾਂ ਦੀ ਸਹਾਇਤਾ ਲਈ ਸਾਹਮਣੇ ਆਏ। ਇਸੇ ਸਮੇਂ ਸਿਰਫ ਜਿਹੜਾ ਔਰੰਗਜ਼ੇਬ ਹੈਗਾ ਉਹ ਇਕੱਲੇ ਹਿੰਦੂਆਂ ਉੱਤੇ ਤਸ਼ੱਦਦ ਨਹੀਂ ਕਰ ਰਿਹਾ, ਉਹ ਜਿਹੜੇ ਲੋਕ ਚਾਹੇ ਉਹ ਮੁਸਲਮਾਨ ਵੀ ਨੇ ਪਰ ਉਹ ਸੁੰਨੀ ਨਹੀਂ ਉਹਨਾਂ ਨੂੰ ਵੀ ਤੰਗ ਕਰ ਰਿਹਾ। ਸਰਮਦ ਇੱਕ ਸੂਫੀ ਫਕੀਰ ਆ ਜੋ ਖੁੱਲੀਆਂ ਕਵਿਤਾਵਾਂ ਗਾਉਂਦਾ ਹੈ ਜਿਸ ਨੂੰ ਰੁਬਾਈਆਂ ਕਿਹਾ ਜਾਂਦਾ, ਪਰ ਉਹ ਖੁੱਲ ਦਿਲਾ ਵਿਅਕਤੀ ਸੀ, ਉਹ ਕੱਟੜ ਨਹੀਂ ਸੀ। ਉਹਦੀਆਂ ਇਸ ਖੁੱਲ ਦਿਲੇ ਕਰਕੇ ਉਹਦੀਆਂ ਰੁਬਾਈਆਂ ਕਰਕੇ ਉਸ ਨੂੰ ਕਤਲ ਕਰਵਾ ਦਿੰਦਾ। ਸਾਨੂੰ ਬਹੁਤ ਸਾਰੇ ਸੋਰਸਿਸ ਜਿਹੜੇ ਹੈਗੇ ਨੇ ਇਸ ਦੇ ਬਾਰੇ ਪਤਾ ਲੱਗਦੇ ਨੇ। ਫਾਰ ਐਗਜ਼ਾਮਪਲ ਜਿਹੜਾ ਹੈਗਾ ਗਣੇਸ਼ ਦਾਸ ਵਡੇਰਾ ਜਿਹੜਾ ਹੈਗਾ ਚਾਰ ਬਾਗ ਪੰਜਾਬ ਦੇ ਵਿੱਚ, ਪਿਆਰ ਸਿੰਘ ਪਦਮ ਜਿਹੜਾ ਹੈਗਾ ਉਸਨੇ ਫਾਰਸੀ ਸਰੋਤ ਸੰਪਾਦਿਤ ਕੀਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਫਾਰਸੀ ਸਰੋਤ, ਉਸ ਦੇ ਵਿੱਚ ਮੁਹੰਮਦ ਕਾਸਿਮ ਜਿਹੜਾ ਹੈਗਾ ਉਹ ਇਬਰਤਨਾਮਾ ਤੇ ਹੋਰ ਬਹੁਤ ਸਾਰੇ ਸਰੋਤ ਜਿਨ੍ਹਾਂ ਦੇ ਵਿੱਚ ਇਹ ਸਰਮਦ ਦੀ ਗੱਲ ਹੁੰਦੀ ਹੈ। ਤੇ ਇਸੇ ਸਮੇਂ ਪੰਜਾਬ ਦੇ ਵਿੱਚ ਅਤੇ ਕਸ਼ਮੀਰ ਦੇ ਵਿੱਚ ਵੀ ਹਾਹਾਕਾਰ ਮਚੀ ਹੋਈ ਹੈ। ਕਸ਼ਮੀਰ ਦਾ ਜਿਹੜਾ ਸੂਬੇਦਾਰ ਹੈਗਾ ਇਫਤਖਾਰ ਖਾਨ ਜੋ 1671 ਤੋਂ 75 ਦਾ ਸਮਾਂ ਹੈ ਉਹ ਵੀ ਕਸ਼ਮੀਰ ਦੇ ਵਿੱਚ ਤਸ਼ੱਦਦ ਕਰ ਰਿਹਾ, ਅਤਿਆਚਾਰ ਕਰ ਰਿਹਾ। ਇੱਥੇ ਫਿਰ ਧਿਆਨ ਨਾਲ ਸੁਣਿਓ, ਕਸ਼ਮੀਰ ਦੇ ਲੋਕਾਂ ਦੇ ਉੱਤੇ ਖਾਸ ਤੌਰ ਤੇ ਉਹਦੇ ਜਿਹੜੇ ਬ੍ਰਾਹਮਣ ਹੈਗੇ ਉਹਨਾਂ ਨੂੰ ਇਸਲਾਮ 'ਚ
लैके आने वास्ते उन्होंने बहुत ज्यादा तशद्दुद किया जा रहा है, जोर पाया जा रहा है। क्यों? क्योंकि जो कश्मीरी पंडित ने बहुत विद्वान ने, ਤੇ औरंगजेब को भली भांति जांदा है जे कश्मीरी पंडित ਨੂੰ इस्लाम च लिया गया ਤਾਂ ਅਕਾਦਮਿਕ ਤੌਰ ਦੇ ਉੱਤੇ ਜਿਹੜੀ ਇੱਕ ਇੰਟੈਲੀਜੈਂਟ ਫਾਰਮ ਜਿਹੜੀ ਹੈਗੀ ਆ ਉਹ ਸਾਡੇ ਇਸਲਾਮ ਦੇ ਵਿੱਚ ਆ ਜੂਗੀ ਤੇ ਇਸਲਾਮ ਦੀ ਤਰੱਕੀ ਹੋਊਗੀ। ਦੂਸਰਾ, ਜੇ ਕਸ਼ਮੀਰੀ ਪੰਡਤ ਜਿਹੜੇ ਕਿ ਉਸ ਸਮੇਂ ਹਿੰਦੂ ਧਰਮ ਦੇ ਗਿਆਤਾ ਨੇ ਉਹ ਇਸਲਾਮ ਦੇ ਵਿੱਚ ਆ ਗਏ ਤਾਂ ਵੱਡੀ ਗਿਣਤੀ 'ਚ ਹਿੰਦੂ ਜਿਹੜੇ ਹੈਗੇ ਉਹਨਾਂ ਦੀ ਦੇਖਾ ਦੇਖੀ ਇਸਲਾਮ 'ਚ ਆ ਜਾਣਗੇ। ਇਸ ਕਰਕੇ ਉਹ ਕਸ਼ਮੀਰੀ ਪੰਡਤਾਂ ਨੂੰ ਇਸਲਾਮ ਧਾਰਨ ਕਰਨਾ ਚਾਹੁੰਦਾ ਸੀ। ਪਰ ਕਸ਼ਮੀਰੀ ਪੰਡਤ ਜਿਹੜੇ ਹੈਗੇ ਉਹ ਕਿਰਪਾ ਰਾਮ ਜਿਹੜਾ ਮਟਨ ਨਿਵਾਸੀ ਸੀ ਉਸ ਦੀ ਅਗਵਾਈ ਗੁਰੂ ਸਾਹਿਬ ਨੂੰ ਮਿਲਦੇ ਨੇ। 25 ਮਈ 1675 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਮਿਲਦੇ ਨੇ। ਪਟਵਈ ਦੇ ਵਿੱਚ ਇਹਦਾ ਜ਼ਿਕਰ ਹੈ कि भाई कृपाराम बेटा अड़ूराम का पोता नारायण दास का पड़पोता ब्रह्मदास का वंश ठाकर दास की दत्त गोत्रा मुजायर ब्राह्मण वासी मटन देश का कश्मीरी संता सहित 17 से 32 जेठ मासे सुदी इकोदस के यह 2 खड़ोस ब्राह्मणों गैल ग्राम चक नानकी परगना कहलूर गुरु तेग बहादुर जी महलनामा के दरबार आए फराती हुआ। ਤੇ ਗੁਰੂ ਜੀ ਨੇ ਇਸੇ ਧੀਰਜ ਦੀ ਬਚਨ ਹੁਆ ਤੁਸਾਂ ਕੀ ਰੱਖਿਆ ਬਾਬਾ ਨਾਨਕ ਜੀ ਕਰੇਗਾ। ਤੇ ਇਸ ਦੀ ਗੱਲ ਜਿਹੜੀ ਪੁੱਛਲੀ ਹੈਗੀ ਸੇਵਾ ਸਿੰਘ ਭੱਟ ਜਿਹੜਾ ਹੈਗਾ ਸ਼ਹੀਦ ਵਿਲਾਸ ਭਾਈ ਮਣੀ ਸਿੰਘ ਉਹ ਵੀ ਕਰਦਾ ਹੈ। ਮੈਂ ਜ਼ਿਆਦਾ ਡਿਟੇਲ ਨਹੀਂ ਜਾਂਦਾ। ਸੋ ਤੇ ਗੁਰੂ ਸਾਹਿਬ ਉਹਨਾਂ ਨੂੰ ਕਹਿ ਕੇ ਭੇਜ ਦਿੰਦੇ। ਜਦੋਂ ਇਹ ਵਾਰਤਾਲਾਪ ਹੋਈ ਹੈ ਗੁਰੂ ਗੋਬਿੰਦ ਸਿੰਘ ਜਿਹੜੇ ਕਿ 9 ਸਾਲ ਦੇ ਨੇ ਤੇ ਸਾਨੂੰ ਸਾਖੀ ਸਭ ਨੂੰ ਪਤਾ ਹੈ ਉਹ ਗੁਰੂ ਸਾਹਿਬ ਨੂੰ ਮਿਲਦੇ ਨੇ ਤੇ ਉਹ ਜੋ ਵਾਰਤਾਲਾਪ ਡਿਸਕਸ਼ਨ ਹੁੰਦੀ ਆ ਮੈਂ ਉਹ ਸਾਰਾ ਸਕਿਪ ਕਰਦਾ ਕਿਉਂਕਿ ਸਮਾਂ ਆਜ਼ਾਦ ਨਹੀਂ ਹੁੰਦਾ। ਅੰਤ ਗੁਰੂ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਜਾਓ ਤੇ ਜਾ ਕੇ ਕਹਿ ਦਿਓ ਕਿ ਤੇਗ ਬਹਾਦਰ ਜਿਹੜਾ ਹੈਗਾ ਉਹ ਸਾਡਾ ਗੁਰੂ ਆ ਤੇ ਜੇ ਉਹ ਇਸਲਾਮ ਗਿਆਨ ਕਰ ਲੂ ਤਾਂ ਅਸੀਂ ਵੀ ਕਰ ਲਵਾਂਗੇ। ਇੱਕ ਭੇਜਦਾ ਤੇ ਗੁਰੂ ਸਾਹਿਬ ਹੁਣ ਉਹਨਾਂ ਨੇ ਤਿਆਰੀ ਖਿੱਚ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਵੱਡਾ ਸੰਕਟ ਆਉਣ ਵਾਲਾ ਤੇ ਇਸ ਸਮੇਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਬਾਰੇ ਵੀ ਵੱਖ-ਵੱਖ ਮਤਭੇਦ ਨੇ ਤੇ ਗੁਰੂ ਸਾਹਿਬ ਜਿਹੜੇ ਹੈਗੇ ਦੂਜੀ ਹੈਰਾਨੀ ਵਾਲੀ ਗੱਲ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਾਸਤੇ ਹਕੂਮਤ ਆਉਂਦੀ ਆ ਤੇ ਲੇਕਿਨ ਇਹ ਪਹਿਲੇ ਵਿਅਕਤੀ ਸੀ ਜਿਹੜੇ ਹਕੂਮਤ ਕੋਲ ਜਾ ਰਹੇ ਨੇ ਉਸ ਨੂੰ ਸਮਝਾਉਣ ਵਾਸਤੇ ਕਿ ਤੂੰ ਗਲਤ ਆ। ਤੇ ਗੁਰੂ ਸਾਹਿਬ ਦੇ ਬਾਰੇ ਵੱਖ-ਵੱਖ ਇਤਿਹਾਸਕਾਰ ਮਤਭੇਦ ਆ ਕਿ ਕੁਝ ਜਿਵੇਂ ਭਾਈ ਸੰਤੋਖ ਸਿੰਘ ਦੇ ਗਿਆਨੀ ਗਿਆਨ ਸਿੰਘ ਜਿਹੜੇ ਹੈਗੇ ਨੇ ਉਹ ਆਗਰੇ ਦਾ ਨਾਂ ਲੈਂਦੇ ਨੇ। ਪਤਾ ਨਹੀਂ ਇਹ ਕਿਵੇਂ ਮਤ ਪ੍ਰਚਲਿਤ ਹੋ ਗਿਆ। ਭਾਈ ਕੋਇਰ ਸਿੰਘ ਸੁੱਖਾ ਸਿੰਘ ਦਿੱਲੀ ਦਾ ਲੈ ਰਹੇ ਨੇ। ਸਰੂਪਦਾਸ ਭੱਲਾ ਧਮਧਾਨ ਦਾ ਲੈ ਰਹੇ। ਧਮਧਾਨ ਪਹਿਲੀ ਗ੍ਰਿਫਤਾਰੀ ਹੋਈ ਸੀ। ਕੇਸਰ ਸਿੰਘ ਛਿੱਬੜ ਕਹਿੰਦਾ ਕਿ ਰੋਪੜ ਦੇ ਨੇੜੇ ਮਲਕਪੁਰ ਰੰਗਣਾ ਜਿਹੜਾ ਹੈਗਾ ਉੱਥੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਪਟਵਈਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਇਹ ਜ਼ਿਕਰ ਮਿਲਦਾ ਤੇ ਮੈਂ ਉਹ ਪਟਵਈ ਮੁਲਤਾਨੀ ਸਿੰਧੀ ਜੋ ਉਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਮੈਂ ਉਹ ਨਹੀਂ ਜਾਊਂਗਾ ਕਿਉਂਕਿ ਸਮਾਂ ਕਾਫੀ ਹੋ ਗਿਆ। ਤੇ ਸਾਨੂੰ ਇਸ ਤੋਂ ਗੱਲ ਕਲੀਅਰ ਹੁੰਦੀ ਆ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰ ਜਿਹੜਾ ਕੀਤਾ ਜਾਂਦਾ ਉਹ ਮਲਕਪੁਰ ਰੰਗੜਾ ਰੋਪੜ ਦੇ ਕੋਲੋਂ ਕੀਤਾ ਜਾਂਦਾ ਹੈ ਤੇ ਪਟਵਈ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਮਿਲਦੀ ਆ ਕਿ ਮਿਰਜ਼ਾ ਨੂਰ ਮੁਹੰਮਦ ਖਾਨ ਜਿਹੜਾ ਹੈਗਾ ਰੋਪੜ ਦਾ ਕੋਤਵਾਲ ਉਹ ਕਿਵੇਂ ਆਉਂਦਾ ਹੈ। ਉੱਥੋਂ ਦਿੱਲੀ ਤੋਂ ਕੌਣ ਚੱਲਦਾ ਹੈ ਸੂਬੇਦਾਰ ਜਿਹੜਾ ਹੈਗਾ ਸਰਹੰਦ ਦਾ ਉਸ ਸਮੇਂ ਦਿਲਾਵਰ ਖਾਨ ਤੇ ਉਹ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਨੂੰ ਕਹਿੰਦਾ ਜਾ ਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰੋ ਸੋ ਐਂਡ ਸੋ। ਤੇ ਗੁਰੂ ਸਾਹਿਬ ਦੇ ਨਾਲ ਇਸ ਸਮੇਂ ਜਿਹੜੇ ਹੈਗੇ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਨੇ। ਜੇ ਤੁਸੀਂ ਦੇਖਣਾ ਵੀ ਹੈ ਤਾਂ ਪਟਵਈ ਮੁਲਤਾਨੀ ਦੇਖ ਲਿਓ ਖਾਤਾ ਬਲਤਾਉਰ ਦਾ ਤੇ ਨਾਲ ਹੀ ਸਾਖੀਆਂ ਜਿਹੜੀਆਂ ਹੈਗੀਆਂ ਗੁਰੂ ਕੇ ਸਾਖੀਆਂ ਉਹਦੇ ਵਿੱਚ ਵੀ ਡਿਟੇਲ ਦੇ ਵਿੱਚ ਮਿਲਦਾ ਹੈ ਤੇ ਜਿਹੜੇ ਗੁਰੂ ਸਾਹਿਬ ਨਾਲ ਸਿੱਖ ਨੇ ਚਾਹੇ ਮਤੀ ਦਾਸ ਸਤੀ ਦਾਸ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਿਛੋਕੜ ਦਾ ਵੀ ਪੂਰਾ ਪਤਾ ਲੱਗ ਰਿਹਾ ਹੈ ਕੌਣ ਹੈ ਕਿਸ ਜਾਤ ਨਾਲ ਸੰਬੰਧ ਰੱਖਦੇ ਨੇ ਸੋ ਐਂਡ ਸੋ। ਗੁਰੂ ਸਾਹਿਬ ਜਿਹੜਾ ਹੈਗੇ ਉਹ 11 ਜੁਲਾਈ 1675 ਜਿਹੜਾ ਹੈਗਾ ਉਹਨਾਂ ਨੂੰ ਉਹ ਆਉਂਦੇ ਨੇ ਤੇ ਇਹਦੇ ਬਾਰੇ ਸੰਤ ਗੁਲਾਬ ਸਿੰਘ ਜਿਹੜਾ ਹੈਗਾ ਰਤਨ ਸਿੰਘ ਭੰਗੂ ਪ੍ਰਚੀਨ ਪੱਤਕਾ ਜੋ ਸਾਰਿਆਂ ਦੇ ਵਿੱਚ ਬਹੁਤ ਸਾਰੀ ਸਾਨੂੰ ਜਾਣਕਾਰੀ ਉਹ ਮਿਲਦੀ ਹੈ। ਤੇ ਇਸ ਤੋਂ ਪਹਿਲਾਂ ਕਿ ਗੁਰੂ ਸਾਹਿਬ ਦੇ ਨੂੰ ਜੋ ਸ਼ਹਾਦਤ ਹੁੰਦੀ ਹੈ ਸਾਨੂੰ ਜਾਣਕਾਰੀ ਮਿਲਦੀ ਹੈ ਤੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਦੈਨ ਸਤੀਦਾਸ ਮਤੀਦਾਸ ਜਿਹੜੇ ਹੈਗੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਗੁਰੂ ਇਸ ਕਰਕੇ ਕਿ ਗੁਰੂ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੂੰ ਡਰਾਇਆ ਜਾ ਸਕੇ। ਗੁਰੂ ਸਾਹਿਬ ਬੜੇ ਸ਼ਾਂਤ ਨੇ। ਅੰਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਦੀ ਸ਼ਹਾਦਤ ਦਾ ਮੁੱਖ ਕਾਰਨ ਉਸ ਸਮੇਂ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਹੈ। ਮੇਰੇ ਖਿਆਲ ਟਾਈਮ ਕਾਫੀ ਹੋ ਗਿਆ ਮੈਂ 2-3 ਮਿੰਟ ਦੇ ਵਿੱਚ ਹੀ ਇਸ ਨੂੰ ਲੈਣਾ। ਮੈਂ ਦੇਖ ਲਿਆ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਹੈਗੀ ਆ ਉਹ ਹੋਈ ਆ
इस समय सब तो ਜਿਹੜਾ ਧਿਆਨਯੋਗ ਗੱਲ ਜਿਹੜੀ ਹੈਗੀ ਉਹ ਦੇਖੇ ਗੁਰੂ ਸਾਹਿਬ ਤਿਲਕ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹ ਹਿੰਦੂ ਰਹੁ ਰੀਤਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਰਹੁ ਰੀਤਾਂ ਦੇ ਲਈ ਆਪਣਾ ਬਲਿਦਾਨ ਦੇ ਦਿੱਤਾ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਕਿ ਹਰ ਧਰਮ ਦੇ ਵਿੱਚ ਵਿਸ਼ਵਾਸ ਜਿਹੜਾ ਵਿਸ਼ਵਾਸ ਕਰਨ ਵਾਲਾ ਜਿਹੜਾ ਵਿਅਕਤੀ ਆ ਉਸ ਨੂੰ ਆਪਣੀ ਧਾਰਮਿਕ ਰਹੁ ਰੀਤਾਂ ਦੀ ਸੁਤੰਤਰਤਾ ਹੋਣੀ ਚਾਹੀਦੀ ਆ, ਚਾਹੇ ਉਹ ਕਿਸੇ ਵੀ ਅਕੀਦੇ ਜਾਂ ਧਰਮ ਦਾ ਕਿਉਂ ਨਾ ਹੋਵੇ। ਇਸ ਕਰਕੇ ਗੁਰੂ ਸਾਹਿਬ ਨੇ ਇਸ ਸਮੇਂ ਹਿੰਦੂ ਲੋਕਾਂ ਦੀ ਸਹਾਇਤਾ ਕੀਤੀ। ਉਮਦੁਕ ਤਵਾਰੀਖ ਸੋਮਨਾਥ ਥੂਰੀ ਜਿਹੜਾ ਹੈਗਾ ਉਹ ਬੜੇ ਡਿਟੇਲ ਦੇ ਵਿੱਚ ਇਸ ਬਾਰੇ ਦੱਸਦਾ ਪਿਆ। ਕਿਉਂ? ਉਹ ਕਹਿੰਦੇ ਕਿ ਜਿਹੜੇ ਹਰ ਵਿਅਕਤੀ ਨੂੰ ਮਜਬੂਰ ਕਰਕੇ, ਡਰਾ ਕੇ ਜਾਂ ਤਾਕਤ ਨਾਲ ਕਿਸੇ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ। ਆਜ਼ਾਦੀ ਜਿਹੜੀ ਹੈਗੀ ਮਨੁੱਖ ਦਾ ਮੌਲਿਕ ਅਧਿਕਾਰ ਹੈ, ਕਿਸੇ ਇੱਕ ਧਰਮ ਦਾ ਨਹੀਂ, ਕਿਸੇ ਇੱਕ ਵਿਸ਼ੇਸ਼ ਸੰਪਰਦਾ ਦਾ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਅਤੇ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਊਗੀ ਕਿ ਜੇਕਰ ਇਹ ਸਮਾਂ ਜੇ ਹਿੰਦੂ ਧਰਮ ਤੇ ਨਾ ਹੋ ਕੇ ਕਿਸੇ ਹੋਰ ਧਰਮ ਤੇ ਹੁੰਦਾ ਤਾਂ ਗੁਰੂ ਸਾਹਿਬ ਨੇ ਉਹ ਤਰ੍ਹਾਂ ਜਿਵੇਂ ਹਿੰਦੂ ਧਰਮ ਦੀ ਬਾਹ ਫੜੀ ਸੀ ਉਹਦਾ ਉਸ ਧਰਮ ਦੇ ਰਾਖਿਆਂ ਦੀ ਵੀ ਬੈਨਰਜੀ ਜਿਹੜਾ ਹੈਗਾ ਉਹ ਲਿਖਦਾ ਕਿ ਸਮੁੱਚਾ ਪੰਜਾਬ ਬਦਲੇ ਦੀ ਭਾਵਨਾ ਤੇ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਸੀ। ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਨਤੀਜੇ ਵਜੋਂ ਉਹਨਾਂ ਦੇ ਸਪੁੱਤਰ ਹਰਗੋਬਿੰਦ ਜਿਹੜੇ ਸੀ ਉਹਨਾਂ ਨੇ ਮੀਰੀ ਅਤੇ ਪੀਰੀ ਜਿਹੜੀ ਸੀਗੀ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਇਸੇ ਪ੍ਰਕਾਰ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨਾਲ ਖਾਲਸਾ ਪੰਥ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਨੇ ਸਟੈਬਲਿਸ਼ ਕੀਤਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਸੀ ਉਹਨਾਂ ਨੇ ਉਸ ਸਮੇਂ ਦੇ ਲੋਕਾਂ ਦੇ ਵਿੱਚ ਇੱਕ ਚੇਤਨਾ ਜਿਹੜੀ ਸੀਗੀ ਉਹ ਜਗਾ ਦਿੱਤੀ ਆਪਣੇ ਧਰਮ ਪ੍ਰਤੀ, ਆਪਣੇ ਮੌਲਿਕ ਅਧਿਕਾਰਾਂ ਪ੍ਰਤੀ। ਪਰ ਇਹਦੇ ਨਾਲ ਹੀ ਲਾਸਟ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਕੇ ਖਤਮ ਕਰਦਾ ਕਿ ਗੁਰੂ ਸਾਹਿਬ ਮਨੁੱਖ ਨੂੰ ਇੱਕ ਸਿੱਖਿਆ ਦੇ ਰਹੇ ਨੇ ਕਿ ਸਾਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਹੋਣਾ ਚਾਹੀਦਾ, ਸਾਨੂੰ ਆਪਣੇ ਮਨ ਉੱਤੇ ਜਿਹੜਾ ਹੈਗਾ ਉਹ ਕੰਟਰੋਲ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਅੱਜ ਮਨੁੱਖ ਜਿਹੜਾ ਹੈਗਾ ਉਹ ਜਾਇਜ਼ ਨਜਾਇਜ਼ ਢੰਗ ਨਾਲ ਸਿੱਧੇ ਢੰਗ ਨਾਲ ਹਰ ਢੰਗ ਮਾਇਆ ਜਿਹੜੀ ਹੈਗੀ ਧਨ ਸੰਪਤੀ ਜਾਇਦਾਦ ਇਕੱਠੀ ਕਰਨ 'ਚ ਲੱਗਿਆ ਹੋਇਆ। ਪਰ ਗੁਰੂ ਸਾਹਿਬ ਨੇ ਇਹਨਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਧੀਰਮਾਲ ਜਿਸਨੇ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਨੇ ਆਦਿ ਗ੍ਰੰਥ ਜਿਸਨੂੰ ਪੋਥੀ ਸਾਹਿਬ ਕਿਹਾ ਜਾਂਦਾ ਹੈ ਉਹ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਨਹੀਂ ਇਸੇ ਤੁਹਾਡਾ ਅਧਿਕਾਰ ਨਹੀਂ, ਉਸ ਨੂੰ ਵਾਪਸ ਕਰਕੇ ਆਓ। ਇਸ ਤਰ੍ਹਾਂ ਅੱਜ ਜਦੋਂ ਮਨੁੱਖ ਜਿਹੜਾ ਹੈਗਾ ਉਹ ਗਲਤ ਰਸਤੇ ਅਪਣਾ ਰਿਹਾ, ਅੱਜ ਅਜੋਕਾ ਮਨੁੱਖ ਜਿਹੜਾ ਹੈਗਾ ਉਹ ਨਸ਼ਿਆਂ ਦੇ ਵਿੱਚ ਫਸਿਆ ਹੋਇਆ, ਅੱਜ ਮਨੁੱਖ ਜਿਹੜਾ ਹੈਗਾ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਫਸਿਆ ਹੋਇਆ। ਗੁਰੂ ਸਾਹਿਬ ਤੋਂ ਇੱਕ ਉਹਨਾਂ ਦੇ ਜੀਵਨ ਤੋਂ, ਉਹਨਾਂ ਦੇ ਸਿੱਖਿਆਵਾਂ ਤੋਂ, ਉਹਨਾਂ ਦੀ ਬਾਣੀ ਤੋਂ ਸਾਨੂੰ ਸੇਧ ਲੈਣ ਦੀ ਜ਼ਰੂਰਤ ਹੈ। ਕਿਉਂਕਿ ਇਹ ਸ਼ਤਾਬਦੀਆਂ ਤਾਂ ਅਸੀਂ ਲਗਾਤਾਰ ਮਨਾਉਂਦੇ ਆ ਰਹੇ ਹਾਂ। ਇਹ ਸ਼ਤਾਬਦੀਆਂ ਮਨਾਉਣ ਦਾ ਫਾਇਦਾ ਤਾਂ ਹੀ ਹੋਊਗਾ ਜੇ ਇਹਨਾਂ ਸ਼ਤਾਬਦੀਆਂ ਦਾ ਮਨੋਰਥ ਕੀ ਹੈ ਅਸੀਂ ਉਸ ਨੂੰ ਸਮਝ ਸਕਾਂਗੇ, ਅਸੀਂ ਉਸ ਨੂੰ ਆਪਣੇ ਵਿਦਿਆਰਥੀਆਂ ਤੱਕ, ਉਸ ਨੂੰ ਆਪਣੀ ਨੌਜਵਾਨ ਪੀੜ੍ਹੀ ਤੱਕ ਪਹੁੰਚਾ ਸਕਾਂਗੇ। ਜਦੋਂ ਅਸੀਂ ਇਹ ਚੀਜ਼ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਅਸੀਂ ਸ਼ਤਾਬਦੀਆਂ ਮਨਾਉਣ ਦੇ ਹੱਕਦਾਰ ਹੋ ਜਾਵਾਂਗੇ। ਅਦਰਵਾਈਜ਼ ਸਾਨੂੰ ਇਹ ਸ਼ਤਾਬਦੀਆਂ ਮਨਾਉਣ ਦਾ ਕੋਈ ਹੱਕ ਨਹੀਂ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੇਧ ਨਹੀਂ ਦੇ ਸਕਦੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਪੇਸ਼ੈਂਸ ਨਾਲ ਮੈਨੂੰ ਸੁਣਿਆ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਸਰ। ਬਹੁਤ ਹੀ ਡੂੰਘਾਈ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਅੱਜ ਦਾ ਲੈਕਚਰ ਡਿਲੀਵਰ ਕੀਤਾ। ਸਾਡੇ ਨਾਲ ਸਟੂਡੈਂਟਸ ਜੁੜੇ ਹੋਏ ਨੇ, ਮੈਨੂੰ ਲੱਗਦਾ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਜਿਵੇਂ ਦੀ ਜਾਣਕਾਰੀ ਤੁਸੀਂ ਦਿੱਤੀ ਆ ਵਿਦ ਸੋਰਸ, ਜਿਹਦੇ ਵਿੱਚ ਫਾਰਸੀ ਗੁਰਮੁਖੀ ਦੇ ਸਾਰੇ ਸੋਰਸ ਤੁਸੀਂ ਕਵਰ ਕੀਤੇ ਆ। ਬਹੁਤ ਹੀ ਸਾਡੇ ਲਈ ਇਹ ਵੈਲਿਊਏਬਲ ਲੈਕਚਰ ਤੁਹਾਡਾ ਹੈ। ਮੈਂ ਥੈਂਕਸ ਕਰਦੀ ਹਾਂ ਜੀ। ਤੇ ਹੁਣ ਮੈਂ ਕਿਸੇ ਦਾ ਕੋਈ ਕੁਐਸਚਨ ਹੈ ਵੈਬੀਨਾਰ ਨਾਲ ਰਿਲੇਟਡ ਤਾਂ ਉਹ ਪਲੀਜ਼ ਤੁਸੀਂ ਕਰ ਸਕਦੇ ਹੋ। ਤੇ ਮੈਨੂੰ ਲੱਗਦਾ ਨਹੀਂ ਹੈਗਾ ਤੇ ਹੁਣ ਮੈਂ ਰਿਕੁਐਸਟ ਕਰਦੀ ਹਾਂ ਸਾਡੇ ਪ੍ਰਿੰਸੀਪਲ ਸਾਹਿਬ ਡਾਕਟਰ ਬਲਜੀਤ ਸਿੰਘ ਖਹਿਰਾ ਜੀ, ਸਾਡੇ ਅੱਜ ਦੇ ਮੁੱਖ ਸਪੀਕਰ ਡਾਕਟਰ ਸਾਹਿਬ ਦਾ बहुत ही सत्कारयोग डॉक्टर दलजीत सिंह, एसोसिएट प्रोफेसर एंड हेड डिपार्टमेंट ऑफ पंजाब हिस्टोरिकल स्टडीज, पंजाबी यूनिवर्सिटी पटियाला। की स्पीकर ऑफ द डे
Professor Lakhinderjeet Kaur, Head, Social Sciences Department, Dr. Ravinder Kaur, Dr. Ravinder Kaur, Professor Raideep Singh, and various faculty member of Department of Social Sciences, faculty and staff member of Babbar Memorial Khalsa College Garhshankar, and dear participants. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਵਡਭਾਗੇ ਹਾਂ ਕਿ ਅਸੀਂ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਜਿਹੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ। ਅਸੀਂ ਧੰਨਵਾਦੀ ਹਾਂ ਸਿੱਖ ਕੌਮ ਦੀ ਸਰਮੂਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੇ, ਪ੍ਰੋਫੈਸਰ ਬਡੂੰਗਰ ਸਾਹਿਬ, ਫਾਰਮਰ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਕਟਰ ਤੇਜਿੰਦਰ ਕੌਰ ਧਾਲੀਵਾਲ ਜੀ, ਡਾਇਰੈਕਟੋਰੇਟ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਸਾਨੂੰ ਇਸ ਟਾਈਪ ਦੇ ਸੈਮੀਨਾਰ ਕਰਾਉਣ ਲਈ ਉਤਸ਼ਾਹਿਤ ਕੀਤਾ ਹੈ। ਤੇ ਮੈਂ ਡਾਕਟਰ ਦਲਜੀਤ ਸਿੰਘ ਹੋਰਾਂ ਦਾ ਬਹੁਤ ਹੀ ਥੈਂਕਸ ਕਰਦਾ ਹਾਂ, ਜਿਨ੍ਹਾਂ ਆਪਣਾ ਵੈਲਿਊਏਬਲ ਟਾਈਮ ਕੱਢਿਆ ਤੇ ਗੁਰੂ ਸਾਹਿਬ ਤੇ ਇਸ ਵੈਬੀਨਾਰ ਦੇ ਥਰੂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਸਾਨੂੰ ਬੜਾ ਹੀ ਵਿਸਤਾਰਪੂਰਨ ਦੱਸਿਆ ਹੈ। ਮੈਨੂੰ ਆਸ ਆ ਕਿ ਇਹ ਜਿਹੜਾ ਲੈਕਚਰ ਆ ਇਹ ਸਾਡੇ ਲਈ ਬੜਾ ਹੀ ਬੈਨੀਫੀਸ਼ੀਅਲ ਹੋਵੇਗਾ, ਸਾਡੀ ਸੁਸਾਇਟੀ ਲਈ, ਸਾਡੇ ਦੇਸ਼ ਲਈ, ਇੰਟਰਨੈਸ਼ਨਲ ਜਿਹੜੇ ਸਾਡੇ ਪਾਰਟਿਸਪੈਂਟ ਨੇ ਉਹਨਾਂ ਲਈ, ਕਿਉਂਕਿ ਇਹ ਲੈਕਚਰ ਦੇ ਥਰੂ ਸਾਨੂੰ ਗੁਰੂ ਸਾਹਿਬ ਦੇ ਜੀਵਨ ਕਾਲ ਤੇ ਉਹਨਾਂ ਦੀ ਸ਼ਹਾਦਤ ਬਾਰੇ ਅਸੀਂ ਸਿੱਖਿਆ ਹੈ। ਤਾਂ ਮੈਨੂੰ ਆਸ ਆ ਕਿ ਅਸੀਂ ਇਹਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਦੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ। ਤੇ ਮੈਂ ਥੈਂਕਸ ਕਰਦਾ ਹਾਂ ਕਿ ਡਿਪਾਰਟਮੈਂਟ ਦੇ ਹੈਡ ਡਾਕਟਰ ਲਖਵਿੰਦਰਜੀਤ ਕੌਰ ਤੇ ਉਹਦੀ ਸਮੁੱਚੀ ਟੀਮ, ਡਾਕਟਰ ਰਵਿੰਦਰ ਕੌਰ, ਡਾਕਟਰ ਰਵਿੰਦਰ ਕੌਰ ਤੇ ਪ੍ਰੋਫੈਸਰ ਰਾਏਦੀਪ ਸਿੰਘ, ਜਿਨ੍ਹਾਂ ਨੇ ਸੈਮੀਨਾਰ ਬੜਾ ਹੀ ਸਕਸੈਸਫੁਲੀ organize ਕੀਤਾ ਹੈ। At the end, I thanks all the participants. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਥੈਂਕਸ ਸਾਰੇ ਪਾਰਟਿਸਪੈਂਟਸ ਦਾ ਜਿਨ੍ਹਾਂ ਨੇ ਸਾਡਾ ਅੱਜ ਦਾ ਵੈਬੀਨਾਰ ਬਹੁਤ ਸਫਲ ਬਣਾਇਆ। ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ।